ਸਤਿ ਸ਼੍ਰੀ ਅਕਾਲ। ਬੱਚਿਆਂ ਦੀ ਦਿਲਚਸਪੀ ਨੂੰ ਮੁੱਖ ਰੱਖਦਿਆਂ ਤੇ ਉਹਨਾਂ ਦੀ ਆਪਣੇ ਆਲੇ ਦੁਆਲੇ ਨੂੰ ਜਾਣਨ ਦੀ ਕੁਦਰਤੀ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਅੱਜ ਤੁਹਾਡੇ ਸਾਹਮਣੇ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਗਤ ਪ੍ਰਸਿੱਧ ਵਿਗਿਆਨਿਕ ਤੁਹਾਡੇ ਨਾਲ ਸਾਂਝਾ ਕਰਾਂਗੀ। ਇਸ ਤੋਂ ਪਹਿਲਾਂ ਕਿ ਅਸੀਂ ਇਸ ਕਿਤਾਬ ਨੂੰ ਪੜ੍ਹਨਾ ਤੇ ਸੁਣਨਾ ਸ਼ੁਰੂ ਕਰੀਏ, ਮੈਂ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਸਮਝਦੀ ਹਾਂ ਕਿ ਵਿਗਿਆਨ ਕੀ ਹੈ। ਵਿਗਿਆਨ ਸੱਚ ਨੂੰ ਆਧਾਰ ਬਣਾ ਕੇ ਖੋਜੇ ਗਏ ਬੇਅੰਤ ਨਿਯਮਾਂ ਦਾ ਸੰਗ੍ਰਹਿ ਹੈ ਜੋ ਵਿਸ਼ਵ ਵਿਆਪੀ ਹਨ, ਮਤਲਬ ਬ੍ਰਹਿਮੰਡ ਦੇ ਕਿਸੇ ਵੀ ਕੋਨੇ ਵਿੱਚ ਸੱਚੇ ਤੇ ਖਰੇ ਉਤਰਦੇ ਹਨ। ਇਹੀ ਬੇਅੰਤ ਨਿਯਮ ਬ੍ਰਹਿਮੰਡ ਦੇ ਕਰਤਾ ਹਨ ਤੇ ਉਹਨਾਂ ਨਿਯਮਾਂ ਅਧੀਨ ਹੀ ਸਾਰੀ ਸ੍ਰਿਸ਼ਟੀ ਕੰਮ ਕਰ ਰਹੀ ਹੈ ਨਾ ਕਿੰਨੀ ਅਚੰਭੇ ਵਾਲੀ ਗੱਲ ਕਿ ਇਹਨਾਂ ਬੇਅੰਤ ਨਿਯਮਾਂ ਨੇ ਹੀ ਕਾਲ ਦੀ ਉਤਪਤੀ ਕੀਤੀ। ਸਮੇਂ ਦੇ ਉਤਪੰਨ ਹੁੰਦਿਆਂ ਹੀ ਉਸੇ ਪਲ ਵਿੱਚ ਬ੍ਰਹਿਮੰਡ ਹੋਂਦ ਵਿੱਚ ਆਇਆ। ਬੇਅੰਤ ਨਿਯਮਾਂ ਨੇ ਬੇਅੰਤ ਉਤਪਤੀਆਂ ਕੀਤੀਆਂ ਤੇ ਕਾਲ ਨਿਯਮਾਂ ਦੇ ਅਧੀਨ ਚੱਲ ਰਿਹਾ ਹੈ। ਇਹ ਨਿਯਮ ਸਮੇਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ, ਵਰਤਮਾਨ ਸਮੇਂ ਵਿੱਚ ਵੀ ਹਨ। ਜਦੋਂ ਸੱਚੇ ਤੇ ਸੁੱਚੇ ਨਿਯਮ ਸਮੇਂ ਨੂੰ ਖਤਮ ਕਰਨਗੇ ਤਾਂ ਉਸੇ ਪਲ ਹੀ ਬ੍ਰਹਿਮੰਡ ਦਾ ਖਾਤਮਾ ਹੋ ਜਾਵੇਗਾ, ਪਰ ਨਿਯਮ ਉਸੇ ਤਰ੍ਹਾਂ ਟਿਕੇ ਰਹਿਣਗੇ। ਜੇ ਹੁਣ ਨਿਯਮਾਂ ਦੀ ਗੱਲ ਕਰੀਏ ਤਾਂ ਉਹ ਇੰਨੇ ਬੇਅੰਤ ਹਨ ਕਿ ਕਦੇ ਨਾ ਖਤਮ ਹੋਣ ਵਾਲੀ ਸਿਆਹੀ ਤੇ ਕਲਮ ਜੋ ਹਵਾ ਦੇ ਵੇਗ ਨਾਲ ਚੱਲੇ ਤੇ ਬੇਅੰਤ ਕਾਗਜ਼ ਦੇ ਸਫ਼ਿਆਂ ਤੇ ਲਿਖਣਾ ਚਾਹੀਏ ਤਾਂ ਇਹਨਾਂ ਨਿਯਮਾਂ ਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਇਹਨਾਂ ਨਿਯਮਾਂ ਦੇ ਖੋਜਣ ਵਾਲਿਆਂ ਨੂੰ, ਜਿਨ੍ਹਾਂ ਦੇ ਆਧਾਰ ਤੇ ਸ੍ਰਿਸ਼ਟੀ ਬਣੀ ਹੈ, ਵਿਗਿਆਨਕ ਕਹਿੰਦੇ ਹਨ। ਵੱਡੀਆਂ ਵੱਡੀਆਂ ਖੋਜਾਂ ਸਾਲਾਂ ਬੱਧੀ ਮਿਹਨਤ ਅਤੇ ਸੋਚ ਵਿਚਾਰ ਦਾ ਨਤੀਜਾ ਹਨ। ਖੋਜ ਲਈ ਇੱਕ ਵਿਗਿਆਨਕ ਪਾਸ ਬਹੁਤ ਖੇਤਰ ਹਨ। ਧਰਤੀ ਦੇ ਮੁੱਢ ਅਤੇ ਬਨਾਵਟ ਦੇ ਖੋਜਣ ਵਾਲੇ ਨੂੰ ਜਿਓਲੋਜਿਸਟ ਕਹਿੰਦੇ ਹਨ, ਜੀਵਾਂ ਦੇ ਖੋਜੀ ਨੂੰ ਬਾਇਓਲੋਜਿਸਟ ਕਹਿੰਦੇ ਹਨ, ਜਾਨਵਰਾਂ ਦੇ ਖੋਜੀ ਨੂੰ ਜੂਲੌਜਿਸਟ ਤੇ ਪੌਦਿਆਂ ਦੇ ਖੋਜੀ ਨੂੰ ਬੋਟਨਿਸਟ ਕਹਿੰਦੇ ਹਨ। ਆਕਾਸ਼ੀ ਪਿੰਡਾਂ ਦੇ ਖੋਜੀ ਨੂੰ ਖਗੋਲ ਵਿਗਿਆਨਕ ਜਾਂ ਐਸਟਰੋਨੋਮਰ ਕਹਿੰਦੇ ਹਨ। ਉਹਨਾਂ ਤੱਤਾਂ ਬਾਰੇ ਖੋਜਣ ਵਾਲਿਆਂ ਨੂੰ, ਜਿਨ੍ਹਾਂ ਦੇ ਆਧਾਰ ਤੇ ਸ੍ਰਿਸ਼ਟੀ ਬਣੀ ਹੈ, ਕੈਮਿਸਟ ਕਹਿੰਦੇ ਹਨ। ਮੈਟਰ ਅਤੇ ਸ਼ਕਤੀ ਬਾਰੇ ਖੋਜ ਕਰਨ ਵਾਲਿਆਂ ਨੂੰ ਫਿਜ਼ਿਸਟ ਕਹਿੰਦੇ ਹਨ। ਅੰਕੜਿਆਂ ਦੇ ਵਿਗਿਆਨ ਨੂੰ ਗਣਿਤ ਵਿਗਿਆਨੀ ਕਹਿੰਦੇ ਹਨ। ਗਣਿਤ ਵਿਗਿਆਨ ਦੇ ਹਰ ਖੇਤਰ ਵਿੱਚ ਖਾਸ ਮਹੱਤਤਾ ਰੱਖਦਾ ਹੈ। ਵਿਗਿਆਨ ਦੇ ਹਰ ਖੇਤਰ ਵਿੱਚ ਕਈ ਵਿਅਕਤੀ ਹੋਏ ਹਨ ਜਿਨ੍ਹਾਂ ਦੀਆਂ ਖੋਜਾਂ ਨੇ ਯੁੱਗ ਪਲਟ ਦਿੱਤੇ। ਇਸ ਪੁਸਤਕ ਵਿੱਚ ਉਹਨਾਂ ਵਿਗਿਆਨਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹਨ। ਇਹ ਵਿਗਿਆਨ ਉਹਨਾਂ ਬੇਅੰਤ ਨਿਯਮਾਂ ਦੇ ਪੁਜਾਰੀ ਹਨ। ਇਸ ਪੁਸਤਕ ਵਿੱਚ ਤੁਸੀਂ ਪਾਇਥਾਗੋਰਸ, ਯੂਕਲਿਡ, ਹਿਪੋਕਰੇਟਿਸ, ਅਰਿਸਟੋਟਲ, ਆਰਕੀਮੀਡੀਜ਼, ਗੈਲੇਨ, ਨਿਕੋਲਸ ਕੋਪਰਨਿਕਸ, ਐਂਡਰੀਆਸ ਵੇਸੀਲੀਅਸ, ਗੈਲੀਲੀਓ, ਜੋਹਨਸ ਕੈਪਲਰ, ਵਿਲੀਅਮ ਹਾਰਵੇ, ਆਈਜ਼ੈਕ ਨਿਊਟਨ, ਟਰੌਸੈਲੀ ਤੇ ਰਾਬਰਟ ਬੋਇਲ ਬਾਰੇ ਪੜ੍ਹੋਗੇ ਔਰ ਇਹ ਵਿਗਿਆਨ ਇਹਨਾਂ ਬੇਅੰਤ ਨਿਯਮਾਂ ਦੇ ਪੁਜਾਰੀ ਹਨ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਵਮਰਾ। ਪਾਇਥਾਗੋਰਸ ਯੂਨਾਨ ਦੇ ਇੱਕ ਸ਼ਹਿਰ ਸੇਮੋਸ ਦਾ ਰਹਿਣ ਵਾਲਾ ਸੀ। ਇਹ ਇੱਥੇ 583 ਪੂਰਵੀ ਈਸਾ ਵਿੱਚ ਪੈਦਾ ਹੋਇਆ। ਇਹਦੇ ਨਿੱਜੀ ਜੀਵਨ ਬਾਰੇ ਬਹੁਤ ਕੁਝ ਪਤਾ ਨਹੀਂ। ਕੇਵਲ ਇਤਨਾ ਹੀ ਪਤਾ ਹੈ ਕਿ ਇਹ ਰੋਮ ਸਾਗਰ ਰਾਹੀਂ ਸਫ਼ਰ ਕਰਦਾ ਹੋਇਆ ਮਿਸਰ ਪਹੁੰਚਿਆ। ਮਿਸਰ ਉਹਨਾਂ ਜ਼ਮਾਨਿਆਂ ਵਿੱਚ ਸਿੱਖਿਆ ਦਾ ਕੇਂਦਰ ਹੁੰਦਾ ਸੀ ਤੇ ਹਰ ਇੱਕ ਵਿਦਵਾਨ ਉੱਥੇ ਪਹੁੰਚ ਕੇ ਆਪਣੇ ਗਿਆਨ ਵਿੱਚ ਵਾਧਾ ਕਰਨ ਦਾ ਚਾਹਵਾਨ ਹੁੰਦਾ ਸੀ। 529 ਪੂਰਵ ਈਸਵੀ ਵਿੱਚ ਜਦੋਂ ਇਹ 53 ਸਾਲ ਦਾ ਸੀ ਤਾਂ ਯੂਨਾਨ ਦੇ ਜ਼ਾਲਮ ਰਾਜੇ ਪੋਲੀਕ੍ਰੇਟਿਸ ਨੇ ਪਾਇਥਾਗੋਰਸ ਨਾਲ ਕਿਸੇ ਕਾਰਨ ਨਾਰਾਜ਼ ਹੋ ਕੇ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਹ ਆਪਣਾ ਦੇਸ਼ ਛੱਡ ਕੇ ਇਟਲੀ ਵਿੱਚ ਚਲਾ ਗਿਆ। ਇਹਦੇ ਨਾਲ ਇਹਦੇ ਕੁਝ ਚੇਲੇ ਵੀ ਸਨ। ਇਟਲੀ ਵਿੱਚ ਪਹੁੰਚ ਕੇ ਇਹਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਇੱਕ ਸੰਸਥਾ ਬਣਾਈ ਜਿਸ ਦਾ ਮਨੋਰਥ ਗਿਆਨ ਵਿਗਿਆਨ, ਧਾਰਮਿਕ ਸਮੱਸਿਆਵਾਂ ਤੇ ਫਿਲਾਸਫੀ ਬਾਰੇ ਖੋਜ ਤੇ ਵਿਚਾਰ ਵਟਾਂਦਰਾ ਕਰਨਾ ਸੀ। ਉਹਦੇ ਸਾਰੇ ਸਾਥੀ ਅਮੀਰ ਤਬਕੇ ਦੇ ਲੋਕ ਸਨ ਤੇ ਉਹਨਾਂ ਨੇ ਸਹੁੰ ਚੁੱਕੀ ਹੋਈ ਸੀ ਕਿ ਉਹਨਾਂ ਦੇ ਆਪਣੇ ਦਾਇਰੇ ਤੋਂ ਬਾਹਰ ਆਪਣੀ ਸੰਸਥਾ ਦੇ ਉਦੇਸ਼ਾਂ ਦਾ ਕਿਸੇ ਨਾਲ ਜ਼ਿਕਰ ਤੱਕ ਨਹੀਂ ਕਰਨਾ। ਕਿਸੇ ਕਾਰਨ ਆਮ ਲੋਕ ਇਸ ਸੰਸਥਾ ਨੂੰ ਸ਼ੱਕ ਨਾਲ ਵੇਖਦੇ ਸਨ। ਪਾਇਥਾਗੋਰਸ ਤੇ ਉਸ ਦੇ ਚੇਲਿਆਂ ਦਾ ਯਕੀਨ ਸੀ ਕਿ ਮਨੁੱਖ ਦੀ ਆਤਮਾ ਅਸਰ ਹੁੰਦੀ ਹੈ ਤੇ ਮਨੁੱਖ ਦੀ ਮੌਤ ਦੇ ਪਿੱਛੇ ਉਹ ਨਿੱਤ ਨਵਾਂ ਮਨੁੱਖੀ ਰੂਪ ਧਾਰਨ ਕਰਦੀ ਰਹਿੰਦੀ ਹੈ। ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਜਾਨਵਰਾਂ ਤੇ ਮਨੁੱਖਾਂ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ। ਜਿਹੜੇ ਮਨੁੱਖ ਬੁਰੇ ਕੰਮ ਕਰਦੇ ਹਨ ਉਹਨਾਂ ਦੀ ਰੂਹ ਮੌਤ ਪਿੱਛੋਂ ਕਿਸੇ ਜਾਨਵਰ ਦਾ ਰੂਪ ਧਾਰਨ ਕਰਦੀ ਹੈ, ਪਰ ਜਿਹੜੇ ਸੋਹਣੇ ਸੁਥਰੇ ਢੰਗ ਨਾਲ ਜੀਵਨ ਬਸਰ ਕਰਦੇ ਹਨ ਉਹ ਅਗਲੇ ਜਨਮ ਵਿੱਚ ਮਨੁੱਖੀ ਰੂਪ ਵਿੱਚ ਹੀ ਧਾਰਨ ਕਰਦੇ ਹਨ। ਇਸੇ ਤਰ੍ਹਾਂ ਪਾਇਥਾਗੋਰਸ ਦੇ ਚੇਲੇ ਸਵਸਥ ਜੀਵਨ ਬਤੀਤ ਕਰਦੇ ਸਨ ਜੋ ਅਗਲੇ ਜਨਮ ਵਿੱਚ ਉਹ ਮਨੁੱਖੀ ਜੀਵਨ ਦੇ ਹੀ ਹੱਕਦਾਰ ਹੋਣ।
ਆਮ ਲੋਕਾਂ ਦਾ ਖਿਆਲ ਸੀ ਕਿ ਧਰਤੀ ਸ੍ਰਿਸ਼ਟੀ ਦਾ ਕੇਂਦਰ ਹੈ ਤੇ ਸਭ ਤਾਰੇ ਤੇ ਗ੍ਰਹਿ ਇਸ ਦੇ ਗਿਰਦ ਘੁੰਮਦੇ ਹਨ। ਪਾਇਥਾਗੋਰਸ ਪਹਿਲਾ ਵਿਗਿਆਨਕ ਸੀ ਜਿਸ ਦਾ ਖਿਆਲ ਸੀ ਕਿ ਧਰਤੀ ਨਹੀਂ ਬਲਕਿ ਸੂਰਜ ਸ੍ਰਿਸ਼ਟੀ ਦਾ ਕੇਂਦਰ ਹੈ। ਉਹਦਾ ਇਹ ਵੀ ਵਿਚਾਰ ਸੀ ਕਿ ਤਾਰੇ ਤੇ ਗ੍ਰਹਿ ਗੇਂਦ ਵਾਂਗ ਗੋਲ ਹਨ ਤੇ ਗ੍ਰਹਿ ਸੂਰਜ ਦੇ ਗਿਰਦ ਗੋਲ ਦਾਇਰੇ ਵਿੱਚ ਘੁੰਮਦੇ ਹਨ। ਪਾਇਥਾਗੋਰਸ ਅਤੇ ਉਹਦੇ ਚੇਲਿਆਂ ਨੇ ਸੰਗੀਤ ਵੱਲ ਵੀ ਧਿਆਨ ਦਿੱਤਾ। ਉਹਨਾਂ ਦੱਸਿਆ ਕਿ ਸੰਗੀਤ ਉਸ ਆਵਾਜ਼ ਤੋਂ ਉਤਪੰਨ ਹੁੰਦਾ ਹੈ ਜੋ ਕੰਨ ਨੂੰ ਚੰਗੀ ਲੱਗੇ। ਕੁਝ ਆਵਾਜ਼ਾਂ ਇਕੱਠੀਆਂ ਕੱਢੀਆਂ ਜਾਣ ਤਾਂ ਖੁਸ਼ੀ ਦਿੰਦੀਆਂ ਹਨ, ਪਰ ਕਈ ਐਸੀਆਂ ਵੀ ਹਨ ਜਿਨ੍ਹਾਂ ਦੇ ਇਕੱਠੇ ਕੱਢਣ ਨਾਲ ਰੌਲੇ ਦਾ ਪ੍ਰਭਾਵ ਪੈਂਦਾ ਹੈ। ਪਾਇਥਾਗੋਰਸ ਨੇ ਖੋਜ ਕਰਕੇ ਦੱਸਿਆ ਕਿ ਉਹਨਾਂ ਤਾਰਾਂ ਤੋਂ ਜਿਹੜੀਆਂ ਲੰਬਾਈ ਦੇ ਲਿਹਾਜ਼ ਨਾਲ ਆਪਸ ਵਿੱਚ ਸਧਾਰਨ ਅਨੁਪਾਤ ਰੱਖਦੀਆਂ ਹੋਣ, ਪ੍ਰਭਾਵਕ ਆਵਾਜ਼ਾਂ ਨਿਕਲਦੀਆਂ ਹਨ ਤੇ ਸੁਣਨ ਵਾਲੇ ਨੂੰ ਖੁਸ਼ੀ ਦਿੰਦੀਆਂ ਹਨ। ਮਿਸਾਲ ਦੇ ਤੌਰ 'ਤੇ ਦੋ ਤਾਰਾਂ ਲਓ ਜਿਨ੍ਹਾਂ ਵਿੱਚ ਇੱਕ ਲੰਬਾਈ ਵਿੱਚ ਦੂਜੀ ਕੋਲੋਂ ਦੁੱਗਣੀ ਹੋਵੇ, ਪਰ ਹੋਣ ਦੋਵੇਂ ਇੱਕੋ ਜਿਹੀਆਂ ਮੋਟੀਆਂ, ਇੱਕੋ ਜਿਹੀਆਂ ਹੀ ਹੋਣ। ਜੇ ਉਹਨਾਂ ਦੋਹਾਂ ਵਿੱਚੋਂ ਇੱਕੋ ਸਮੇਂ ਇਕੱਠੀ ਆਵਾਜ਼ ਕੱਢੀ ਜਾਵੇ ਤਾਂ ਉਹ ਆਵਾਜ਼ ਸੁਰੀਲੀ ਹੋਵੇਗੀ। ਇਸੇ ਤਰ੍ਹਾਂ ਜੇ ਉਹਨਾਂ ਦੀ ਲੰਬਾਈ ਵਿੱਚ 2:3 ਜਾਂ 3:4 ਦਾ ਸਧਾਰਨ ਅਨੁਪਾਤ ਹੋਵੇ ਤਾਂ ਉਹਨਾਂ ਵਿੱਚੋਂ ਨਿਕਲੀ ਆਵਾਜ਼ ਸੁਰੀਲੀ ਹੋਵੇਗੀ। ਪਾਇਥਾਗੋਰਸ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਹਨੇ ਸਾਰੀ ਰਚਨਾ ਦਾ ਆਧਾਰ ਹੀ ਗਣਿਤ ਵਿਗਿਆਨ ਦੱਸਿਆ ਹੈ। ਉਹਦੇ ਇਸ ਕਥਨ ਦੀ ਸੱਚਾਈ ਇਸ ਗੱਲ ਤੋਂ ਟਪਕਦੀ ਹੈ ਕਿ ਉਸਦੀ ਮੌਤ ਦੇ 2500 ਸਾਲ ਪਿੱਛੋਂ ਅੱਜ ਕੱਲ੍ਹ ਵੀ ਵਿਗਿਆਨਕ ਰਚਨਾ ਦੇ ਕਈ ਗੁੱਝੇ ਭੇਦਾਂ ਨੂੰ ਗਣਿਤ ਦੀ ਮਦਦ ਨਾਲ ਹੀ ਖੋਲ੍ਹ ਸਕੇ ਹਨ। ਪਾਇਥਾਗੋਰਸ ਦਾ ਸਭ ਤੋਂ ਵੱਡਾ ਦੇਣ ਉਸਦਾ ਇੱਕ ਪ੍ਰਮੇਹ ਹੈ ਜਿਸ ਦੁਆਰਾ ਉਸਨੇ ਦੱਸਿਆ ਹੈ ਕਿ ਕਿਸੇ ਸਮਕੋਣ ਤਿਕੋਣ ਦੀ ਸਭ ਤੋਂ ਵੱਡੀ ਭੁਜਾ 'ਤੇ ਬਣਾਏ ਗਏ ਵਰਗ ਦਾ ਖੇਤਰਫਲ ਉਹਦੀਆਂ ਬਾਕੀ ਦੋਹਾਂ ਭੁਜਾਵਾਂ 'ਤੇ ਬਣਾਏ ਗਏ ਵਰਗਾਂ ਦੇ ਖੇਤਰਫਲ ਦੇ ਬਰਾਬਰ ਹੁੰਦਾ ਹੈ। ਇਸ ਬਾਰੇ ਪ੍ਰਾਚੀਨ ਮਿਸਰ ਦੇ ਲੋਕਾਂ ਨੂੰ ਪਤਾ ਸੀ, ਪਰ ਉਹ ਪਹਿਲਾਂ ਵਿਗਿਆਨਕ ਸੀ ਜਿਸ ਨੇ ਇਹ ਸਾਬਤ ਕਰਕੇ ਦੱਸਿਆ। ਯੂਕਲਿਡ ਰੇਖਾ ਗਣਿਤ ਜਾਂ ਜਿਓਮੈਟਰੀ ਦਾ ਪਿਤਾ ਅਖਵਾਉਂਦਾ ਹੈ। ਇਹਨੇ ਜਿਓਮੈਟਰੀ ਦੀ ਜੋ ਕਿਤਾਬ ਲਿਖੀ ਉਸ ਦਾ ਨਾਮ ਹੀ ਯੂਕਲਿਡ ਪੈ ਗਿਆ। ਅੱਜ ਕੱਲ੍ਹ ਦੇ ਸਭ ਤੋਂ ਮਹਾਨ ਵਿਗਿਆਨੀ ਆਇਨਸਟਾਈਨ ਨੇ ਕਿਹਾ ਹੈ ਕਿ ਜਿਹੜਾ ਵੀ ਮਨੁੱਖ ਆਪਣੀ ਜਵਾਨੀ ਵਿੱਚ ਯੂਕਲਿਡ ਦੀ ਪੁਸਤਕ ਤੋਂ ਪ੍ਰਭਾਵਿਤ ਨਹੀਂ ਹੋਇਆ, ਉਹ ਵਿਗਿਆਨ ਦੀ ਖੋਜ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕੇਗਾ। ਯੂਕਲਿਡ ਦੀ ਲਿਖੀ ਜਿਓਮੈਟਰੀ ਅੱਜ ਕੱਲ੍ਹ ਸਭ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਹ ਕਿਤਾਬ ਯੂਕਲਿਡ ਨੇ ਅੱਜ ਤੋਂ 23 ਸਦੀਆਂ ਪਹਿਲਾਂ ਲਿਖੀ। ਪਹਿਲ ਅਰਬੀ ਬੋਲੀ ਵਿੱਚ ਇਹਦਾ ਉਲਥਾ ਕੀਤਾ ਗਿਆ, ਇਸ ਤੋਂ ਪਿੱਛੋਂ ਲਾਤੀਨੀ ਬੋਲੀ ਵਿੱਚ, ਤੇ ਲਾਤੀਨੀ ਬੋਲੀ ਤੋਂ ਪਹਿਲੀ ਵਾਰ 1520 ਵਿੱਚ ਅੰਗਰੇਜ਼ੀ ਵਿੱਚ ਉਸ ਦਾ ਉਲਥਾ ਕੀਤਾ ਗਿਆ। ਹੁਣ ਦੁਨੀਆ ਦੀ ਹਰ ਇੱਕ ਬੋਲੀ ਵਿੱਚ ਇਹਦਾ ਉਲਥਾ ਹੋ ਚੁੱਕਾ ਹੈ। ਯੂਕਲਿਡ ਯੂਨਾਨੀ ਨਸਲ ਦਾ ਸੀ। ਇਹ ਮਿਸਰ ਦੇ ਪ੍ਰਸਿੱਧ ਸ਼ਹਿਰ ਸਿਕੰਦਰੀਆ ਵਿੱਚ ਰਹਿੰਦਾ ਸੀ। ਇਸ ਦੇ ਜਨਮ ਸਥਾਨ ਜਾਂ ਜੀਵਨ ਦੀਆਂ ਘਟਨਾਵਾਂ ਬਾਰੇ ਸਿਰਫ ਇਤਨਾ ਹੀ ਪਤਾ ਹੈ ਕਿ ਇਹ ਸਿਕੰਦਰੀਆ ਦੇ ਸ਼ਾਹੀ ਵਿਦਿਆਲੇ ਵਿੱਚ ਅਧਿਆਪਕ ਸੀ। ਇਹਨੇ ਇੱਕ ਪੁਸਤਕ ਲਿਖੀ ਜੋ ਦੁਨੀਆ ਦੀਆਂ ਹੋਰ ਪੁਸਤਕਾਂ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ। ਇਹਨੇ ਜਿਓਮੈਟਰੀ ਬਾਰੇ ਸਭ ਖਿਲਰੇ ਪੁਲਰੇ ਪ੍ਰਚਲਿਤ ਖਿਆਲਾਂ ਦਾ ਸੰਗ੍ਰਹਿ ਕੀਤਾ ਤੇ ਉਹਨਾਂ ਦਾ ਆਪਸ ਵਿੱਚ ਸਬੰਧ ਕਾਇਮ ਕੀਤਾ ਤੇ ਸੋਚਣ ਸ਼ਕਤੀ ਦੁਆਰਾ ਉਹਨਾਂ ਦੇ ਠੀਕ ਹੋਣ ਦੇ ਸਬੂਤ ਵੀ ਦਿੱਤੇ। ਮਿਸਰ ਦੇਸ਼ ਨੂੰ ਨੀਲ ਦੀ ਨਦੀ ਦੀ ਦੇਣ ਕਹਿੰਦੇ ਹਨ ਕਿਉਂਕਿ ਪ੍ਰਾਚੀਨ ਮਿਸਰ ਦੀ ਹੋਂਦ ਅਤੇ ਮਹਾਨਤਾ ਹੀ ਨੀਲ ਨਦੀ ਦੇ ਕਾਰਨ ਸੀ। ਹਰ ਸਾਲ ਜਦ ਨੀਲ ਨਦੀ ਵਿੱਚ ਹੜ੍ਹ ਆਉਂਦਾ ਹੈ ਤੇ ਇਹ ਕਾਲੀ ਮਿੱਟੀ ਆਪਣੇ ਕੰਢਿਆਂ ਤੇ ਦੂਰ ਦੂਰ ਤੱਕ ਵਿਛਾ ਦਿੰਦਾ ਹੈ ਜੋ ਧਰਤੀ ਨੂੰ ਬੜਾ ਉਪਜਾਊ ਬਣਾ ਦਿੰਦੀ ਹੈ। ਪਰ ਹੜ੍ਹ ਨਾਲ ਜਿੱਥੇ ਇਹ ਲਾਭ ਹੁੰਦਾ ਸੀ ਉੱਥੇ ਨੁਕਸਾਨ ਇਹ ਹੁੰਦਾ ਸੀ ਕਿ ਖੇਤਾਂ ਦੀ ਹੱਦਬੰਦੀ ਦੇ ਲਾਏ ਨਿਸ਼ਾਨ ਮਿਟ ਜਾਂਦੇ ਸਨ। ਨੀਲ ਨਦੀ ਦੇ ਹਰ ਸਾਲ ਆਪਣਾ ਰੁਖ ਬਦਲਣ ਨਾਲ ਇਹ ਵੀ ਪਤਾ ਨਹੀਂ ਸੀ ਚੱਲ ਸਕਦਾ ਕਿ ਕਿਸ ਦੀ ਜ਼ਮੀਨ ਕਿੱਥੇ ਹੈ, ਪਰ ਟੈਕਸ ਉਗਰਾਹਣ ਵੇਲੇ ਹਰ ਆਦਮੀ ਦੀ ਜ਼ਮੀਨ ਦੀ ਪੈਮਾਇਸ਼ ਅਤੇ ਥਾਂ ਠਿਕਾਣੇ ਦਾ ਪਤਾ ਹੋਣਾ ਜ਼ਰੂਰੀ ਸੀ। ਇਹ ਕੰਮ ਜਿਓਮੈਟਰੀ ਦੀ ਸਹਾਇਤਾ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਇਸ ਲੋੜ ਨੂੰ ਪੂਰਾ ਕਰਨ ਲਈ ਜਿਓਮੈਟਰੀ ਦੇ ਅਸੂਲਾਂ ਦੀ ਖੋਜ ਕਰਨੀ ਪਈ। ਜਿਓਮੈਟਰੀ ਦਾ ਅਸਲ ਭਾਵ ਹੈ ਜ਼ਮੀਨ ਦੀ ਪੈਦਾਇਸ਼। ਮਿਸਰੀਆਂ ਦੀ ਜਿਓਮੈਟਰੀ ਵਿੱਚ ਕੁਝ ਨੁਕਸ ਸਨ। ਜ਼ਮੀਨ ਦੇ ਬੇਢੰਗਿਆਂ ਭਾਗਾਂ ਨੂੰ ਉਹ ਤਿਕੋਣਾਂ ਵਿੱਚ ਵੰਡ ਲੈਂਦੇ ਸਨ ਤੇ ਫਿਰ ਤਿਕੋਣਾਂ ਦਾ ਖੇਤਰਫਲ ਕੱਢ ਕੇ ਉਸ ਦੇ ਆਧਾਰ 'ਤੇ ਮਾਲੀਆ ਲਿਆ ਜਾਂਦਾ ਸੀ। ਬਹੁਤ ਸਾਰੇ ਮਿਸਰੀ ਜ਼ਿਮੀਂਦਾਰਾਂ ਨੂੰ ਵਾਧੂ ਮਾਲੀਆ ਭਰਨਾ ਪੈਂਦਾ ਸੀ ਕਿਉਂਕਿ ਉਗਰਾਹਣ ਵਾਲੇ ਅਫਸਰ ਉਹਨਾਂ ਤਰੀਕਿਆਂ ਨਾਲ ਖੇਤਰਫਲ ਕੱਢਦੇ ਸਨ ਜੋ ਅਸੂਲਨ ਗਲਤ ਹੁੰਦੇ ਸਨ। ਮਿਸਰੀ ਲੋਕ ਸਮਕੋਣ ਤਿਕੋਣ ਇੱਕ ਬੜੇ ਸਾਦੇ ਢੰਗ ਨਾਲ ਬਣਾਉਂਦੇ ਸਨ। ਉਹ ਇੱਕ ਰੱਸੀ ਦੀ ਤਿਕੋਣ ਬਣਾ ਲੈਂਦੇ ਸਨ ਜਿਸ ਦੇ ਪਾਸਿਆਂ ਦਾ ਆਪਸ ਵਿੱਚ 3:4:5 ਦਾ ਅਨੁਪਾਤ ਹੋਵੇ। ਜਦ ਤਿਕੋਣ ਦੇ ਹਰ ਕੋਨੇ ਨੂੰ ਖਿੱਚ ਕੇ ਕਿੱਲ ਲਾਦੇ ਸਨ ਤਾਂ ਤਿਕੋਣ ਦੀ 3:4 ਅਨੁਪਾਤ ਵਾਲੀਆਂ ਭੁਜਾਵਾਂ ਦਾ ਦਰਮਿਆਨੀ ਕੋਣ ਸਮਕੋਣ ਬਣ ਜਾਂਦਾ ਸੀ। ਪ੍ਰਾਚੀਨ ਮਿਸਰ ਵਿੱਚ ਜ਼ਮੀਨ ਦੀ ਪੈਦਾਇਸ਼ ਕਰਨ ਵਾਲੇ ਅਫਸਰਾਂ ਨੂੰ ਰੱਸੀ ਖਿੱਚਣ ਵਾਲੇ ਕਹਿ ਕੇ ਬੁਲਾਇਆ ਜਾਂਦਾ ਸੀ। ਯੂਨਾਨ ਦੇ ਇੱਕ ਗਣਿਤ ਵਿਗਿਆਨਿਕ ਨੂੰ ਜਿਸ ਦਾ ਨਾਂ ਥੇਲ ਸੀ, ਮਿਸਰੀਆਂ ਦੀ ਜਿਓਮੈਟਰੀ ਬਾਰੇ ਪਤਾ ਲੱਗਾ।
ਉਹ ਸੋਚਣ ਲੱਗਾ ਜਿਓਮੈਟਰੀ ਕਿਵੇਂ ਰੋਜ਼ਾਨਾ ਜੀਵਨ ਵਿੱਚ ਉਹਨਾਂ ਦੀ ਮਦਦ ਕਰ ਸਕਦੀ ਹੈ। ਇਸ ਸੋਚ ਵਿਚਾਰ ਤੋਂ ਜਿਓਮੈਟਰੀ ਨੇ ਰੇਖਾ ਵਿਗਿਆਨ ਦਾ ਨਵਾਂ ਰੂਪ ਧਾਰਨ ਕੀਤਾ। ਆਪਣੀ ਜਾਣਕਾਰੀ ਨੂੰ ਹੋਰ ਵਧਾਉਣ ਲਈ ਉਹਨੇ ਪ੍ਰਚਲਿਤ ਅਸੂਲਾਂ ਤੋਂ ਨਵੀਆਂ ਸੱਚਾਈਆਂ ਲੱਭਣ ਦਾ ਢੰਗ ਅਪਣਾ ਲਿਆ। ਇਹਨਾਂ ਵਿਚਾਰਾਂ ਨੂੰ ਵਿਸਥਾਰ ਦੇਣ ਲਈ ਉਹਨੇ ਜਿਓਮੈਟਰੀ ਦਾ ਉਹ ਪੱਖ ਮੁੱਖ ਰੱਖਿਆ ਜਿਸ ਦੁਆਰਾ ਇਹਨੂੰ ਖਗੋਲ ਵਿਗਿਆਨ ਅਤੇ ਪਵਨ ਕਲਾ ਵਿਗਿਆਨ ਵਿੱਚ ਵੀ ਵਰਤਿਆ ਜਾ ਸਕੇ। ਯੂਕਲਿਡ ਨੇ ਜਿਓਮੈਟਰੀ ਦੇ ਪ੍ਰਚਲਿਤ ਵਿਚਾਰਾਂ ਨੂੰ ਸਾਬਤ ਕਰਨ ਅਤੇ ਉਹਨਾਂ ਦੀ ਮਦਦ ਨਾਲ ਜਿਓਮੈਟਰੀ ਦੀਆਂ ਹੋਰ ਗੁੰਝਲਾਂ ਹੱਲ ਕਰਨ ਦੀ ਵਿਧੀ ਹੋਂਦ ਵਿੱਚ ਲਿਆਂਦੀ। ਬਹੁਤ ਸਾਰੀਆਂ ਇੱਕੋ ਕਿਸਮ ਦੀਆਂ ਪ੍ਰਤੱਖ ਸੱਚਾਈਆਂ ਨੂੰ ਲੈ ਕੇ ਉਹਨਾਂ ਤੋਂ ਇੱਕ ਸਾਂਝਾ ਅਸੂਲ ਲੱਭਣਾ ਜਿਸ 'ਤੇ ਉਹ ਸੱਚਾਈਆਂ ਆਧਾਰਿਤ ਹੋਣ, ਡਿਡਕਸ਼ਨ ਦੀ ਵਿਧੀ ਅਖਵਾਉਂਦਾ ਹੈ। ਇਹੋ ਹੀ ਵਿਧੀ ਸਾਰੀ ਸਾਇੰਸ ਦਾ ਆਧਾਰ ਹੈ। ਇਸ ਵਿਧੀ ਨਾਲ ਪਹਿਲੀਆਂ ਖੋਜ ਕੀਤੀਆਂ ਗਈਆਂ ਸੱਚਾਈਆਂ ਤੋਂ ਹੋਰ ਨਵੇਂ ਸਿਧਾਂਤ ਲੱਭਦੇ ਹਨ ਅਤੇ ਨਵੀਆਂ ਕਾਢਾਂ ਲਈ ਰਾਹ ਨਿਕਲਦਾ ਹੈ। ਯੂਨਾਨ ਦਾ ਪ੍ਰਸਿੱਧ ਫਿਲਾਸਫਰ ਪਲੇਟੋ ਜਾਂ ਅਫਲਾਤੂ ਜਿਓਮੈਟਰੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹ ਕਹਿੰਦਾ ਸੀ, ਕੋਈ ਵੀ ਮਨੁੱਖ ਜੋ ਜਿਓਮੈਟਰੀ ਤੋਂ ਅਣਜਾਣ ਹੈ ਮੇਰੇ ਸਿੱਖਿਆ ਕੇਂਦਰ ਵਿੱਚ ਆਉਣ ਦੀ ਖੇਚਲ ਨਾ ਕਰੇ। ਅਬਰਾਹਮ ਲਿੰਕਨ ਨੇ 40 ਸਾਲ ਦੀ ਉਮਰ ਵਿੱਚ ਜਿਓਮੈਟਰੀ ਸਿੱਖਣੀ ਸ਼ੁਰੂ ਕੀਤੀ। ਉਹਨੇ ਇਹ ਕਦਮ ਆਪਣੀ ਗਣਿਤ ਵਿਦਿਆ ਦੇ ਗਿਆਨ ਨੂੰ ਵਧਾਉਣ ਲਈ ਨਹੀਂ ਬਲਕਿ ਆਪਣੀ ਸੋਚ ਸ਼ਕਤੀ ਨੂੰ ਵਧਾਉਣ ਲਈ ਚੁੱਕਿਆ ਸੀ। ਯੂਕਲਿਡ ਦੀ ਵਿਧੀ ਹਰ ਇੱਕ ਵਿਗਿਆਨ ਦੀ ਤਰੱਕੀ ਦਾ ਆਧਾਰ ਮੰਨਿਆ ਜਾਂਦਾ ਹੈ। ਹਿਪੋਕਰੇਟਿਸ ਜਗਤ ਪ੍ਰਸਿੱਧ ਹਕੀਮ ਹੋਇਆ ਹੈ। ਇਹ ਯੂਨਾਨ ਦੇ ਇੱਕ ਕੋਸ ਵਿੱਚ 410 ਪੂਰਵੀ ਈਸਾ ਵਿੱਚ ਪੈਦਾ ਹੋਇਆ। ਇਸ ਦਾ ਪਿਤਾ ਦੇਵਤੇ ਐਸੀਕੂਲੇਪਸ ਦੇ ਮੰਦਰ ਦਾ ਪੁਜਾਰੀ ਸੀ। ਐਸੀਕੂਲੇਪਸ ਉਸ ਸਮੇਂ ਹਿਕਮਤ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹਨੂੰ ਫਿਰਨ ਦਾ ਬੜਾ ਸ਼ੌਂਕ ਸੀ। ਇਹ ਜਿੱਥੇ ਵੀ ਜਾਂਦਾ ਸੀ ਲੋਕਾਂ ਦੀ ਹਿਕਮਤ ਦਾ ਪ੍ਰਚਾਰ ਕਰਦਾ ਸੀ। ਇਹਨੇ ਆਪਣੇ ਜਨਮ ਸਥਾਨ ਵਿੱਚ ਇੱਕ ਸਿੱਖਿਆ ਕੇਂਦਰ ਖੋਲ੍ਹਿਆ ਹੋਇਆ ਸੀ ਜਿਸ ਵਿੱਚ ਵਿਦਿਆਰਥੀਆਂ ਨੂੰ ਮਰੀਜ਼ ਅਤੇ ਹਕੀਮ ਦੇ ਨਿੱਜੀ ਸਬੰਧਾਂ ਅਤੇ ਹਿਕਮਤ ਦੇ ਅਸੂਲਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਸੀ। ਹਿਪੋਕਰੇਟਿਸ ਤੋਂ ਪਹਿਲਾਂ ਐਸੀਕੂਲੇਪਸ ਦੇ ਮੰਦਰ ਦਾ ਪੁਜਾਰੀ ਹੀ ਲੋਕਾਂ ਦਾ ਇਲਾਜ ਕਰਦਾ ਹੁੰਦਾ ਸੀ। ਉਹਨਾਂ ਸਮਿਆਂ ਵਿੱਚ ਦੇਵਤਿਆਂ ਦੀ ਨਾਰਾਜ਼ਗੀ ਬਿਮਾਰੀ ਦਾ ਵੱਡਾ ਕਾਰਨ ਸਮਝਿਆ ਜਾਂਦਾ ਸੀ। ਇਸ ਲਈ ਦੇਵਤਿਆਂ ਨੂੰ ਖੁਸ਼ ਕਰਨ ਲਈ ਚੜਾਵਾ ਦਿੱਤਾ ਜਾਂਦਾ ਸੀ। ਮੰਦਰ ਦਾ ਪੁਜਾਰੀ ਥੋੜ੍ਹੀ ਬਹੁਤ ਮਲਮ ਪੱਟੀ ਕਰਨੀ ਵੀ ਜਾਣਦਾ ਸੀ। ਪਰ ਹਿਪੋਕਰੇਟਿਸ ਇਸ ਗੱਲ ਵਿੱਚ ਯਕੀਨ ਨਹੀਂ ਰੱਖਦਾ ਸੀ ਕਿ ਬਿਮਾਰੀ ਦੇਵਤਿਆਂ ਦੀ ਨਾਰਾਜ਼ਗੀ ਦੇ ਕਾਰਨ ਹੁੰਦੀ ਹੈ। ਉਹਨੇ ਸੋਚ ਸਿਆਣਪ ਵਰਤ ਕੇ ਬਿਮਾਰੀਆਂ ਦਾ ਇਲਾਜ ਕਰਨਾ ਸ਼ੁਰੂ ਕੀਤਾ। ਉਹਦੀ ਯੋਗਤਾ ਦੀ ਦੂਰ ਤੱਕ ਚਰਚਾ ਹੋਣ ਲੱਗ ਪਈ। ਇੱਕ ਵਾਰੀ ਈਰਾਨੀ ਸੈਨਾ ਵਿੱਚ ਇੱਕ ਮਹਾਮਾਰੀ ਫੈਲ ਗਈ। ਈਰਾਨੀਆਂ ਦੇ ਬਾਦਸ਼ਾਹ ਜਰਕਜ਼ੀਜ਼ ਨੇ ਹਿਪੋਕਰੇਟਿਸ ਨੂੰ ਕਿਹਾ ਕਿ ਜੋ ਇਸ ਬਿਮਾਰੀ ਦਾ ਠੀਕ ਇਲਾਜ ਲੱਭ ਦੇਵੇ ਤਾਂ ਉਹ ਮੂੰਹ ਮੰਗਿਆ ਇਨਾਮ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦਿਨਾਂ ਵਿੱਚ ਯੂਨਾਨ ਤੇ ਈਰਾਨ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ। ਇਸ ਲਈ ਹਿਪੋਕਰੇਟਿਸ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੇਰੀ ਅਣਖ ਮੈਨੂੰ ਆਗਿਆ ਨਹੀਂ ਦਿੰਦੀ ਕਿ ਮੈਂ ਆਪਣੇ ਦੇਸ਼ ਦੇ ਵੈਰੀ ਨੂੰ ਸਹਾਇਤਾ ਦੇ ਕੇ ਧਨ ਪ੍ਰਾਪਤ ਕਰਾਂ। ਹਿਪੋਕਰੇਟਿਸ ਦਾ ਵਿਚਾਰ ਸੀ ਕਿ ਸਰੀਰਕ ਅੰਗਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਹਿਕਮਤ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਬਾਅਦ ਵਿੱਚ ਹਕੀਮ ਹਿਕਮਤ ਦੇ ਇਸ ਜ਼ਰੂਰੀ ਪੱਖ ਵੱਲੋਂ ਅਵੇਸਲੇ ਹੋ ਗਏ ਤੇ ਕਈ ਸਦੀਆਂ ਤੱਕ ਜ਼ਖਮਾਂ ਦੇ ਚੀਰ ਫਾੜ ਦਾ ਕੰਮ ਨਾਈਆਂ ਦੇ ਹੱਥ ਵਿੱਚ ਰਿਹਾ। 1547 ਵਿੱਚ ਹੈਨਰੀ 8ਵੇਂ ਨੇ ਚੀਰ ਫਾੜ ਦੇ ਵਿਰੁੱਧ ਨਾਈਆਂ ਤੇ ਪਾਬੰਦੀ ਲਾ ਦਿੱਤੀ। ਹੁਣ ਉਹਨਾਂ ਨੂੰ ਕੇਵਲ ਫਸਦ ਖੋਲ੍ਹਣ ਲਈ ਜਾਂ ਦੰਦ ਕੱਢਣ ਦੀ ਹੀ ਆਗਿਆ ਸੀ। ਹਿਪੋਕਰੇਟਿਸ ਦੀ ਲਿਖੀ ਹੋਈ ਸਹੁੰ ਅੱਜ ਤੱਕ ਡਾਕਟਰੀ ਦੇ ਹਰ ਵਿਦਿਆਰਥੀ ਨੂੰ ਚੁੱਕਣੀ ਪੈਂਦੀ ਹੈ। ਉਹ ਇਸ ਪ੍ਰਕਾਰ ਹੈ, ਮੈਂ ਸਹੁੰ ਖਾਂਦਾ ਹਾਂ ਕਿ ਮੈਂ ਮਰੀਜ਼ ਦਾ ਇਲਾਜ ਪੂਰੀ ਅਕਲ ਤੇ ਸੂਝ-ਬੂਝ ਨਾਲ ਕਰਾਂਗਾ। ਮੈਂ ਜਾਣ-ਬੁੱਝ ਕੇ ਕਿਸੇ ਮਰੀਜ਼ ਦਾ ਨੁਕਸਾਨ ਨਹੀਂ ਕਰਾਂਗਾ। ਮਰੀਜ਼ ਦੇ ਕਹਿਣ ਦੇ ਬਾਵਜੂਦ ਵੀ ਮੈਂ ਉਹਨੂੰ ਕੋਈ ਜ਼ਹਿਰੀਲੀ ਦਵਾਈ ਨਹੀਂ ਦੇਵਾਂਗਾ। ਮੈਂ ਜਿਸ ਕਿਸੇ ਦੇ ਘਰ ਵਿੱਚ ਵੀ ਪੈਰ ਰੱਖਾਂ ਮੇਰੀ ਮਨਸ਼ਾ ਕੇਵਲ ਮਰੀਜ਼ ਦਾ ਦੁੱਖ ਦੂਰ ਕਰਨਾ ਹੋਏਗਾ। ਆਪਣੇ ਕੰਮ ਦੇ ਦੌਰਾਨ ਜੇ ਮੈਂ ਐਸੀ ਕੋਈ ਚੀਜ਼ ਵੇਖਾਂ ਜਾਂ ਸੁਣਾ ਜੋ ਦੂਜਿਆਂ ਨੂੰ ਦੱਸਣ ਦੇ ਯੋਗ ਨਾ ਹੋਵੇ ਤਾਂ ਮੈਂ ਨਹੀਂ ਦੱਸਾਂਗਾ। ਹਿਪੋਕਰੇਟਿਸ ਨੇ ਚੀਰ ਫਾੜ ਦੇ ਅਤੇ ਦਵਾਈਆਂ ਦੇਣ ਦੇ ਕੰਮਾਂ ਨੂੰ ਅਲੱਗ-ਅਲੱਗ ਕਰ ਦਿੱਤਾ ਸੀ। ਉਹ ਚੀਰ ਫਾੜ ਕਰਨ ਵਾਲੇ ਡਾਕਟਰ ਨੂੰ ਕੇਵਲ ਦਵਾਈਆਂ ਦੇਣ ਵਾਲੇ ਡਾਕਟਰ ਤੋਂ ਉੱਚੀ ਪਦਵੀ ਦਿੰਦਾ ਸੀ। ਹਿਪੋਕਰੇਟਿਸ ਹਿਕਮਤ ਦਾ ਪਿਤਾ ਮੰਨਿਆ ਜਾਂਦਾ ਹੈ। ਉਹਦਾ ਕਥਨ ਸੀ ਕਿ ਬਿਮਾਰੀ ਦਾ ਕਾਰਨ ਦੇਵਤੇ ਨਹੀਂ ਸਗੋਂ ਮਰੀਜ਼ ਦਾ ਆਲਾ ਦੁਆਲਾ ਹੁੰਦਾ ਹੈ। ਮਰੀਜ਼ ਦਾ ਇਲਾਜ ਕਰਨ ਲਈ ਬਿਮਾਰੀ ਦੇ ਚਿੰਨ੍ਹ ਵੇਖਣੇ ਚਾਹੀਦੇ ਹਨ। ਪਹਿਲਾਂ ਮਰੀਜ਼ ਦੀਆਂ ਅੱਖਾਂ ਦਾ, ਚਮੜੀ ਦਾ ਤੇ ਫਿਰ ਉਹਦੇ ਸਰੀਰ ਦੇ ਤਾਪਮਾਨ, ਉਹਦੀ ਭੁੱਖ, ਟੱਟੀ ਅਤੇ ਪਿਸ਼ਾਬ ਦਾ ਮੁਆਇਨਾ ਕਰਨਾ ਚਾਹੀਦਾ ਹੈ। ਇਹਨਾਂ ਗੱਲਾਂ ਵਿੱਚ ਆਈ ਤਬਦੀਲੀ ਦਾ ਹਰ ਰੋਜ਼ ਚਾਰਟ ਬਣਾਉਣਾ ਚਾਹੀਦਾ ਹੈ। ਉਹਦਾ ਇਹ ਵੀ ਵਿਚਾਰ ਸੀ ਕਿ ਕਈ ਬਿਮਾਰੀਆਂ ਮੌਸਮੀ ਹੁੰਦੀਆਂ ਹਨ, ਜਿਵੇਂ ਜ਼ੁਕਾਮ ਜੋ ਆਮ ਤੌਰ 'ਤੇ ਸਰਦੀਆਂ ਵਿੱਚ ਹੀ ਹੁੰਦਾ ਹੈ। ਉਹਦੇ ਹੇਠ ਲਿਖੇ ਕਥਨ ਬੜੇ ਮਹੱਤਵਪੂਰਨ ਹਨ। ਬਹੁਤ ਮੋਟੇ ਆਦਮੀਆਂ ਨਾਲੋਂ ਪਤਲੇ ਆਦਮੀ ਆਮ ਤੌਰ 'ਤੇ ਜ਼ਿਆਦਾ ਚਿਰ ਜਿਉਂਦੇ ਹਨ। ਬੁੱਢੇ ਮਨੁੱਖਾਂ ਨੂੰ ਜਵਾਨਾਂ ਨਾਲੋਂ ਘੱਟ ਖੁਰਾਕ ਦੀ ਲੋੜ ਪੈਂਦੀ ਹੈ। ਸਰਦੀਆਂ ਨਾਲੋਂ ਗਰਮੀਆਂ ਵਿੱਚ ਘੱਟ ਖਾਓ। ਪਤਲੇ ਆਦਮੀ ਬੇਸ਼ੱਕ ਘੱਟ ਭੋਜਨ ਖਾਣ
पर उस भोजन ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ। ਮੋਟੇ ਆਦਮੀ ਬੇਸ਼ੱਕ ਜ਼ਿਆਦਾ ਖਾਣ, ਪਰ ਉਹਨਾਂ ਦੇ ਭੋਜਨ ਵਿੱਚ ਚਰਬੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ। ਅੱਧਾ ਪਾਣੀ ਅੱਧੀ ਸ਼ਰਾਬ ਮਿਲਾ ਕੇ ਪੀਣ ਨਾਲ ਚਿੰਤਾ, ਥਕਾਵਟ ਤੇ ਸਰਦੀ ਦੂਰ ਹੋ ਜਾਂਦੀ ਹੈ। ਅਰਿਸਤੂ ਜਾਂ ਅਰਿਸਟੋਟਲ। ਅਰਿਸਤੂ 384 ਪੂਰਵੀ ਈਸਵੀ ਵਿੱਚ ਯੂਨਾਨ ਦੇ ਸ਼ਹਿਰ ਸਟੈਗਰਾ ਵਿੱਚ ਪੈਦਾ ਹੋਇਆ। ਇਹਦਾ ਪਿਤਾ ਸਿਕੰਦਰ ਆਜ਼ਮ ਦੇ ਦਾਦੇ ਦੇ ਦਰਬਾਰ ਵਿੱਚ ਸ਼ਾਹੀ ਹਕੀਮ ਸੀ। ਆਪਣੇ ਪਿਤਾ ਦੇ ਅਸਰ ਹੇਠ ਇਹਦਾ ਵਿਗਿਆਨ ਵੱਲ ਝੁਕਾਅ ਹੋ ਗਿਆ। 17 ਸਾਲ ਦੀ ਉਮਰ ਵਿੱਚ ਇਹ ਯੂਨਾਨ ਦੀ ਰਾਜਧਾਨੀ ਏਥਨ ਵਿੱਚ, ਜੋ ਉਸ ਵਕਤ ਸਿੱਖਿਆ ਦਾ ਇੱਕ ਵੱਡਾ ਕੇਂਦਰ ਸੀ, ਪੜ੍ਹਾਈ ਲਈ ਗਿਆ ਤੇ ਆਪਣੇ ਗੁਰੂ ਪਲੇਟੋ ਜਾਂ ਅਫਲਾਤੂ ਦੀ ਨਿਗਰਾਨੀ ਹੇਠ ਸਿੱਖਿਆ ਪ੍ਰਾਪਤ ਕਰਦਾ ਰਿਹਾ। ਇਹ ਆਜ਼ਾਦ ਤਬੀਅਤ ਦਾ ਬੰਦਾ ਸੀ। ਇਹ ਉਸੇ ਚੀਜ਼ ਨੂੰ ਠੀਕ ਸਮਝਦਾ ਸੀ ਜੋ ਇਹਦੇ ਮਨ ਨੂੰ ਜੱਚਦੀ ਸੀ। ਇਹਦਾ ਕਈਆਂ ਗੱਲਾਂ ਵਿੱਚ ਆਪਣੇ ਗੁਰੂ ਅਫਲਾਤੂ ਨਾਲ ਵੀ ਡੂੰਘਾ ਮਤਭੇਦ ਹੁੰਦਾ ਸੀ। ਜਦੋਂ ਇਹ ਵੱਡਾ ਹੋਇਆ, ਇਹਨੂੰ ਸਿਕੰਦਰ ਦੇ ਪਿਤਾ ਫਿਲਿਪ ਨੇ ਆਪਣੇ ਲੜਕੇ ਦੀ ਸਿੱਖਿਆ ਲਈ ਆਪਣੇ ਦਰਬਾਰ ਵਿੱਚ ਬੁਲਾ ਲਿਆ। ਸਿਕੰਦਰ ਆਪਣੇ ਗੁਰੂ ਦੀ ਦੇਣ ਸਾਰੀ ਉਮਰ ਨਾ ਭੁੱਲਿਆ ਤੇ ਵਿਗਿਆਨ ਦੇ ਵਾਧੇ ਲਈ ਅਰਸਤੂ ਨੂੰ ਗਾਹੇ ਬਗਾਹੇ ਖਾਸੀ ਮਾਇਕ ਸਹਾਇਤਾ ਦਿੰਦਾ ਰਿਹਾ। ਕਹਿੰਦੇ ਹਨ ਕਿ ਅਰਸਤੂ ਨੇ ਲਗਭਗ 1400 ਪੁਸਤਕਾਂ ਲਿਖੀਆਂ। ਅਰਸਤੂ ਦੇ ਜੀਵਨ ਦਾ ਕੋਈ ਪੱਖ ਨਹੀਂ ਛੱਡਿਆ ਜਿਸ ਬਾਰੇ ਇਹਨੇ ਆਪਣੀਆਂ ਪੁਸਤਕਾਂ ਵਿੱਚ ਵਿਚਾਰ ਨਾ ਲਿਖੇ ਹੋਣ। ਇਹਨੇ 1000 ਚੇਲੇ ਛੱਡੇ ਹੋਏ ਸਨ ਜੋ ਯੂਨਾਨ ਅਤੇ ਏਸ਼ੀਆ ਵਿੱਚ ਫਿਰਦੇ ਫਿਰਾਂਦੇ ਨਵੀਆਂ ਕਿਸਮਾਂ ਦੇ ਜੀਵਾਂ ਅਤੇ ਚੀਜ਼ਾਂ ਦੇ ਨਮੂਨੇ ਇਹਨੂੰ ਭੇਜਦੇ ਰਹਿੰਦੇ ਸਨ। ਉਹ ਆਪ ਵੀ ਬਹੁਤ ਸਮਾਂ ਸਮੁੰਦਰ ਦੇ ਕੰਢੇ ਸਮੁੰਦਰੀ ਜੀਵਾਂ ਦੀ ਖੋਜ ਵਿੱਚ ਬਤੀਤ ਕਰਦਾ ਸੀ। ਉਹਦੀਆਂ ਲਿਖੀਆਂ ਗੱਲਾਂ ਹਾਲੀ ਵੀ ਠੀਕ ਸਾਬਤ ਹੋ ਰਹੀਆਂ ਹਨ। ਉਹ ਪਹਿਲਾ ਵਿਗਿਆਨਕ ਸੀ ਜਿਸ ਨੇ ਦੱਸਿਆ ਕਿ ਰੱਬ ਦੀ ਰਚਨਾ ਖਾਸ ਕੁਦਰਤੀ ਨਿਯਮਾਂ 'ਤੇ ਆਧਾਰਿਤ ਹੈ। ਆਸ-ਪਾਸ ਦੀ ਦੁਨੀਆ ਨਾਲ ਗੌਰ ਨਾਲ ਵੇਖਣ ਤੇ ਪ੍ਰਯੋਗਸ਼ਾਲਾ ਵਿੱਚ ਤਜਰਬਾ ਕਰਕੇ ਠੀਕ ਸਿੱਟਿਆਂ 'ਤੇ ਪਹੁੰਚਣ ਨਾਲ ਉਹਨਾਂ ਕਾਨੂੰਨਾਂ ਦੀ ਜਾਣਕਾਰੀ ਹੋ ਸਕਦੀ ਹੈ। ਅਰਿਸਤੂ ਨੇ ਜ਼ਿਆਦਾ ਖੋਜ ਬਾਇਓਲੋਜੀ ਵਿੱਚ ਕੀਤੀ। ਇਹ ਪਹਿਲਾ ਵਿਗਿਆਨਕ ਸੀ ਜਿਸ ਨੇ ਜਾਨਵਰਾਂ ਦੀ ਚੀਰ-ਫਾੜ ਕਰਕੇ ਉਹਨਾਂ ਦੀ ਅੰਦਰੂਨੀ ਬਣਾਵਟ ਦੇ ਭੇਦ ਦੱਸੇ। ਉਹਦਾ ਵਿਚਾਰ ਸੀ ਦੁਨੀਆ 4 ਤੱਤਾਂ ਪਾਣੀ, ਹਵਾ, ਅੱਗ ਅਤੇ ਮਿੱਟੀ ਦੀ ਬਣੀ ਹੋਈ ਹੈ। ਆਕਾਸ਼ 5ਵੇਂ ਤੱਤ ਦਾ ਬਣਿਆ ਹੋਇਆ ਹੈ। ਧਰਤੀ ਦੇ 4 ਤੱਤ ਜਾਂ ਥੱਲੇ ਵੱਲ ਜਾਂਦੇ ਹਨ ਜਾਂ ਉੱਪਰ ਵੱਲ, ਜਿਵੇਂ ਹਵਾ ਅਤੇ ਅੱਗ ਉੱਪਰ ਵੱਲ, ਪਾਣੀ ਅਤੇ ਮਿੱਟੀ ਥੱਲੇ ਵੱਲ ਜਾਂਦੇ ਹਨ। ਪਰ ਆਕਾਸ਼ੀ ਤੱਤ ਗੋਲ ਦਾਇਰੇ ਵਿੱਚ ਘੁੰਮਦਾ ਹੈ। ਉਹਦੇ ਇਹ ਵਿਚਾਰ ਗਲਤ ਸਾਬਤ ਹੋਏ ਹਨ। ਆਰਕੀਮੀਡੀਜ਼ ਜਾਂ ਅਰਸ਼ਮਿਦਾਸ। ਆਰਕੀਮੀਡੀਜ਼ ਰੂਮ ਸਾਗਰ ਦੇ ਪ੍ਰਸਿੱਧ ਸਿਸਲੀ ਨਾਂ ਦੇ ਟਾਪੂ ਵਿੱਚ ਪੈਦਾ ਹੋਇਆ। ਇਸ ਦਾ ਜਨਮ ਲਗਭਗ 287 ਪੂਰਵੀ ਈਸਵੀ ਵਿੱਚ ਹੋਇਆ। ਇਹ ਇੱਕ ਯੂਨਾਨੀ ਵਿਗਿਆਨਕ ਫੀਡੀਅਸ ਦਾ ਲੜਕਾ ਸੀ। ਇਹਨੇ ਸਿਕੰਦਰੀਆ ਦੇ ਪ੍ਰਸਿੱਧ ਸਿੱਖਿਆ ਕੇਂਦਰ ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਹਨੇ ਆਪਣੇ ਸਾਰਾ ਜੀਵਨ ਫਿਲਾਸਫੀ ਅਤੇ ਗਣਿਤ ਵਿੱਦਿਆ ਦੀ ਪ੍ਰਾਪਤੀ ਵਿੱਚ ਲਾ ਦਿੱਤਾ। ਇਹਨੇ ਤਜਰਬੇ ਕਰਕੇ ਉਹਨਾਂ ਤੋਂ ਵਿਗਿਆਨਕ ਸਿਧਾਂਤਾਂ ਨੂੰ ਲੱਭਿਆ। ਉਹਨਾਂ ਸਿਧਾਂਤਾਂ ਦੀ ਮਦਦ ਨਾਲ ਇਹਨੇ ਕਈ ਉਲਝਣਾਂ ਨੂੰ ਹੱਲ ਕੀਤਾ। ਇਸ ਦੇ ਬਾਰੇ ਵਿੱਚ ਇੱਕ ਕਹਾਣੀ ਬੜੀ ਮਸ਼ਹੂਰ ਹੈ। ਉਸ ਸਮੇਂ ਦੇ ਸਿਸਲੀ ਦੇ ਰਾਜੇ ਹੀਰੋ ਨੇ ਦੂਜੇ ਸ਼ਾਹੀ ਸੁਨਿਆਰੇ ਨੂੰ ਆਪਣੇ ਲਈ ਇੱਕ ਨਵਾਂ ਤਾਜ ਬਣਾਉਣ ਦਾ ਹੁਕਮ ਦਿੱਤਾ ਤੇ ਨਾਲ ਹੀ ਤਾਜ ਬਣਾਉਣ ਲਈ ਸੋਨਾ ਵੀ ਦਿੱਤਾ। ਜਦ ਤਾਜ ਬਣ ਕੇ ਆਇਆ ਤਾਂ ਬਾਦਸ਼ਾਹ ਨੂੰ ਸ਼ੱਕ ਪੈ ਗਿਆ ਕਿ ਸੁਨਿਆਰੇ ਨੇ ਤਾਜ ਵਿੱਚ ਖੋਟ ਮਿਲਾ ਕੇ ਕੁਝ ਸੋਨਾ ਰੱਖ ਲਿਆ ਹੈ। ਇਸ ਸ਼ੱਕ ਨੂੰ ਦੂਰ ਕਰਨ ਦਾ ਇੱਕੋ ਤਰੀਕਾ ਸੀ, ਉਹ ਇਹ ਸੀ ਤਾਜ ਨੂੰ ਪਿਘਲਾ ਕੇ ਇੱਕ ਕਣਕਾਰ ਦੇ ਰੂਪ ਵਿੱਚ ਢਾਲ ਲਿਆ ਜਾਵੇ ਤੇ ਉਸ ਦਾ ਭਾਰ ਤੋਲਿਆ ਜਾਵੇ। ਸੋਨਾ ਉਸੇ ਸਮਾਈ ਦੀ ਚਾਂਦੀ ਕੋਲੋਂ ਜ਼ਿਆਦਾ ਭਾਰਾ ਹੁੰਦਾ ਹੈ। ਖੋਟ ਵਾਲੇ ਸੋਨੇ ਦਾ ਭਾਰ ਉਸੇ ਸਮਾਈ ਵਾਲੇ ਅਸਲੀ ਸੋਨੇ ਦੇ ਭਾਰ ਕੋਲੋਂ ਘੱਟ ਹੋਣ 'ਤੇ ਸੁਨਿਆਰੇ ਦੀ ਬੇਈਮਾਨੀ ਪਕੜੀ ਜਾ ਸਕਦੀ ਸੀ। ਪਰ ਬਾਦਸ਼ਾਹ ਤਾਜ ਨੂੰ ਤੋੜਨਾ ਨਹੀਂ ਸੀ ਚਾਹੁੰਦਾ। ਇਸ ਲਈ ਸਵਾਲ ਇਹ ਸੀ ਕਿ ਤਾਜ ਨੂੰ ਤੋੜੇ ਬਿਨਾਂ ਹੀ ਖੋਟ ਦੀ ਮਾਤਰਾ ਕਿਵੇਂ ਪਤਾ ਕੀਤੀ ਜਾਵੇ। ਇਸ ਸਵਾਲ ਨੂੰ ਹੱਲ ਕਰਨ ਲਈ ਬਾਦਸ਼ਾਹ ਨੇ ਆਰਕੀਮੀਡੀਜ਼ ਨੂੰ ਕਿਹਾ। ਆਰਕੀਮੀਡੀਜ਼ ਨੇ ਬੜਾ ਸੋਚਿਆ। ਅਚਾਨਕ ਇੱਕ ਦਿਨ ਉਹ ਇਸ਼ਨਾਨ ਕਰਨ ਲਈ ਟੱਪ ਵਿੱਚ ਵੜਿਆ ਤਾਂ ਪਾਣੀ ਟੱਪ ਵਿੱਚ ਕੁਝ ਉੱਚਾ ਚੜ੍ਹ ਗਿਆ। ਇਹ ਵੇਖ ਕੇ ਆਰਕੀਮੀਡੀਜ਼ ਨੂੰ ਚੀਜ਼ਾਂ ਦੀ ਸਮਾਈ ਕਰਨ ਦਾ ਇੱਕ ਨਵਾਂ ਢੰਗ ਫੁਰਿਆ। ਉਹਨੇ ਇੱਕ ਖੁੱਲ੍ਹੇ ਭਾਂਡੇ ਵਿੱਚ ਪਾਣੀ ਨੱਕੋ ਨੱਕ ਭਰ ਕੇ ਉਸ ਵਿੱਚ ਤਾਜ ਨੂੰ ਲਟਕਾ ਦਿੱਤਾ। ਤਾਜ ਦੇ ਪਾਣੀ ਵਿੱਚ ਜਾਣ ਨਾਲ ਕੁਝ ਪਾਣੀ ਭਾਂਡੇ ਵਿੱਚੋਂ ਬਾਹਰ ਨਿਕਲ ਗਿਆ। ਇਹ ਸੀ ਤਾਜ ਦੀ ਸਮਾਈ। ਜਿੰਨਾ ਪਾਣੀ ਡੁੱਲੇ ਪਾਣੀ ਜਿੰਨੀ ਸਮਾਈ ਦਾ ਸੋਨਾ ਲੈ ਕੇ ਜਦ ਤੋਲਿਆ ਗਿਆ ਤਾਂ ਉਹਦਾ ਭਾਰ ਤਾਜ ਦੇ ਭਾਰ ਕੋਲੋਂ ਵੱਧ ਨਿਕਲਿਆ। ਇਸ ਤਰ੍ਹਾਂ ਇਹ ਪਤਾ ਲੱਗ ਗਿਆ ਕਿ ਤਾਜ ਵਿੱਚ ਖੋਟ ਹੈ। ਇਸ 'ਤੇ ਸੁਨਿਆਰੇ ਨੂੰ ਬੇਈਮਾਨੀ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ। ਉਸ ਸਮੇਂ ਤੋਂ ਵਿਗਿਆਨਕ ਕਿਸੇ ਚੀਜ਼ ਦੀ ਘਣਤਾ ਕੱਢਣ ਦਾ ਇਹੀ ਢੰਗ ਵਰਤਦੇ ਹਨ। ਇਸੇ ਸੰਬੰਧ ਰੱਖਦੀ ਪਾਣੀ ਵਿੱਚ ਤਰਾਉਣ ਸ਼ਕਤੀ ਦਾ ਅਸੂਲ ਹੈ। ਆਰਕੀਮੀਡੀਜ਼ ਨੇ ਦੇਖਿਆ ਕਿ ਪਾਣੀ ਹਰ ਇੱਕ ਚੀਜ਼ ਨੂੰ ਉੱਪਰ ਵੱਲ ਚੁੱਕਦਾ ਹੈ, ਜਿਸ ਕਾਰਨ ਕਈ ਚੀਜ਼ਾਂ ਪਾਣੀ ਵਿੱਚ ਨਹੀਂ ਡੁੱਬਦੀਆਂ। ਜਿਵੇਂ ਲੱਕੜੀ। ਡੂੰਘੀ ਸੋਚ ਵਿਚਾਰ ਤੋਂ ਪਿੱਛੋਂ ਉਹਨੂੰ ਪਤਾ ਲੱਗਾ ਕਿ ਪਾਣੀ ਹਰ ਚੀਜ਼ ਨੂੰ ਜੋ ਉਸ ਵਿੱਚ ਸੁੱਟੀ ਜਾਏ ਉਤਨੀ ਸ਼ਕਤੀ ਨਾਲ ਚੁੱਕਦਾ ਹੈ ਜਿਤਨੀ ਸ਼ਕਤੀ ਨਾਲ ਉਸ ਦੇ ਹਟਾਏ ਹੋਏ ਪਾਣੀ ਦੇ ਭਾਰ ਵਿੱਚ ਹੁੰਦੀ ਹੈ। ਜੇ ਉਸ ਚੀਜ਼ ਦਾ ਭਾਰ ਉਸ ਦੇ ਹਟਾਏ ਹੋਏ ਪਾਣੀ ਦੇ ਭਾਰ ਦੇ ਬਰਾਬਰ ਹੋਏ
ਤਾਂ ਉਹ ਚੀਜ਼ ਤਰਦੀ ਰਹਿੰਦੀ ਹੈ, ਜੇ ਵੱਧ ਹੋਏ ਤਾਂ ਉਹ ਡੁੱਬ ਜਾਂਦੀ ਹੈ। ਅਸੀਂ ਵੀ ਇਸ ਤਰ੍ਹਾਂ ਤਰ ਸਕਦੇ ਹਾਂ। ਉਸ ਪਾਣੀ ਦਾ ਭਾਰ ਜੋ ਸਾਡਾ ਸਰੀਰ ਹਟਾਉਂਦਾ ਹੈ ਸਾਡੇ ਸਰੀਰ ਦੇ ਭਾਰ ਦੇ ਬਰਾਬਰ ਹੁੰਦਾ ਹੈ। ਡੁੱਬਕੀਆਂ ਕਿਸ਼ਤੀਆਂ ਵੀ ਆਰਕੀਮੀਡੀਜ਼ ਦੇ ਅਸੂਲ 'ਤੇ ਬਣੀਆਂ ਹਨ। ਲਿਵਰ ਦਾ ਸਿਧਾਂਤ ਵੀ ਆਰਕੀਮੀਡੀਜ਼ ਦੀ ਦੇਣ ਹੈ। ਲਿਵਰ ਇੱਕ ਲੰਮੀ ਸਾਰੀ ਸੀਖ ਨੂੰ ਕਹਿੰਦੇ ਹਨ ਜੋ ਭਾਰ ਦੇ ਦਬਾਅ ਥੱਲੇ ਨਾ ਮੁੜੇ। ਲਿਵਰ ਸਭ ਤੋਂ ਸਧਾਰਨ ਕਿਸਮ ਦੇ ਮਸ਼ੀਨ ਹੈ। ਲਿਵਰ ਦੀ ਮਦਦ ਨਾਲ ਇੱਕ ਮਨੁੱਖ ਆਪਣੀ ਤਾਕਤ ਨੂੰ ਕਈ ਗੁਣਾ ਵਧਾ ਕੇ ਇੱਕ ਬਹੁਤ ਭਾਰੀ ਚੀਜ਼ ਚੁੱਕ ਸਕਦਾ ਹੈ, ਜਿਸ ਨੂੰ ਉਹ ਸਧਾਰਨ ਤਰੀਕੇ ਨਾਲ ਚੁੱਕਣ ਤੋਂ ਅਸਮਰੱਥ ਹੁੰਦਾ ਹੈ। ਸੀਖ ਦਾ ਇੱਕ ਸਿਰਾ ਚੁੱਕੀ ਜਾਣ ਵਾਲੀ ਚੀਜ਼ ਦੇ ਥੱਲੇ ਰੱਖਿਆ ਜਾਂਦਾ ਹੈ ਅਤੇ ਦੂਜੇ ਸਿਰੇ 'ਤੇ ਮਨੁੱਖ ਆਪਣੀ ਸ਼ਕਤੀ ਵਰਤਦਾ ਹੈ। ਇਸ ਸੀਖ ਨੂੰ ਇਸ ਦੇ ਦੋਹਾਂ ਸਿਰਿਆਂ ਦੇ ਵਿਚਕਾਰ ਇੱਕ ਉੱਚੀ ਚੀਜ਼ 'ਤੇ ਟਿਕਾਇਆ ਜਾਂਦਾ ਹੈ। ਜਦ ਅਸੀਂ ਆਪਣੀ ਸ਼ਕਤੀ ਵਰਤ ਕੇ ਸੀਖ ਨੂੰ ਥੱਲੇ ਵੱਲ ਦਬਾਉਂਦੇ ਹਾਂ ਤਾਂ ਇਸ ਦਾ ਦੂਜਾ ਸਿਰਾ ਇਸ ਨੂੰ ਉੱਪਰ ਵੱਲ ਚੁੱਕਦਾ ਹੈ। ਜੇ ਟੇਕ ਬਿੰਦੂ ਅਤੇ ਸ਼ਕਤੀ ਬਿੰਦੂ ਦਾ ਆਪਸ ਵਿੱਚ ਫਾਸਲਾ ਟੇਕ ਬਿੰਦੂ ਅਤੇ ਭਾਰੇ ਬਿੰਦੂ ਦੇ ਆਪਸੀ ਫਾਸਲੇ ਦੇ ਮੁਕਾਬਲੇ ਵਿੱਚ 10 ਗੁਣਾ ਹੋਵੇ ਤਾਂ ਅਸੀਂ ਲਿਵਰ ਦੀ ਮਦਦ ਨਾਲ 100 ਪੌਂਡ ਜਿੰਨੀ ਸ਼ਕਤੀ ਵਰਤ ਕੇ 1000 ਪੌਂਡ ਦਾ ਭਾਰ ਸਹਿਲ ਹੀ ਚੁੱਕ ਸਕਦੇ ਹਾਂ। ਇਸੇ ਕਰਕੇ ਹੀ ਆਰਕੀਮੀਡੀਜ਼ ਨੇ ਇਹ ਪ੍ਰਸਿੱਧ ਸ਼ਬਦ ਕਹੇ ਸਨ, ਜੇ ਮੈਨੂੰ ਧਰਤੀ ਤੋਂ ਕੁਝ ਦੂਰੀ 'ਤੇ ਖੜੇ ਹੋਣ ਦੀ ਥਾਂ ਮਿਲ ਜਾਏ ਤਾਂ ਮੈਂ ਲਿਵਰ ਦੀ ਮਦਦ ਨਾਲ ਧਰਤੀ ਨੂੰ ਵੀ ਚੁੱਕ ਸਕਾਂਗਾ। ਕੁਝ ਸਮੇਂ ਪਿੱਛੋਂ ਇੱਕ ਰੋਮਨ ਜਰਨੈਲ ਮਾਰਸੈਲਸ ਨੇ ਸਿਸਲੀ 'ਤੇ ਚੜ੍ਹਾਈ ਕਰ ਦਿੱਤੀ। ਉਹਨੇ ਆਪਣੇ ਸਿਪਾਹੀਆਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣ ਦਾ ਹੁਕਮ ਦਿੱਤਾ ਕਿ ਆਰਕੀਮੀਡੀਜ਼ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ, ਪਰ ਕਿਸੇ ਗਲਤ ਫਹਿਮੀ ਕਾਰਨ ਉਹ ਇੱਕ ਰੋਮਨ ਸਿਪਾਹੀ ਦੇ ਹੱਥੋਂ ਮਾਰਿਆ ਗਿਆ। ਇਸ 'ਤੇ ਰੋਮਨ ਜਨਰਲ ਬੜਾ ਦੁਖੀ ਹੋਇਆ। ਉਹਨੇ ਆਰਕੀਮੀਡੀਜ਼ ਦਾ ਬੜੇ ਸਨਮਾਨ ਨਾਲ ਸੰਸਕਾਰ ਕੀਤਾ ਅਤੇ ਉਹਦੀ ਕਬਰ 'ਤੇ ਇੱਕ ਯਾਦਗਾਰ ਬਣਵਾਈ। ਆਰਕੀਮੀਡੀਜ਼ ਸੱਚਮੁੱਚ ਇੱਕ ਮਹਾਨ ਵਿਗਿਆਨਿਕ ਸੀ। ਗੈਲਨ ਦੁਨੀਆ ਦੇ ਪ੍ਰਸਿੱਧ ਵਿਗਿਆਨਕਾਂ ਵਿੱਚੋਂ ਹੋਇਆ ਹੈ। ਇਹ ਚੀਰ ਫਾੜ ਦੀ ਹਿਕਮਤ ਵਿੱਚ ਪ੍ਰਬੀਨ ਸੀ। ਇਹਦੀ ਇਸ ਵਿਸ਼ੇ 'ਤੇ ਲਿਖੀ ਹੋਈ ਕਿਤਾਬ 1500 ਸਾਲ ਤੱਕ ਚੀਰ ਫਾੜ ਦੀ ਹਿਕਮਤ ਦਾ ਚਾਨਣ ਮੁਨਾਰਾ ਕਰ ਰਹੀ ਹੈ। ਗੈਲਨ 129 ਈਸਵੀ ਵਿੱਚ ਪਰਗੇਮਮ ਦੇ ਸ਼ਹਿਰ ਵਿੱਚ ਪੈਦਾ ਹੋਇਆ। ਪ੍ਰਾਚੀਨ ਕਾਲ ਵਿੱਚ ਇਹ ਸ਼ਹਿਰ ਏਸ਼ੀਆ ਮਾਈਨਰ ਜਾਂ ਤੁਰਕੀ ਵਿੱਚ ਸੀ, ਜੋ ਉਹਨਾਂ ਸਮਿਆਂ ਵਿੱਚ ਰੋਮਨ ਸਾਮਰਾਜ ਦਾ ਇੱਕ ਬੜਾ ਖੁਸ਼ਹਾਲ ਇਲਾਕਾ ਸੀ। ਗੈਲਨ ਦਾ ਪਿਤਾ ਯੂਨਾਨੀ ਸੀ ਅਤੇ ਜਿਓਮੈਟਰੀ, ਗਣਿਤ ਅਤੇ ਖਗੋਲ ਵਿਗਿਆਨ ਵਿੱਚ ਬੜੀ ਵਿਦਵਤਾ ਰੱਖਦਾ ਸੀ। ਗੈਲਨ ਦੇ ਜੀਵਨ 'ਤੇ ਆਪਣੇ ਪਿਤਾ ਦਾ ਡੂੰਘਾ ਪ੍ਰਭਾਵ ਸੀ। ਉਹ ਗੈਲਨ ਨੂੰ ਸਿੱਖਿਆ ਦਿੰਦਾ ਹੁੰਦਾ ਸੀ ਕਿ ਹਰ ਇੱਕ ਚੀਜ਼ ਨੂੰ ਧਿਆਨ ਨਾਲ ਸੁਣੋ ਅਤੇ ਵੇਖੋ, ਪਰ ਅਕਲ ਆਪਣੀ ਵਰਤੋ ਅਤੇ ਸੱਚ ਤੋਂ ਬਿਨਾਂ ਹੋਰ ਕਿਸੇ ਦੇ ਮਗਰ ਨਾ ਲੱਗੋ। ਉਹਦੀ ਮਾਤਾ ਬੜੀ ਲੜਾਕੀ ਅਤੇ ਤੇਜ਼ ਤਬੀਅਤ ਦੀ ਇਸਤਰੀ ਸੀ। ਉਹਨੇ ਆਪਣੀ ਮਾਤਾ ਦੀਆਂ ਖਾਮੀਆਂ ਤੋਂ ਸਬਕ ਸਿੱਖਿਆ ਅਤੇ ਸਹਿਨਸ਼ੀਲਤਾ, ਸਬਰ, ਸਿਦਕ ਅਤੇ ਬੋਲੀ ਵਿੱਚ ਮਿਠਾਸ ਆਪਣੇ ਜੀਵਨ ਦੇ ਅੰਗ ਬਣਾਏ। ਉਸ ਜ਼ਮਾਨੇ ਦੇ ਰਿਵਾਜ ਅਨੁਸਾਰ ਉਹਨੇ 14 ਸਾਲ ਤੱਕ ਘਰ ਹੀ ਸਿੱਖਿਆ ਪ੍ਰਾਪਤ ਕੀਤੀ। ਉਹਦੇ ਪਿਤਾ ਨੂੰ ਸੁਪਨਾ ਆਇਆ ਕਿ ਗੈਲਨ ਹਿਕਮਤ ਵਿੱਚ ਜਸ ਖੱਟੇਗਾ। ਇਸ ਸੁਪਨੇ ਦੇ ਆਧਾਰ 'ਤੇ ਹੀ ਗੈਲਨ ਦੇ ਪਿਤਾ ਨੇ ਉਹਨੂੰ ਹਿਕਮਤ ਵਿੱਚ ਸਿੱਖਿਆ ਦੇਣ ਦੀ ਠਾਣ ਲਈ। ਉਹ ਪਰਗੇਮਮ, ਸਿਮਰਨਾ ਅਤੇ ਕੋਰਿੰਥ ਵਰਗੇ ਸਿੱਖਿਆ ਕੇਂਦਰਾਂ ਵਿੱਚ 29 ਸਾਲ ਦੀ ਉਮਰ ਤੱਕ ਪੜ੍ਹਾਈ ਕਰਦਾ ਰਿਹਾ। ਇਹਨੇ ਆਪਣੇ ਸ਼ਹਿਰ ਵਾਪਸ ਆ ਕੇ ਹਿਕਮਤ ਸ਼ੁਰੂ ਕਰ ਦਿੱਤੀ। ਇਹ ਬੜਾ ਕਾਮਯਾਬ ਹਕੀਮ ਬਣਿਆ ਅਤੇ ਰੋਮਨ ਹਕੂਮਤ ਨੇ ਇਹਨੂੰ ਜਾਨਵਰਾਂ ਦਾ ਘੋਲ ਕਰਨ ਵਾਲੇ ਗੁਲਾਮਾਂ, ਜਿਨ੍ਹਾਂ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ, ਦੇਖਭਾਲ ਲਈ ਸਰਕਾਰੀ ਹਕੀਮ ਨਿਯਤ ਕੀਤਾ। ਫੱਟੜ ਹੋਏ ਗੁਲਾਮਾਂ ਦੇ ਜ਼ਖਮਾਂ ਦੀ ਆਏ ਦਿਨ ਚੀਰ ਫਾੜ ਤੋਂ ਇਹਨੇ ਚੀਰ ਫਾੜ ਦੀ ਹਿਕਮਤ ਵਿੱਚ ਬੜੀ ਜਾਣਕਾਰੀ ਪ੍ਰਾਪਤ ਕੀਤੀ। ਆਪਣੇ ਤਜਰਬਿਆਂ ਤੋਂ ਕੀਤੀ ਖੋਜ ਨੂੰ ਗੈਲਨ ਨੇ ਹਜ਼ਾਰ ਸਫ਼ੇ ਦੀ 20 ਕਿਤਾਬਾਂ ਵਿੱਚ ਅੰਕਿਤ ਕੀਤਾ। ਰੋਮਨ ਲੋਕ ਚੀਰ ਫਾੜ ਨੂੰ ਚੰਗਾ ਨਹੀਂ ਸਮਝਦੇ ਸਨ, ਇਸ ਲਈ ਇਹਨੂੰ ਬਹੁਤੇ ਤਜਰਬੇ ਬਾਂਦਰਾਂ 'ਤੇ ਹੀ ਕਰਨੇ ਪਏ। ਇਹਨੇ ਦਿਲ ਦੀ ਬਣਤਰ 'ਤੇ ਰੋਸ਼ਨੀ ਪਾਈ ਅਤੇ ਦੱਸਿਆ ਕਿ ਲਹੂ ਸਾਰੇ ਸਰੀਰ ਵਿੱਚ ਦੌਰਾ ਕਰਦਾ ਹੈ। ਸੂਜਕ ਨਾੜੀ ਸੰਸਥਾ ਬਾਰੇ ਵੀ ਇਹਨੇ ਬਹੁਤ ਸਾਰੀਆਂ ਨਵੀਆਂ ਗੱਲਾਂ ਦੱਸੀਆਂ। ਇਹਨੇ ਦੱਸਿਆ ਕਿ ਸਾਰੀਆਂ ਸੂਜਕ ਤਾਰਾਂ ਸਰੀਰ ਦੇ ਵੱਖ-ਵੱਖ ਹਿੱਸਿਆਂ ਤੋਂ ਦਿਮਾਗ ਤੱਕ ਖਬਰਾਂ ਪਹੁੰਚਾਉਂਦੀਆਂ ਹਨ। ਉਹਨੇ ਜਾਨਵਰਾਂ ਦੇ ਸੂਜਕ ਰੱਸੇ ਨੂੰ ਵੱਖ-ਵੱਖ ਥਾਵਾਂ ਤੋਂ ਕੱਟ ਕੇ ਅਤੇ ਉਸ ਦਾ ਜਾਨਵਰਾਂ 'ਤੇ ਹੋਇਆ ਅਸਰ ਵੇਖ ਕੇ ਦੱਸਿਆ ਕਿ ਸੂਜਕ ਰੱਸੇ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਕੇਂਦਰ ਹੁੰਦੇ ਹਨ, ਜੋ ਵੱਖ-ਵੱਖ ਅੰਗਾਂ ਦੇ ਕੰਮਾਂ 'ਤੇ ਕੰਟਰੋਲ ਕਰਦੇ ਹਨ। ਗੈਲਨ ਨੇ ਨਬਜ਼ ਦੀ ਗਤੀ ਤੋਂ ਵੀ ਮਰੀਜ਼ ਦੀ ਸਿਹਤ ਦਾ ਅੰਦਾਜ਼ਾ ਲਾਉਣ ਦਾ ਢੰਗ ਦੱਸਿਆ। ਉਹਨੇ ਇਹ ਵੀ ਦੱਸਿਆ ਕਿ ਬੱਚੇ ਆਪਣੀ ਮਾਤਾ-ਪਿਤਾ ਨਾਲੋਂ ਆਪਣੇ ਦਾਦਾ-ਦਾਦੀ ਦੇ ਜਾਂ ਨਾਨਾ-ਨਾਨੀ ਨਾਲ ਸੁਭਾਅ ਜਾਂ ਸ਼ਕਲ ਵਿੱਚ ਜ਼ਿਆਦਾ ਮਿਲਦੇ-ਜੁਲਦੇ ਹੁੰਦੇ ਹਨ। ਉਹਨੇ ਇਹ ਵੀ ਦੱਸਿਆ ਕਿ ਭਾਵੇਂ ਸਾਨੂੰ ਸਰੀਰ ਨਜ਼ਰ ਨਾ ਵੀ ਆਵੇ, ਪਸੀਨਾ ਸਾਡੇ ਸਰੀਰ ਦੇ ਹਰ ਹਿੱਸੇ ਵਿੱਚੋਂ ਹਰ ਸਮੇਂ ਨਿਕਲਦਾ ਰਹਿੰਦਾ ਹੈ। 1500 ਸਾਲ ਤੱਕ ਚੀਰ ਫਾੜ ਦੇ ਖੇਤਰ ਵਿੱਚ ਉਹਨੇ ਕਿਸੇ ਵੀ ਨਵੀਂ ਖੋਜ ਨੂੰ ਜੋ ਗੈਲਨ ਦੇ ਕਥਨ ਦੇ ਉਲਟ ਹੁੰਦੀ ਰੱਦ ਕਰ ਦਿੱਤਾ ਜਾਂਦਾ ਸੀ। ਪਰ ਇਸ ਤਰ੍ਹਾਂ ਕਰਨਾ ਗੈਲਨ ਦੇ ਆਪਣੇ ਕਥਨ ਦੇ ਵਿਰੁੱਧ ਸੀ। ਉਹ ਕਹਿੰਦਾ ਹੁੰਦਾ ਸੀ ਕਿ ਤਜਰਬਾ ਹੀ ਦੱਸ ਸਕਦਾ ਹੈ ਕਿ ਕੋਈ ਸਿਧਾਂਤ ਠੀਕ ਹੈ
ਜਾਂ ਗਲਤ। ਨਿਕੋਲਸ ਕੋਪਰਨਿਕਸ। ਨਿਕੋਲਸ ਕੋਪਰਨਿਕਸ 1473 ਈਸਵੀ ਵਿੱਚ ਪੋਲੈਂਡ ਦੇ ਸ਼ਹਿਰ ਟੋਰਨ ਵਿੱਚ ਪੈਦਾ ਹੋਇਆ। ਇਹਦਾ ਪਿਤਾ ਇੱਕ ਅਮੀਰ ਵਪਾਰੀ ਸੀ ਤੇ ਹਾਲੀ 10 ਸਾਲਾਂ ਦਾ ਸੀ ਹੀ ਕਿ ਇਸ ਦਾ ਪਿਤਾ ਗੁਜ਼ਰ ਗਿਆ। ਇਹਦੇ ਚਾਚੇ ਨੇ, ਜੋ ਇੱਕ ਪਾਦਰੀ ਸੀ, ਇਹਨੂੰ ਪਾਲਿਆ। ਇਹਨੇ ਪੋਲੈਂਡ ਤੇ ਇਟਲੀ ਦੀਆਂ ਕਈ ਯੂਨੀਵਰਸਿਟੀਆਂ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ। 1499 ਵਿੱਚ ਇਹ ਰੋਮ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦਾ ਪ੍ਰੋਫੈਸਰ ਲੱਗ ਗਿਆ। ਖਗੋਲ ਵਿਗਿਆਨ ਪ੍ਰਾਚੀਨ ਯੂਨਾਨੀ ਵਿਗਿਆਨਕ ਪਟੋਲਮੀ ਦੇ ਇਸ ਕਥਨ ਤੋਂ ਸ਼ੁਰੂ ਹੁੰਦਾ ਹੈ, ਸਾਰਾ ਬ੍ਰਹਿਮੰਡ ਧਰਤੀ ਦੇ ਗਿਰਦ ਘੁੰਮਦਾ ਹੈ। ਕੋਪਰਨਿਕਸ ਪਟੋਲਮੀ ਦੇ ਇਸ ਕਥਨ ਨਾਲ ਸਹਿਮਤ ਨਹੀਂ ਸੀ। ਕੋਪਰਨਿਕਸ ਤੋਂ ਪਹਿਲਾਂ ਵੀ ਕਈ ਵਿਗਿਆਨਕਾਂ ਨੇ ਪਟੋਲਮੀ ਦੇ ਕਥਨ ਤੇ ਸ਼ੱਕ ਪ੍ਰਗਟ ਕੀਤਾ, ਪਰ ਆਪਣੀ ਦਲੀਲ ਦਾ ਕੋਈ ਠੋਸ ਸਬੂਤ ਨਾ ਦੇਣ ਕਰਕੇ ਉਹ ਪਟੋਲਮੀ ਦੇ ਕਥਨ ਨੂੰ ਝੁਠਲਾ ਨਾ ਸਕੇ। ਇਸੇ ਲਈ ਸਭ ਵਿਦਵਾਨ, ਖਾਸ ਕਰਕੇ ਰੋਮਨ ਕੈਥੋਲਿਕ, ਪਟੋਲਮੀ ਦੇ ਕਥਨ ਨੂੰ ਠੀਕ ਮੰਨਦੇ ਰਹੇ। ਉਹ ਕਹਿੰਦੇ ਸਨ, ਸੂਰਜ ਸਵੇਰੇ ਪੂਰਬ ਵੱਲੋਂ ਚੜ੍ਹ ਕੇ ਸਾਰੇ ਆਕਾਸ਼ ਦਾ ਚੱਕਰ ਕੱਟਦਾ ਹੋਇਆ ਸ਼ਾਮ ਨੂੰ ਪੱਛਮ ਵਿੱਚ ਡੁੱਬਦਾ ਸਾਫ਼ ਨਜ਼ਰ ਆਉਂਦਾ ਹੈ। ਅਸੀਂ ਤਾਂ ਉਸੇ ਗੱਲ ਨੂੰ ਮੰਨਣਾ ਹੈ ਜੋ ਸਾਡੀਆਂ ਅੱਖਾਂ ਵੇਖਦੀਆਂ ਹਨ। ਅਸੀਂ ਕਿਵੇਂ ਮੰਨੀਏ ਕਿ ਧਰਤੀ ਸੂਰਜ ਦੇ ਗਿਰਦ ਘੁੰਮਦੀ ਹੈ? ਕੋਪਰਨਿਕਸ ਨੂੰ ਇਹ ਕਥਨ ਜੱਚਦਾ ਨਹੀਂ ਸੀ, ਇਸ ਲਈ ਉਹਨੇ ਖਗੋਲ ਵਿਗਿਆਨ ਪੜ੍ਹਾਉਣਾ ਛੱਡ ਦਿੱਤਾ ਤੇ ਪਾਦਰੀ ਬਣ ਕੇ ਆਪਣਾ ਵਿਹਲਾ ਸਮਾਂ ਖਗੋਲ ਵਿਗਿਆਨ ਦੀ ਖੋਜ ਵਿੱਚ ਲਾਉਣ ਦਾ ਨਿਸ਼ਚਾ ਕਰ ਲਿਆ। ਉਹ ਗਿਰਜਾ ਘਰ ਦੀ ਉੱਪਰਲੀ ਛੱਤ ਤੇ ਬੈਠ ਕੇ ਸਾਰੀ ਰਾਤ ਤਾਰਿਆਂ ਦੇ ਤੇ ਗ੍ਰਹਿਆਂ ਦੀ ਗਤੀ ਤੇ ਉਹਨਾਂ ਦੀ ਗਰਦਿਸ਼ ਦੇ ਰਸਤੇ ਨੂੰ ਵੇਖਦਾ ਰਹਿੰਦਾ ਸੀ। ਹੌਲੀ ਹੌਲੀ ਉਹਨੇ ਇੱਕ ਪੁਸਤਕ ਵਿੱਚ ਇਸ ਖੋਜ ਦੁਆਰਾ ਮਾਲੂਮ ਕੀਤੇ ਸਿਧਾਂਤ ਲਿਖੇ ਜੋ ਅੱਜ ਤੱਕ ਖਗੋਲ ਵਿਗਿਆਨ ਦਾ ਆਧਾਰ ਸਮਝੇ ਜਾਂਦੇ ਹਨ। ਇਹਨਾਂ ਸਿਧਾਂਤਾਂ ਨੂੰ ਉਹਨੇ 40 ਸਾਲ ਦੀ ਖੋਜ ਪਿੱਛੋਂ ਲਿਖਿਆ। ਇਸ ਵਿੱਚ ਉਹਨੇ ਪਟੋਲਮੀ ਦੇ ਕਥਨ ਨੂੰ ਗਲਤ ਸਿੱਧ ਕਰ ਦਿੱਤਾ। ਉਹਨੇ ਦੱਸਿਆ, ਸੂਰਜ ਸਾਡੀ ਦੁਨੀਆ ਦਾ ਕੇਂਦਰ ਹੈ ਤੇ ਪ੍ਰਿਥਵੀ ਇੱਕ ਗ੍ਰਹਿ ਹੈ ਜੋ ਇਸ ਦੇ ਗਿਰਦ ਘੁੰਮਦਾ ਹੈ। ਉਹਨੇ ਇਹ ਵੀ ਦੱਸਿਆ ਕਿ ਪ੍ਰਿਥਵੀ ਤੋਂ ਇਲਾਵਾ 5 ਗ੍ਰਹਿ ਹੋਰ ਵੀ ਹਨ ਜੋ ਪ੍ਰਿਥਵੀ ਵਾਂਗ ਸੂਰਜ ਦੇ ਗਿਰਦ ਘੁੰਮਦੇ ਹਨ। ਹੁਣ ਸਾਨੂੰ ਪਤਾ ਲੱਗਾ ਹੈ ਕਿ ਸੂਰਜ ਦੇ ਗਿਰਦ 9 ਗ੍ਰਹਿ ਘੁੰਮਦੇ ਹਨ, ਪਰ ਕੋਪਰਨਿਕਸ ਕੋਲ ਕੇਵਲ ਕੋਈ ਟੈਲੀਸਕੋਪ ਨਹੀਂ ਸੀ। ਉਹ ਸਧਾਰਨ ਨਜ਼ਰ ਨਾਲ ਕੇਵਲ 5 ਗ੍ਰਹਿ ਹੀ ਵੇਖ ਸਕਿਆ ਸੀ। ਕੋਪਰਨਿਕਸ ਦੇ ਸਿਧਾਂਤਾਂ ਅਨੁਸਾਰ ਪ੍ਰਿਥਵੀ ਇੱਕ ਸਾਲ ਵਿੱਚ ਇੱਕ ਵਾਰ ਸੂਰਜ ਦੇ ਗਿਰਦ ਅਤੇ ਇੱਕ ਦਿਨ ਵਿੱਚ ਇੱਕ ਵਾਰ ਆਪਣੇ ਧੁਰੇ ਦੇ ਗਿਰਦ ਵਿੱਚ ਪੂਰਾ ਚੱਕਰ ਕੱਟਦੀ ਹੈ। ਜਦ ਸਾਡੀ ਪ੍ਰਿਥਵੀ ਦਾ ਉਹ ਹਿੱਸਾ ਜਿਸ ਤੇ ਅਸੀਂ ਰਹਿੰਦੇ ਹਾਂ ਸੂਰਜ ਦੇ ਨੇੜੇ ਹੋਵੇ ਤਾਂ ਦਿਨ ਹੁੰਦਾ ਹੈ, ਜਦੋਂ ਉਸ ਤੋਂ ਪਰੇ ਚਲਾ ਜਾਏ ਤਾਂ ਰਾਤ ਪੈ ਜਾਂਦੀ ਹੈ। ਕੋਪਰਨਿਕਸ ਦੇ ਸਿਧਾਂਤਾਂ ਨੇ ਖਗੋਲ ਵਿਗਿਆਨ ਨੂੰ ਠੀਕ ਰਾਹੇ ਪਾ ਦਿੱਤਾ, ਪਰ ਕੋਪਰਨਿਕਸ ਨੂੰ ਪਤਾ ਸੀ ਕਿ ਲੋਕ ਉਹਦੇ ਸਿਧਾਂਤਾਂ ਦਾ ਮਖੌਲ ਉਡਾਉਣਗੇ ਤੇ ਚਰਚ ਦੇ ਅਪਣਾਏ ਹੋਏ ਖਿਆਲਾਂ ਨੂੰ ਗਲਤ ਸਾਬਤ ਕਰਨ ਕਰਕੇ ਉਹਨੂੰ ਚਰਚ ਵਿੱਚੋਂ ਕੱਢਿਆ ਜਾਵੇਗਾ। ਇਸ ਲਈ ਉਹਨੇ ਆਪਣੀ ਕਿਤਾਬ ਉਸ ਵਕਤ ਛਾਪੀ ਜਦ ਉਹ ਬੁੱਢਾ ਹੋ ਗਿਆ ਸੀ ਤੇ ਮੌਤ ਦੇ ਕਿਨਾਰੇ ਤੇ ਸੀ। ਉਹਦੀ ਪੁਸਤਕ ਉਹਦੇ ਮਰਨ ਤੋਂ ਕੁਝ ਹੀ ਸਮਾਂ ਪਹਿਲਾਂ ਛਪੀ। ਉਹਨੂੰ ਇਹ ਪਤਾ ਨਹੀਂ ਸੀ ਕਿ ਉਹਨੇ ਖਗੋਲ ਵਿਗਿਆਨ ਦੀ ਕਿੰਨੀ ਸੇਵਾ ਕੀਤੀ ਹੈ। ਉਹਦੀ ਮੌਤ ਨੂੰ 400 ਸਾਲ ਹੋ ਗਏ ਹਨ। ਹੁਣ ਵੀ ਉਹਦੀ ਖੋਜ ਖਗੋਲ ਵਿਗਿਆਨ ਦਾ ਆਧਾਰ ਮੰਨੀ ਜਾਂਦੀ ਹੈ। ਐਂਡਰੀਆਸ ਵੈਸੀਲੀਅਸ। ਐਂਡਰੀਆਸ ਵੈਸੀਲੀਅਸ ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਵਿੱਚ 1514 ਵਿੱਚ ਪੈਦਾ ਹੋਇਆ। ਇਹਦਾ ਪਿਤਾ ਸ਼ਹਿਨਸ਼ਾਹ ਚਾਰਲਸ 5ਵੇਂ ਦਾ ਸ਼ਾਹੀ ਹਕੀਮ ਸੀ। ਜਵਾਨੀ ਵੇਲੇ ਇਹ ਸਾਰਾ ਦਿਨ ਪੰਛੀਆਂ, ਚੂਹੀਆਂ, ਸਹਿਾਂ ਆਦਿ ਦੀ ਚੀਰ ਫਾੜ ਵਿੱਚ ਹੀ ਬਿਤਾ ਦਿੰਦਾ ਸੀ। ਇਹ ਪੜ੍ਹਾਈ ਕਰਨ ਪਿੱਛੋਂ ਇਟਲੀ ਵਿੱਚ ਪਾਦੂਆ ਦੀ ਯੂਨੀਵਰਸਿਟੀ ਵਿੱਚ ਚੀਰ ਫਾੜ ਦਾ ਪ੍ਰੋਫੈਸਰ ਲੱਗ ਗਿਆ। ਇੱਥੇ ਇਹਨੇ ਇੱਕ ਪੁਸਤਕ ਲਿਖੀ ਜਿਸ ਦਾ ਨਾਂ ਸੀ ਸਰੀਰ ਦੀ ਬਣਤਰ। ਇਸ ਕਿਤਾਬ ਵਿੱਚ ਲਿਖੇ ਵਿਚਾਰਾਂ ਤੇ ਲੋਕਾਂ ਵਿੱਚ ਇੱਕ ਤੂਫਾਨ ਜਿਹਾ ਉੱਠ ਪਿਆ, ਕਿਉਂਕਿ ਉਹ ਵਿਚਾਰ ਸਰੀਰ ਦੀ ਬਣਤਰ ਬਾਰੇ ਪ੍ਰਚਲਿਤ ਵਿਚਾਰਾਂ ਦੇ ਉਲਟ ਸਨ ਤੇ ਗੈਲਨ ਦੇ ਬਹੁਤ ਸਾਰੇ ਵਿਚਾਰਾਂ ਨੂੰ ਗਲਤ ਸਾਬਤ ਕਰਦੇ ਸਨ। ਇਸ ਲਈ ਇਸ ਨੂੰ ਨੌਕਰੀ ਛੱਡ ਕੇ ਚਾਰਲਸ 5ਵੇਂ ਦੀ ਸ਼ਰਨ ਲੈਣੀ ਪਈ। ਸ਼ਹਿਨਸ਼ਾਹ ਨੇ ਇਹਨੂੰ ਸ਼ਾਹੀ ਹਕੀਮ ਦੀ ਪਦਵੀ ਦੇ ਦਿੱਤੀ। ਜਦ ਇਹ ਵਿਦਿਆਰਥੀ ਦੇ ਰੂਪ ਵਿੱਚ ਪੈਰਿਸ ਵਿੱਚ ਪੜ੍ਹਾਈ ਕਰਦਾ ਹੁੰਦਾ ਸੀ ਤਾਂ ਇਹਨੂੰ ਖਿਆਲ ਆਇਆ ਕਿ ਹਿਕਮਤ ਦੀ ਖੋਜ ਵਿੱਚ ਤਰੱਕੀ ਲਈ ਸਰੀਰ ਦੀ ਅੰਦਰਲੀ ਬਣਤਰ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ, ਪਰ ਇਸ ਦੀ ਸਫਲਤਾ ਵਿੱਚ ਸਰੀਰ ਦੇ ਅੰਦਰਲੇ ਅੰਗਾਂ ਦੀ ਚੀਰ ਫਾੜ ਕਰਨ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ ਸੀ। ਪੁਰਾਣੇ ਸਮਿਆਂ ਵਿੱਚ ਆਮ ਲੋਕ ਕੇਵਲ ਜਾਣਕਾਰੀ ਪ੍ਰਾਪਤ ਕਰਨ ਲਈ ਸਰੀਰ ਦੀ ਚੀਰ ਫਾੜ ਕਰਨ ਦੇ ਵਿਰੁੱਧ ਸਨ। ਜਦ ਵੈਸੀਲੀਅਸ ਨੇ ਪੈਰਿਸ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਾ ਹੁੰਦਾ ਸੀ ਤਾਂ ਇਹਦਾ ਪ੍ਰੋਫੈਸਰ ਗੈਲਨ ਦੀ ਪੁਸਤਕ ਨੂੰ ਪੜ੍ਹੀ ਜਾਂਦਾ ਸੀ ਤੇ ਨਾਲ ਇੱਕ ਆਦਮੀ ਇੱਕ ਮਾਰੇ ਹੋਏ ਬਾਂਦਰ ਦੇ ਅੰਗ ਵਿਦਿਆਰਥੀ ਨੂੰ ਵਿਖਾਈ ਜਾਂਦਾ ਸੀ। ਜਦ ਕੱਟੇ ਹੋਏ ਬਾਂਦਰ ਦਾ ਕੋਈ ਅੰਗ ਗੈਲਨ ਦੇ ਲਿਖੇ ਹੋਏ ਬਿਆਨ ਨਾਲ ਨਾ ਮਿਲਦਾ ਤਾਂ ਪ੍ਰੋਫੈਸਰ ਇਸ ਗੱਲ ਨੂੰ ਇਹ ਕਹਿ ਕੇ ਗੋਲਮੋਲ ਕਰ ਜਾਂਦਾ ਕਿ ਗੈਲਨ ਗਲਤ ਨਹੀਂ ਹੋ ਸਕਦਾ। ਮਨੁੱਖੀ ਸਰੀਰ ਵਿੱਚ ਜ਼ਰੂਰ ਨਵੀਆਂ ਤਬਦੀਲੀਆਂ ਆ ਗਈਆਂ ਹੋਣੀਆਂ ਹੈ ਤੇ ਗੈਲਨ ਵੇਲੇ ਨਹੀਂ ਸਨ। ਵੈਸੀਲੀਅਸ ਦੀ ਇਸ ਕਿਸਮ ਦੀ ਸਿੱਖਿਆ ਨੂੰ ਪਸੰਦ ਨਹੀਂ ਕਰਦਾ ਸੀ ਜਿਹੜੀ ਸੱਚਾਈ ਤੋਂ ਦੂਰ ਲੈ ਜਾਵੇ। ਉਹਨੇ ਫੈਸਲਾ ਕਰ ਲਿਆ ਕਿ ਉਹ ਜਿੰਨਾ ਚਿਰ ਮਨੁੱਖੀ ਸਰੀਰ ਤੋਂ ਆਪ ਚੀਰ ਫਾੜ ਕਰਕੇ ਕਿਸੇ ਦੇ ਕਥਨ ਨੂੰ ਠੀਕ ਸਾਬਤ ਨਾ ਕਰ ਲਵੇ ਉਹ ਉਸ ਨੂੰ ਨਹੀਂ ਮੰਨੇਗਾ। ਚੀਰ ਫਾੜ ਕਰਨ ਲਈ ਮਨੁੱਖੀ ਸਰੀਰ ਨੂੰ ਲੱਭਣਾ ਇੱਕ ਕਠਿਨ ਸਮੱਸਿਆ ਸੀ।
ਇਹ ਸਮੱਸਿਆ ਕਬਰਾਂ ਵਿੱਚੋਂ ਮੁਰਦੇ ਕੱਢ ਕੇ ਹੱਲ ਕੀਤੀ ਗਈ। ਉਹ ਸੁਣੀ ਸੁਣਾਈ ਗੱਲ ਤੇ ਇਤਬਾਰ ਨਹੀਂ ਕਰਦਾ ਸੀ ਤੇ ਚੀਰ ਫਾੜ ਆਪਣੇ ਹੱਥੀਂ ਕਰਨਾ ਚਾਹੁੰਦਾ ਸੀ। ਉਹ ਆਪਣੇ ਵਿਦਿਆਰਥੀਆਂ ਨੂੰ ਵੀ ਆਪਣੇ ਹੱਥੀਂ ਚੀਰ ਫਾੜ ਕਰਕੇ ਜਾਣਕਾਰੀ ਹਾਸਲ ਕਰਨ ਤੇ ਜ਼ੋਰ ਦਿੰਦਾ ਸੀ। ਉਹ ਕਹਿੰਦਾ ਸੀ, ਮਰੀਜ਼ ਦੀ ਖੁਰਾਕ ਦਾ ਮਸਲਾ ਨਰਸਾਂ ਦੇ ਹੱਥ ਵਿੱਚ ਹੈ, ਦਵਾਈਆਂ ਬਣਾਉਣੀਆਂ ਪੰਸਾਰੀਆਂ ਦੇ ਹੱਥਾਂ ਵਿੱਚ ਹਨ ਤੇ ਚੀਰ ਫਾੜ ਨਾਈਆਂ ਦੇ ਹੱਥ ਵਿੱਚ ਹੈ। ਇਸ ਲਈ ਡਾਕਟਰਾਂ ਦੇ ਪੱਲੇ ਕੀ ਰਿਹਾ? ਵੈਸੇਲੀਅਸ ਇਸ ਗੱਲ ਤੇ ਜ਼ੋਰ ਦਿੰਦਾ ਸੀ ਕਿ ਸਾਰੇ ਕੰਮ ਡਾਕਟਰਾਂ ਨੂੰ ਆਪਣੇ ਹੱਥ ਵਿੱਚ ਲੈਣੇ ਚਾਹੀਦੇ ਹਨ। ਵਿਗਿਆਨ ਦੇ ਖੇਤਰ ਵਿੱਚ ਵੈਸੇਲੀਅਸ ਦੀ ਮਹੱਤਤਾ ਉਸ ਦੇ ਇਸ ਗੱਲ ਤੇ ਜ਼ੋਰ ਦੇਣ ਤੇ ਹੈ ਕਿ ਆਪਣੇ ਹੱਥੀਂ ਚੀਰ ਫਾੜ ਕਰਕੇ ਮਨੁੱਖੀ ਅੰਗਾਂ ਦੀ ਜਾਣਕਾਰੀ ਪ੍ਰਾਪਤ ਕਰਨ ਨਾਲ ਹਿਕਮਤ ਦੀ ਖੋਜ ਵਿੱਚ ਵਾਧਾ ਹੋ ਸਕਦਾ ਹੈ। ਸੁਣੀਆਂ ਸੁਣਾਈਆਂ ਜਾਂ ਮੂੰਹ ਜ਼ਬਾਨੀ ਗੱਲਾਂ ਇਸ ਖੇਤਰ ਵਿੱਚ ਕੋਈ ਲਾਭ ਨਹੀਂ ਪਹੁੰਚਾ ਸਕਦੀਆਂ। ਗੈਲੀਲੀਓ ਇਟਲੀ ਦੇ ਸ਼ਹਿਰ ਪੀਸਾ ਵਿੱਚ 1964 ਵਿੱਚ ਪੈਦਾ ਹੋਇਆ। ਇਸ ਦਾ ਪਿਤਾ ਇੱਕ ਅਮੀਰ ਵਪਾਰੀ ਸੀ। ਗੈਲੀਲੀਓ ਵਿੱਚ ਬਚਪਨ ਤੋਂ ਹੀ ਅਸਾਧਾਰਨ ਯੋਗਤਾ ਦੇ ਚਿੰਨ੍ਹ ਨਜ਼ਰ ਆਉਣ ਲੱਗ ਪਏ। ਖਾਸ ਕਰਕੇ ਇਹ ਸੰਗੀਤ ਅਤੇ ਚਿੱਤਰਕਲਾ ਵਿੱਚ ਜਲਦੀ ਹੀ ਨਿਪੁੰਨ ਹੋ ਗਿਆ। ਪੀਸਾ ਦਾ ਸ਼ਹਿਰ ਉਸ ਵੇਲੇ ਕਲਾ ਅਤੇ ਸਿੱਖਿਆ ਦਾ ਇੱਕ ਵੱਡਾ ਕੇਂਦਰ ਸੀ। ਇਸੇ ਕਾਰਨ ਹੀ ਗੈਲੀਲੀਓ ਨੇ ਸੁੱਤੇ ਸਿੱਧ ਕਲਾਤਮਕ ਰੁਚੀਆਂ ਗ੍ਰਹਿਣ ਕਰ ਲਈਆਂ। ਇਸ ਦੇ ਪਿਤਾ ਨੇ ਇਹਨੂੰ ਡਾਕਟਰ ਬਣਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦਿੱਤਾ। ਇਹਦੇ ਪਹਿਲੇ ਪਹਿਲ ਵਿਗਿਆਨਕ ਖੋਜ ਕਾਲਜ ਵਿੱਚ ਹੀ ਕੀਤੀ। ਕਹਿੰਦੇ ਹਨ ਕਿ ਕਾਲਜ ਦੇ ਗਿਰਜੇ ਘਰ ਦੀ ਛੱਤ ਨਾਲ ਲਟਕਦੀ ਬੱਤੀ ਨੂੰ ਉੱਥੋਂ ਦੇ ਇੱਕ ਨੌਕਰ ਨੇ ਬਾਲਿਆ। ਗੈਲੀਲੀਓ ਵੀ ਉੱਥੇ ਹੀ ਸੀ। ਉਹਨੇ ਜੰਜ਼ੀਰ ਨਾਲ ਲਟਕਦੀ ਬੱਤੀ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਝੂਲਦੀ ਦੇਖਿਆ। ਉਹਨੇ ਇਸ ਗੱਲ ਖਾਸ ਤੌਰ 'ਤੇ ਵੇਖੀ, ਭਾਵੇਂ ਫੇਰੇ ਦੀ ਲੰਬਾਈ ਹਰ ਵਾਰ ਘਟਦੀ ਜਾਂਦੀ ਸੀ ਪਰ ਫੇਰੇ ਦੇ ਸਮੇਂ ਵਿੱਚ ਕੋਈ ਫਰਕ ਨਹੀਂ ਪੈਂਦਾ ਸੀ। ਉਹਨੇ ਇੱਕ ਰੱਸੀ ਨਾਲ ਕੁਝ ਭਾਰ ਬੰਨ੍ਹ ਕੇ ਇਸੇ ਤਰ੍ਹਾਂ ਕਈ ਤਜਰਬੇ ਕੀਤੇ ਤੇ ਵੇਖਿਆ ਕਿ ਭਾਵੇਂ ਭਾਰ ਦੇ ਝੂਲਣ ਦੀ ਗਤੀ ਹਰ ਵਾਰ ਘਟਦੀ ਜਾਂਦੀ ਸੀ ਪਰ ਉਹਦੇ ਫੇਰੇ ਤੇ ਸਮੇਂ ਵਿੱਚ ਜ਼ਰਾ ਜਿੰਨਾ ਵੀ ਫਰਕ ਨਹੀਂ ਸੀ ਪੈਂਦਾ। ਇਸੇ ਤਰ੍ਹਾਂ ਗੈਲੀਲੀਓ ਨੇ ਪੈਂਡੂਲਮ ਦਾ ਸਿਧਾਂਤ ਕੱਢਿਆ, ਜਿਸ ਤੋਂ ਇੱਕ ਹੋਰ ਵਿਗਿਆਨਕ ਹਿਗਨਸ ਤੇ ਪੈਂਡੂਲਮ ਵਾਲੀ ਘੜੀ ਦੀ ਕਾਢ ਕੱਢੀ। ਇਸ ਸਿਧਾਂਤ ਨੂੰ ਤਾਰਿਆਂ ਦੀ ਚਾਲ ਮਿਣਨ ਲਈ ਵੀ ਵਰਤਿਆ ਗਿਆ। 1588 ਵਿੱਚ ਸਿੱਖਿਆ ਪ੍ਰਾਪਤ ਕਰਕੇ ਇਹ ਉਸੇ ਯੂਨੀਵਰਸਿਟੀ ਵਿੱਚ ਗਣਿਤ ਦਾ ਪ੍ਰੋਫੈਸਰ ਲੱਗ ਗਿਆ। 25 ਸਾਲ ਦੀ ਉਮਰ ਵਿੱਚ ਇਹਨੇ ਇੱਕ ਹੋਰ ਖੋਜ ਕੀਤੀ, ਜਿਸ ਨਾਲ ਇਹਨੇ 2000 ਸਾਲਾਂ ਤੋਂ ਪ੍ਰਚਲਿਤ ਕਈ ਵਿਗਿਆਨਕ ਸਿਧਾਂਤਾਂ ਨੂੰ ਰੱਦ ਕੀਤਾ, ਪਰ ਇਸ ਨਾਲ ਇਹਦੇ ਆਲੇ ਦੁਆਲੇ ਕਈ ਵੈਰੀ ਪੁੰਗਰ ਪਏ। ਉਸ ਜ਼ਮਾਨੇ ਵਿੱਚ ਯੂਨਾਨੀ ਵਿਗਿਆਨਕ ਅਰਸਤੂ ਦੇ ਲਿਖੇ ਵਿਚਾਰ ਵਿਗਿਆਨ ਦਾ ਆਧਾਰ ਮੰਨੇ ਜਾਂਦੇ ਸਨ। ਕੋਈ ਵੀ ਜੋ ਅਰਸਤੂ ਦੇ ਵਿਚਾਰਾਂ ਤੇ ਟੀਕਾ ਟਿੱਪਣੀ ਕਰਨ ਦੀ ਹਿੰਮਤ ਕਰਦਾ ਸੀ, ਲੋਕ ਉਸ ਤੇ ਭੁੰਡਾਂ ਤੇ ਖੱਖਰਾਂ ਵਾਂਗ ਟੁੱਟ ਕੇ ਪੈ ਜਾਂਦੇ ਸਨ। ਅਰਸਤੂ ਨੇ ਦੱਸਿਆ ਕਿ ਭਾਰੀ ਚੀਜ਼ ਹਲਕੀ ਚੀਜ਼ ਨਾਲੋਂ ਧਰਤੀ ਵੱਲ ਜ਼ਿਆਦਾ ਡਿੱਗਦੀ ਹੈ। ਗੈਲੀਲੀਓ ਨੇ ਇਸ ਗੱਲ ਨੂੰ ਗਲਤ ਸਾਬਤ ਕਰ ਦਿੱਤਾ। ਉਹ ਆਪਣੇ ਸਾਥੀ ਪ੍ਰੋਫੈਸਰਾਂ ਨੂੰ ਪੀਸਾ ਦੇ ਪ੍ਰਸਿੱਧ ਮੀਨਾਰ ਤੇ ਲੈ ਗਿਆ। ਉਹਨੇ ਉਸ ਮੀਨਾਰ ਦੀ ਸਭ ਤੋਂ ਉੱਪਰਲੀ ਮੰਜ਼ਲ ਤੋਂ 2 ਪੱਥਰ ਥੱਲੇ ਵੱਲ ਸੁੱਟੇ। ਇੱਕ ਪੱਥਰ ਦਾ ਭਾਰ 5 ਸੇਰ ਦਾ ਸੀ, ਦੂਜੇ ਦਾ ਅੱਧ ਸੇਰ। ਇਹ ਵੇਖ ਕੇ ਸਭ ਹੈਰਾਨ ਰਹਿ ਗਏ। ਦੋਵੇਂ ਪੱਥਰ ਇੱਕੋ ਸਮੇਂ ਧਰਤੀ ਤੇ ਡਿੱਗੇ ਹਨ। ਇਸ ਤੋਂ ਗੈਲੀਲੀਓ ਨੇ ਇੱਕ ਬੜਾ ਮਹੱਤਵਪੂਰਨ ਸਿਧਾਂਤ ਲੱਭਿਆ। ਉਹਨੇ ਦੱਸਿਆ, ਧਰਤੀ ਵੱਲ ਡਿੱਗ ਰਹੀਆਂ ਚੀਜ਼ਾਂ ਦੀ ਗਤੀ ਦਾ ਉਹਨਾਂ ਦੇ ਭਾਰ ਨਾਲ ਕੋਈ ਸਬੰਧ ਨਹੀਂ। ਇਸ ਤਜਰਬੇ ਨੂੰ ਆਪਣੀ ਅੱਖ ਨਾਲ ਵੇਖ ਕੇ ਉਹਨੇ ਸਾਥੀ ਵਿਗਿਆਨਕਾਂ ਨੇ ਗੈਲੀਲੀਓ ਦੇ ਕਥਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਵਾਪਸ ਜਾ ਕੇ ਫਿਰ ਅਰਸਤੂ ਦੇ ਕਥਨ ਹੀ ਪੜ੍ਹਾਉਣ ਲੱਗ ਪਏ। ਉਹਨਾਂ ਨੇ ਗੈਲੀਲੀਓ ਦੀ ਬੜੀ ਨੁਕਤਾਚੀਨੀ ਕੀਤੀ ਤੇ ਉਹਨੂੰ ਮਜਬੂਰ ਕਰ ਦਿੱਤਾ ਕਿ ਉਹ ਯੂਨੀਵਰਸਿਟੀ ਛੱਡ ਕੇ ਚਲਾ ਜਾਵੇ। ਭਾਗਾ ਨੂੰ ਕੁਝ ਮਿੱਤਰਾਂ ਨੇ ਉਹਦੀ ਸਹਾਇਤਾ ਕੀਤੀ ਤੇ ਉਹਨੂੰ ਇਟਲੀ ਵਿੱਚ ਪਾਦੂਆ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲਵਾ ਦਿੱਤਾ। ਉੱਥੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਤਜਰਬੇ ਕਰਦਾ ਰਿਹਾ ਤੇ ਉਹਨੇ ਕਈ ਨਵੇਂ ਸਿਧਾਂਤ ਲੱਭੇ। ਉਹਨੇ ਇੱਕ ਟੈਲੀਸਕੋਪ ਵੀ ਬਣਵਾਇਆ। ਟੈਲੀਸਕੋਪ ਦਾ ਲਾਤੀਨੀ ਬੋਲੀ ਵਿੱਚ ਭਾਵ ਹੈ ਦੂਰ ਤੱਕ ਵੇਖਣ ਵਾਲਾ ਜੰਤਰ। ਇਸ ਟੈਲੀਸਕੋਪ ਨਾਲ ਚੀਜ਼ਾਂ ਦਾ ਆਕਾਰ 33 ਗੁਣਾ ਵੱਡਾ ਦਿਖਾਈ ਦਿੰਦਾ ਸੀ। ਜਿੰਨੇ ਵੀ ਟੈਲੀਸਕੋਪ ਹਾਲੀ ਤੱਕ ਬਣੇ ਹਨ, ਇਹਨਾਂ ਤੋਂ ਸਭ ਤੋਂ ਜ਼ਿਆਦਾ ਇਹ ਦੂਰਦਰਸ਼ੀ ਸੀ। ਗੈਲੀਲੀਓ ਪਹਿਲਾ ਵਿਗਿਆਨਕ ਸੀ ਜਿਹਨੇ ਆਕਾਸ਼ੀ ਪਿੰਡਾਂ ਦਾ ਸਹੀ ਨਕਸ਼ਾ ਬਣਾਇਆ। ਉਹਨੇ ਚੰਦਰਮਾ ਦੀ ਸਤ੍ਹਾ ਤੇ ਪਹਾੜ ਤੇ ਘਾਟੀਆਂ ਨੂੰ ਵੇਖਿਆ। ਉਹਨੇ ਇਹ ਵੀ ਦੱਸਿਆ ਕਿ ਚੰਦਰਮਾ ਤੇ ਹੋਰ ਉਪਗ੍ਰਹਿ ਆਪਣੇ ਪ੍ਰਕਾਸ਼ ਨਾਲ ਨਹੀਂ ਚਮਕਦੇ, ਇਹਨਾਂ ਦੀ ਚਮਕ ਇਹਨਾਂ ਦੇ ਸੂਰਜ ਦਾ ਪ੍ਰਕਾਸ਼ ਪੈਣ ਕਰਕੇ ਹੈ। ਖੋਜ ਤੋਂ ਉਹਨੇ ਇਹ ਵੀ ਪਤਾ ਕੀਤਾ ਕਿ ਆਕਾਸ਼ ਗੰਗਾ ਅਰਬਾਂ ਕਰੋੜਾਂ ਤਾਰਿਆਂ ਦਾ ਇੱਕ ਸੰਘਣਾ ਇਕੱਠ ਹੈ। ਉਹਨੇ ਬ੍ਰਹਿਸਪਤੀ ਦੇ ਗਿਰਦ ਘੁੰਮ ਰਹੇ 4 ਚੰਦਰਮਾ ਵੀ ਵੇਖੇ। ਉਹਨੇ ਆਪਣੀ ਖੋਜ ਤੋਂ ਮਾਲੂਮ ਕੀਤਾ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਤੇ ਇਸ ਤਰ੍ਹਾਂ ਕੋਪਰਨਿਕਸ ਵਾਂਗ ਪੁਰਾਣੇ ਵਿਚਾਰਾਂ ਨੂੰ ਭੰਡਿਆ, ਜਿਨ੍ਹਾਂ ਅਨੁਸਾਰ ਸੂਰਜ ਅਤੇ ਹੋਰ ਤਾਰੇ ਧਰਤੀ ਦੇ ਗਿਰਦ ਘੁੰਮਦੇ ਦੱਸੇ ਜਾਂਦੇ ਹਨ। ਰੋਮਨ ਕੈਥੋਲਿਕ ਚਰਚ ਨੇ ਗੈਲੀਲੀਓ ਦੇ ਵਿਰੁੱਧ ਫਿਰ ਤੂਫਾਨ ਖੜਾ ਕਰ ਦਿੱਤਾ ਤੇ ਉਹਨੇ ਆਪਣੀ ਕਿਤਾਬ ਨੂੰ ਜ਼ਬਤ ਕਰ ਲਿਆ ਤੇ ਗੈਲੀਲੀਓ ਨੂੰ ਮਜਬੂਰ ਕੀਤਾ ਕਿ ਉਹ ਪਬਲਿਕ ਵਿੱਚ ਕਹੇ ਕਿ ਉਹਦੀ ਕਿਤਾਬ ਵਿੱਚ ਲਿਖੇ ਵਿਚਾਰ ਗਲਤ ਹਨ। ਪਰ ਗੈਲੀਲੀਓ ਇੱਕ ਮਹਾਨ ਵਿਗਿਆਨਕ ਸੀ। ਉਹ ਬਹੁਤ ਦੇਰ ਤੱਕ ਸੱਚਾਈ ਨੂੰ ਲੁਕਿਆ ਨਹੀਂ ਸੀ ਰਹਿਣ ਦੇ ਸਕਦਾ।
ਇਸ ਲਈ ਕੁਝ ਚਿਰ ਪਿੱਛੋਂ ਉਹਨੇ ਫਿਰ ਇੱਕ ਕਿਤਾਬ ਲਿਖੀ ਜਿਸ ਵਿੱਚ ਉਹਨੇ ਕੋਪਰਨਿਕਸ ਦੇ ਲਿਖੇ ਕਥਨਾਂ ਦੀ ਪੁਸ਼ਟੀ ਕੀਤੀ। ਉਹਨਾਂ ਸਮਿਆਂ ਵਿੱਚ ਰੋਮਨ ਕੈਥੋਲਿਕ ਮਤ ਦਾ ਜ਼ੋਰ ਸੀ। ਰੋਮਨ ਕੈਥੋਲਿਕ ਈਸਾਈ ਮਤ ਦੇ ਉਲੀਕੇ ਹੋਏ ਪੁਰਾਣੇ ਖਿਆਲਾਂ ਦਾ ਖੰਡਨ ਆਪਣੇ ਧਰਮ ਦਾ ਅਪਮਾਨ ਸਮਝਦੇ ਸਨ। ਇਸ ਲਈ ਗੈਲੀਲੀਓ 'ਤੇ ਮੁਕੱਦਮਾ ਚਲਾ ਕੇ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਹਨੂੰ ਮੌਤ ਦਾ ਹੁਕਮ ਸੁਣਾਇਆ ਗਿਆ। ਕੈਦ ਵਿੱਚ ਉਹਨੂੰ ਕਈ ਤਸੀਹੇ ਦਿੱਤੇ ਗਏ। ਗੈਲੀਲੀਓ ਦੀ ਉਮਰ ਉਸ ਵੇਲੇ 70 ਸਾਲ ਦੀ ਸੀ। ਉਹ ਇਹਨਾਂ ਤਸੀਹਿਆਂ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਉਹਨੂੰ ਪਬਲਿਕ ਵਿੱਚ ਮਜਬੂਰਨ ਕਹਿਣਾ ਪਿਆ ਕਿ ਕੋਪਰਨਿਕਸ ਦੇ ਵਿਚਾਰ ਗਲਤ ਸਨ ਅਤੇ ਉਹ ਉਸ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਇਸ 'ਤੇ ਉਸ ਨੂੰ ਮੌਤ ਦੀ ਸਜ਼ਾ ਘਟਾ ਕੇ ਉਸ ਨੂੰ ਆਪਣੇ ਘਰ ਹੀ ਅੰਦਰ ਚਾਰਦੀਵਾਰੀ ਵਿੱਚ ਉਮਰ ਭਰ ਕੈਦ ਦੀ ਸਜ਼ਾ ਦੇ ਦਿੱਤੀ ਗਈ। ਉਹਨੂੰ ਹੋਰ ਕਿਤਾਬਾਂ ਲਿਖਣ ਜਾਂ ਖੋਜ ਕਰਨ ਦੀ ਮਨਾਹੀ ਕਰ ਦਿੱਤੀ ਗਈ। ਪਰ ਗੈਲੀਲੀਓ ਨੇ ਇਸ ਹੁਕਮ ਦੀ ਪਰਵਾਹ ਨਾ ਕੀਤੀ ਅਤੇ ਉਹ ਘਰ ਵਿੱਚ ਹੀ ਤਜਰਬੇ ਕਰਦਾ ਰਿਹਾ, ਜਿਨ੍ਹਾਂ ਦੇ ਆਧਾਰ 'ਤੇ ਉਹਨੇ 2 ਹੋਰ ਮਹੱਤਵਪੂਰਨ ਕਿਤਾਬਾਂ ਲਿਖੀਆਂ। ਆਖਰ 1642 ਵਿੱਚ ਗੁਜ਼ਰ ਗਿਆ। ਹੁਣ ਅਸੀਂ ਗੈਲੀਲੀਓ ਨੂੰ ਇੱਕ ਮਹਾਨ ਵਿਗਿਆਨਕ ਮੰਨਦੇ ਹਾਂ ਕਿਉਂਕਿ ਉਹਨੇ ਸਾਨੂੰ ਪੁਰਾਣੇ ਅਤੇ ਗਲਤ ਖਿਆਲ ਛੱਡ ਕੇ ਨਵੇਂ ਰਾਹ ਲੱਭਣ ਦਾ ਉਤਸ਼ਾਹ ਦਿੱਤਾ। ਜੌਨਸ ਕੈਪਲਰ। ਜੌਨਸ ਕੈਪਲਰ ਦੱਖਣੀ ਜਰਮਨੀ ਦੇ ਸ਼ਹਿਰ ਵਾਇਲ ਦਾ ਰਹਿਣ ਵਾਲਾ ਸੀ। ਇਸ ਦਾ ਜਨਮ 1571 ਵਿੱਚ ਹੋਇਆ। ਛੋਟੀ ਉਮਰ ਵਿੱਚ ਚੀਚਕ ਦਾ ਸ਼ਿਕਾਰ ਹੋ ਜਾਣ ਦੇ ਕਾਰਨ ਇਸ ਦੀ ਨਜ਼ਰ ਬੜੀ ਕਮਜ਼ੋਰ ਹੋ ਗਈ ਅਤੇ ਹੱਥ ਨਕਾਰੇ ਹੋ ਗਏ। ਇਸ ਦਾ ਪਿਤਾ ਇੱਕ ਫੌਜੀ ਸਿਪਾਹੀ ਸੀ ਅਤੇ ਇਸ ਦੀ ਮਾਤਾ ਇੱਕ ਹੋਟਲ ਦੇ ਮਾਲਕ ਦੀ ਲੜਕੀ ਸੀ। ਭਾਵੇਂ ਇਹਦੀ ਨਜ਼ਰ ਕਮਜ਼ੋਰ ਸੀ ਅਤੇ ਸਰੀਰਕ ਤੌਰ 'ਤੇ ਨਿਰਬਲ ਸੀ, ਫਿਰ ਵੀ ਇਹ ਛੋਟੀ ਉਮਰ ਤੋਂ ਹੀ ਬੜਾ ਮਿਹਨਤੀ ਅਤੇ ਸਿਆਣਾ ਸੀ। ਇਹਦੇ ਪਿਤਾ ਦਾ ਇਹਨੂੰ ਪਾਦਰੀ ਬਣਾਉਣ ਦਾ ਵਿਚਾਰ ਸੀ ਅਤੇ ਇਹਦੀ ਸਿੱਖਿਆ ਦਾ ਪ੍ਰਬੰਧ ਵੀ ਇਹੋ ਹੀ ਨਿਸ਼ਾਨਾ ਸਾਹਮਣੇ ਰੱਖ ਕੇ ਕੀਤਾ ਗਿਆ। ਇਹਨੂੰ ਟਿਊਬਲਿੰਗਟਨ ਦੀ ਯੂਨੀਵਰਸਿਟੀ ਵਿੱਚ ਕੋਪਰਨਿਕਸ ਦੇ ਵਿਚਾਰਾਂ ਬਾਰੇ ਪਤਾ ਲੱਗਾ, ਜਿਨ੍ਹਾਂ ਵਿੱਚ ਉਹਨੇ ਦੱਸਿਆ ਕਿ ਗ੍ਰਹਿ ਸੂਰਜ ਦੇ ਗਿਰਦ ਘੁੰਮਦੇ ਹਨ। ਇਹਨੂੰ ਵਿਗਿਆਨ ਅਤੇ ਗਣਿਤ ਵਿੱਦਿਆ ਵਿੱਚ ਇਤਨੀ ਦਿਲਚਸਪੀ ਹੋ ਗਈ ਕਿ ਇਹਨੇ ਪਾਦਰੀ ਬਣਨ ਦਾ ਖਿਆਲ ਛੱਡ ਦਿੱਤਾ ਅਤੇ 23 ਸਾਲ ਦੀ ਉਮਰ ਵਿੱਚ ਗਰਾਜ਼ ਦੀ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦਾ ਪ੍ਰੋਫੈਸਰ ਲੱਗ ਗਿਆ। ਇਹਨੇ ਇੱਕ ਅਮੀਰ ਇਸਤਰੀ ਨਾਲ ਵਿਆਹ ਕਰਾ ਲਿਆ ਅਤੇ ਆਪਣਾ ਜੀਵਨ ਗਰਾਜ਼ ਦੇ ਸ਼ਹਿਰ ਵਿੱਚ ਰਹਿ ਕੇ ਗੁਜ਼ਾਰਨ ਦਾ ਮਨ ਬਣਾ ਲਿਆ। ਪਰ ਉਹਨਾਂ ਸਮਿਆਂ ਵਿੱਚ ਰੋਮਨ ਕੈਥੋਲਿਕ ਮਤ ਦਾ ਜ਼ੋਰ ਸੀ ਅਤੇ ਕੈਪਲਰ ਪ੍ਰੋਟੈਸਟੈਂਟ ਦੀ ਸੀ। ਮਜ਼ਹਬੀ ਫਸਾਦ ਹੋਣ ਕਰਕੇ ਕੈਪਲਰ ਨੂੰ ਗਰਾਜ਼ ਸਦਾ ਲਈ ਛੱਡਣਾ ਪਿਆ। ਉਦੋਂ ਉਹ ਚੈਕਸਲੋਵਾਕੀਆ ਦੀ ਰਾਜਧਾਨੀ ਪ੍ਰਾਗ ਵਿੱਚ ਜਾ ਵਸਿਆ। ਉੱਥੇ ਉਹਨੇ ਡੈਨਮਾਰਕ ਦੇ ਪ੍ਰਸਿੱਧ ਖਗੋਲ ਵਿਗਿਆਨ ਟਾਈਕੋ ਬਰਾਹੇ ਨਾਲ ਉਸਦੀ ਮੁਲਾਕਾਤ ਕੀਤੀ। ਟਾਈਕੋ ਕੋਪਰਨਿਕਸ ਦੇ ਇਸ ਕਥਨ ਨੂੰ ਗਲਤ ਮੰਨਦਾ ਸੀ ਕਿ ਸੂਰਜ ਬ੍ਰਹਿਮੰਡ ਦਾ ਕੇਂਦਰ ਹੈ। ਆਕਾਸ਼ੀ ਪਿੰਡਾਂ ਦੇ ਨਕਸ਼ੇ ਬਣਾ ਕੇ ਉਹ ਕੋਪਰਨਿਕਸ ਦੇ ਵਿਚਾਰਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਸੀ, ਪਰ ਉਹਨੂੰ ਜਲਦੀ ਹੀ ਸੋਝੀ ਹੋ ਗਈ ਕੋਪਰਨਿਕਸ ਦੇ ਵਿਚਾਰ ਠੀਕ ਹਨ। ਇਸ ਲਈ ਉਹਨੇ ਕੈਪਲਰ ਨੂੰ ਆਪਣੇ ਨਾਲ ਕੰਮ ਕਰਨ ਲਈ ਰੱਖ ਲਿਆ। 1607 ਵਿੱਚ ਟਾਈਕੋ ਦੀ ਮੌਤ ਪਿੱਛੋਂ ਕੈਪਲਰ ਨੇ ਖਗੋਲ ਵਿਗਿਆਨ ਵਿੱਚ ਆਪਣੀ ਖੋਜ ਜਾਰੀ ਰੱਖੀ ਅਤੇ ਇਹਨੂੰ ਲਗਭਗ 200-250 ਤਾਰਿਆਂ ਬਾਰੇ ਪਤਾ ਕੀਤਾ। ਟਾਈਕੋ ਦੀ ਖੋਜੀ ਤੋਂ ਕੈਪਲਰ ਨੇ ਗ੍ਰਹਿਆਂ ਦੀ ਸ਼ਕਤੀ ਦਾ ਅਨੁਮਾਨ ਲਗਾਇਆ, ਜਿਨ੍ਹਾਂ ਤੋਂ ਕੁਝ ਸਾਲ ਪਿੱਛੋਂ ਨਿਊਟਨ ਨੇ ਆਕਾਸ਼ੀ ਪਿੰਡਾਂ ਦੀ ਇੱਕ ਦੂਜੇ ਵੱਲ ਖਿੱਚ ਦਾ ਸਿਧਾਂਤ ਲੱਭਿਆ, ਜੋ ਅਮਲੀ ਤੌਰ 'ਤੇ ਹਾਲੀ ਤੱਕ ਵੀ ਠੀਕ ਮੰਨਿਆ ਜਾਂਦਾ ਹੈ। ਕੈਪਲਰ ਨੇ ਨਾ ਕੇਵਲ ਇਹ ਦੱਸਿਆ ਕਿ ਗ੍ਰਹਿ ਧਰਤੀ ਗਿਰਦ ਬੇਜਵੀ ਦਾਇਰੇ ਵਿੱਚ ਘੁੰਮਦੇ ਹਨ, ਬਲਕਿ ਉਹਨੇ ਇਹ ਵੀ ਪਤਾ ਲਾਇਆ ਕਿ ਹਰ ਗ੍ਰਹਿ ਦੀ ਗਤੀ ਆਪਣੇ ਰਾਹ 'ਤੇ ਚੱਲਦਿਆਂ ਘਟਦੀ ਵੱਧਦੀ ਰਹਿੰਦੀ ਹੈ। ਉਹਨੇ ਹਿਸਾਬ ਲਾ ਕੇ ਦੱਸਿਆ ਕਿ ਗ੍ਰਹਿ ਸੂਰਜ ਦੇ ਗਿਰਦ ਇੱਕ ਪੂਰਾ ਚੱਕਰ ਕਿਤਨੇ ਸਮੇਂ ਵਿੱਚ ਕੱਟਦੇ ਹਨ ਅਤੇ ਗ੍ਰਹਿਆਂ ਦਾ ਰਸਤਾ ਅਸਲ ਵਿੱਚ ਬੇਜ਼ਵੀ ਆਕਾਰ ਵਿੱਚ ਹੁੰਦਾ ਹੈ। ਵਿਲੀਅਮ ਹਾਰਵੇ। ਵਿਲੀਅਮ ਹਾਰਵੇ ਇੰਗਲੈਂਡ ਦੇ ਇੱਕ ਕਸਬੇ ਫੌਕਸਟਨ ਦਾ ਰਹਿਣ ਵਾਲਾ ਸੀ। ਇਹ 1578 ਵਿੱਚ ਪੈਦਾ ਹੋਇਆ। ਇਹ ਇੱਕ ਅਮੀਰ ਵਪਾਰੀ ਦਾ ਲੜਕਾ ਸੀ। ਇਹਦੇ 9 ਹੋਰ ਭੈਣ ਭਰਾ ਸਨ। ਇਹ ਸਾਰਾ ਟੱਬਰ ਬੜਾ ਖੁਸ਼ਹਾਲ ਅਤੇ ਸੁਖੀ ਵਸਦਾ ਸੀ। 1588 ਵਿੱਚ ਜਦ ਇਹ 10 ਸਾਲ ਦਾ ਸੀ ਤਾਂ ਇਹ ਪੜ੍ਹਨੇ ਪੈ ਗਿਆ। ਜਦੋਂ ਇਹ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਉੱਥੇ ਚੀਰ ਫਾੜ ਲਈ 2 ਅਪਰਾਧੀਆਂ ਦੀਆਂ ਲੋਥਾਂ ਆਈਆਂ। ਇਹਨਾਂ ਲੋਥਾਂ ਨੂੰ ਵੇਖ ਕੇ ਹਾਰਵੇ ਮਨੁੱਖੀ ਸਰੀਰ ਦੀ ਬਣਾਵਟ ਵਿੱਚ, ਖਾਸ ਕਰਕੇ ਲਹੂ ਦੀਆਂ ਨਾੜਾਂ ਵਿੱਚ, ਜਿਨ੍ਹਾਂ ਰਾਹੀਂ ਲਹੂ ਸਾਰੇ ਸਰੀਰ ਵਿੱਚ ਦੌੜਾ ਕਰਦਾ ਹੈ, ਦਿਲਚਸਪੀ ਲੈਣ ਲੱਗ ਪਿਆ। ਉਹਨਾਂ ਸਮਿਆਂ ਵਿੱਚ ਕਿਸੇ ਨੂੰ ਵੀ ਲਹੂ ਅਤੇ ਉਸਦੇ ਸਰੀਰ ਵਿੱਚ ਦੌਰਾ ਕਰਨ ਬਾਰੇ ਕੁਝ ਨਹੀਂ ਸੀ ਪਤਾ ਹੁੰਦਾ। ਕਈਆਂ ਦਾ ਵਿਚਾਰ ਸੀ ਲਹੂ ਜਿਗਰ ਵਿੱਚ ਬਣਦਾ ਹੈ, ਕਈ ਹੋਰਨਾਂ ਦਾ ਵਿਚਾਰ ਸੀ ਇਹ ਮਿਹਦੇ ਵਿੱਚ ਬਣਦਾ ਹੈ। ਇੱਕ ਪ੍ਰਸਿੱਧ ਡਾਕਟਰ ਇੱਥੋਂ ਤੱਕ ਕਹਿੰਦਾ ਸੀ ਕਿ ਲਹੂ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਕਿਸਮ ਦਾ ਲਹੂ ਸਰੀਰ ਦੀਆਂ ਵੱਡੀਆਂ ਨਾਲੀਆਂ ਵਿੱਚ, ਜਿਨ੍ਹਾਂ ਨੂੰ ਧਮਨੀਆਂ ਕਹਿੰਦੇ ਹਨ, ਇੱਧਰ ਉੱਧਰ ਫਿਰਦਾ ਰਹਿੰਦਾ ਹੈ। ਦੂਜੀ ਕਿਸਮ ਦਾ ਲਹੂ ਛੋਟੀਆਂ ਨਾਲੀਆਂ ਵਿੱਚ, ਜਿਨ੍ਹਾਂ ਨੂੰ ਸ਼ਿਰਾਵਾਂ ਕਹਿੰਦੇ ਹਨ, ਫਿਰਦਾ ਹੈ। ਇਸ ਤਰ੍ਹਾਂ ਹਰ ਇੱਕ ਡਾਕਟਰ ਆਪਣੇ ਸ਼ਾਗਿਰਦਾਂ ਨੂੰ ਵੱਖ-ਵੱਖ ਵਿਚਾਰ ਦੱਸਦਾ ਸੀ, ਜਿਹੜੇ ਇੱਕ ਦੂਜੇ ਦੇ ਬਿਲਕੁਲ ਉਲਟ ਹੁੰਦੇ ਸਨ। ਹਾਰਵੇ ਭਾਵੇਂ ਯੂਨੀਵਰਸਿਟੀ ਵਿੱਚੋਂ ਬੜੇ ਚੰਗੇ ਨੰਬਰ ਲੈ ਕੇ ਪਾਸ ਹੋਇਆ, ਪਰ ਉਹਨੂੰ ਆਪਣੀ ਪੜ੍ਹਾਈ ਨਾਲ ਪੂਰੀ ਤਸੱਲੀ ਨਾ ਹੋਈ। ਲਹੂ ਦੇ ਸਰੀਰ ਵਿੱਚ ਸੰਚਾਰ ਬਾਰੇ ਵੱਖ-ਵੱਖ ਵਿਚਾਰ ਪ੍ਰਚਲਿਤ ਸਨ। ਹਾਰਵੇ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਕਿਹੜੇ ਵਿਚਾਰ ਠੀਕ ਹਨ ਅਤੇ ਕਿਹੜੇ ਗਲਤ। ਉਹਨੇ ਪੱਕਾ ਮਨ ਬਣਾ ਲਿਆ ਕਿ ਉਹ ਇਸ ਭੇਦ ਨੂੰ ਖੋਲ੍ਹ ਕੇ ਹੀ ਸਾਹ ਲਵੇਗਾ।
ਇਸ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹ ਪਾਦੂਆ ਦੀ ਯੂਨੀਵਰਸਿਟੀ ਵਿੱਚ ਦਾਖਲ ਹੋਇਆ। ਇਹ ਯੂਨੀਵਰਸਿਟੀ ਇਟਲੀ ਵਿੱਚ ਹੈ। ਉਸ ਵੇਲੇ ਡਾਕਟਰੀ ਸਿੱਖਿਆ ਦਾ ਜਗਤ ਪ੍ਰਸਿੱਧ ਕੇਂਦਰ ਸੀ। ਇੱਥੇ ਹੀ ਗੈਲੀਲੀਓ ਖਗੋਲ ਵਿਗਿਆਨ ਪੜ੍ਹਾਉਂਦਾ ਹੁੰਦਾ ਸੀ। ਇੱਥੇ ਫੈਬਰੀਸੀਅਸ ਨਾਂ ਦਾ ਇੱਕ ਲਾਇਕ ਡਾਕਟਰ ਪ੍ਰੋਫੈਸਰ ਲੱਗਾ ਹੋਇਆ ਸੀ। ਉਹਦਾ ਵਿਚਾਰ ਸੀ ਕਿ ਸ਼ਿਰਾਵਾਂ ਵਿੱਚ ਛੋਟੇ ਛੋਟੇ ਰਾਹ ਜਾਂ ਵਾਲਵ ਹੁੰਦੇ ਹਨ। ਇਹ ਇਸ਼ਾਰਾ ਹਾਰ ਲਈ ਕਾਫੀ ਤੋਂ ਜ਼ਿਆਦਾ ਸੀ। ਉਹਨੇ ਫੈਸਲਾ ਕੀਤਾ ਕਿ ਹੁਣ ਉਹ ਇਹਨਾਂ ਵੈਲਵਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੂਰਾ ਟਿੱਲ ਲਾਏਗਾ। ਜਦ ਵੀ ਕਦੀ ਉਹਨੂੰ ਮੌਕਾ ਮਿਲਦਾ ਉਹ ਪੰਛੀਆਂ ਆਦਿ ਦੀ ਚੀਰ-ਫਾੜ ਕਰਦਾ ਤੇ ਉਹਨਾਂ ਦੀਆਂ ਲਹੂ ਦੀਆਂ ਨਾਲੀਆਂ ਦਾ ਮੁਆਇਨਾ ਕਰਦਾ। ਉਹਦਾ ਜਲਦੀ ਹੀ ਪਤਾ ਲਾ ਲਿਆ ਕਿ ਸ਼ਿਰਾਵਾਂ ਵਿਚਲੇ ਬੂਹੇ ਜਾਂ ਵਾਲਵ ਕੇਵਲ ਦਿਲ ਵਾਲੇ ਪਾਸੇ ਹੀ ਖੁੱਲ੍ਹਦੇ ਹਨ ਤੇ ਧਮਨੀਆਂ ਦੇ ਬੂਹੇ ਜਾਂ ਵਾਲਵ ਦਿਲ ਤੋਂ ਪਰਾਂ ਵਾਲੇ ਪਾਸੇ ਵੱਲ ਖੁੱਲ੍ਹਦੇ ਹਨ। ਇਸ ਤੋਂ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਲਹੂ ਸ਼ਿਰਾਵਾਂ ਦੁਆਰਾ ਦਿਲ ਵਿੱਚ ਪਹੁੰਚਦਾ ਹੈ ਤੇ ਧਮਨੀਆਂ ਦੁਆਰਾ ਦਿਲ ਵਿੱਚੋਂ ਨਿਕਲ ਕੇ ਸਰੀਰ ਵਿੱਚ ਜਾਂਦਾ ਹੈ। ਹਾਰਵੇ ਆਪਣੀ ਖੋਜ ਵਿੱਚ ਇੱਥੋਂ ਤੱਕ ਹੀ ਪਹੁੰਚਾ ਸੀ ਕਿ ਜਦ ਉਸਨੇ ਯੂਨੀਵਰਸਿਟੀ ਦੀ ਪੜ੍ਹਾਈ ਖਤਮ ਕਰ ਲਈ। ਹੁਣ ਉਹ ਡਾਕਟਰ ਬਣ ਗਿਆ ਤੇ ਉਹਨੇ ਲੰਡਨ ਵਿੱਚ ਦੁਕਾਨ ਖੋਲ੍ਹ ਲਈ। ਉੱਥੇ ਉਹ ਬੜਾ ਕਾਰੋਬਾਰ ਚੱਲ ਪਿਆ ਤੇ ਮਰੀਜ਼ਾਂ ਦੀ ਭਰਮਾਰ ਹੋ ਗਈ। ਹੁਣ ਉਸਦੇ ਪਾਸ ਆਪਣੀ ਖੋਜ ਨੂੰ ਮੁਕੰਮਲ ਕਰਨ ਦਾ ਕਾਫੀ ਸਮਾਂ ਹੁੰਦਾ ਸੀ। ਉਹ ਤਜਰਬੇ ਕਰਦਾ ਰਿਹਾ। ਕਿਉਂਕਿ ਉਹ ਜਮਾਂਦਰੂ ਵਿਗਿਆਨਕ ਸੀ, ਇਸ ਲਈ ਉਹ ਉਦੋਂ ਤੱਕ ਕਿਸੇ ਖਾਸ ਸਿਧਾਂਤ ਨੂੰ ਅਪਣਾਉਣਾ ਨਹੀਂ ਸੀ ਪਸੰਦ ਕਰਦਾ ਜਦ ਤੱਕ ਕਿ ਉਹਨੂੰ ਉਸਦੇ ਠੀਕ ਹੋਣ ਦੇ ਚੰਗੀ ਤਰ੍ਹਾਂ ਸਬੂਤ ਨਾ ਮਿਲ ਜਾਣ। ਉਹਨੇ ਖੋਜ ਦੁਆਰਾ ਪਤਾ ਕੀਤਾ ਕਿ ਦਿਲ ਮਨੁੱਖ ਦੀ ਮੁੱਠੀ ਜਿਤਨੀ ਹੀ ਇੱਕ ਖੋਖਲੀ ਮਾਸਪੇਸ਼ੀ ਹੈ। ਜਦ ਇਹ ਸੁੰਗੜਦਾ ਹੈ ਤਾਂ ਇਹ 2 ਆਉਂਸ ਦੇ ਲਗਭਗ ਲਹੂ ਧਮਨੀਆਂ ਵਿੱਚ ਤੱਕਦਾ ਹੈ। ਦੁਬਾਰਾ ਸੁੰਗੜਨ ਤੋਂ ਪਹਿਲਾਂ ਇਹ ਇੱਕ ਵਾਰ ਪੂਰੀ ਤਰ੍ਹਾਂ ਫੈਲਦਾ ਹੈ। ਜਦ ਡਾਕਟਰ ਮਰੀਜ਼ ਦੀ ਨਬਜ਼ ਵੇਖਦਾ ਹੈ ਤਾਂ ਅਸਲ ਵਿੱਚ ਉਹ ਇਹ ਦੇਖ ਰਿਹਾ ਹੁੰਦਾ ਹੈ ਕਿ ਉਸਦਾ ਲਹੂ ਧਮਨੀਆਂ ਵਿੱਚ ਭੇਜਣ ਵਿੱਚ ਕਿੰਨੀ ਵਾਰ ਸੁੰਗੜ ਰਿਹਾ ਹੈ। ਇੱਕ ਜਵਾਨ ਆਦਮੀ ਦਾ ਦਿਲ 72 ਵਾਰੀ ਸੁੰਗੜਦਾ ਹੈ। ਬੱਚਿਆਂ ਬੁੱਢੀਆਂ ਦੇ ਛੋਟੇ ਕੱਦ ਵਾਲੇ ਬੰਦਿਆਂ ਦੇ ਦਿਲ ਦੀ ਧੜਕਣ ਇਸ ਤੋਂ ਵੱਧ ਹੁੰਦੀ ਹੈ ਤੇ ਬੁੱਢਿਆਂ ਦੀ ਘੱਟ। ਹਾਰਵੇ ਨੇ ਹਿਸਾਬ ਲਾ ਕੇ ਪਤਾ ਕੀਤਾ ਕਿ ਇੱਕ ਸਧਾਰਨ ਆਦਮੀ ਦਾ ਦਿਲ 65 ਗੈਲਨ ਲਹੂ ਹਰ ਘੰਟੇ ਧਮਨੀਆਂ ਵਿੱਚ ਤੱਕਦਾ ਹੈ। ਉਹਨੂੰ ਪਤਾ ਸੀ ਕਿ ਇੱਕ ਸਧਾਰਨ ਮਨੁੱਖ ਦੇ ਸਰੀਰ ਵਿੱਚ ਕੇਵਲ 1 ਗੈਲਨ ਲਹੂ ਹੁੰਦਾ ਹੈ। ਇਸ ਲਈ ਉਹਨੇ ਅੰਦਾਜ਼ਾ ਲਾਇਆ ਕਿ ਉਹ 1 ਗੈਲਨ ਲਹੂ ਦਾ ਸਾਦਾ ਸਰੀਰ ਵਿੱਚ ਦੌਰਾ ਕਰਦਾ ਰਹਿੰਦਾ ਹੈ। ਅੰਤ ਨੂੰ ਹਾਰਵੇ ਨੇ ਸਾਬਤ ਕਰ ਦਿੱਤਾ ਕਿ ਲਹੂ ਸਰੀਰ ਵਿੱਚ ਦੌਰਾ ਕਰਦਾ ਹੈ। ਇਹ ਦਿਲ ਵਿੱਚੋਂ ਧਮਨੀਆਂ ਰਾਹੀਂ ਬਾਹਰ ਨਿਕਲ ਕੇ ਸਰੀਰ ਦਾ ਦੌਰਾ ਕਰਦਾ ਹੋਇਆ ਸ਼ਿਰਾਵਾਂ ਵਿੱਚ ਜਾਂਦਾ ਹੈ ਤੇ ਸ਼ਿਰਾਵਾਂ ਰਾਹੀਂ ਫਿਰ ਦਿਲ ਵਿੱਚ ਪਹੁੰਚ ਜਾਂਦਾ ਹੈ। ਇਸ ਖੋਜ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਲਿਖਦਿਆਂ ਹਾਰਵੇ ਨੂੰ 12 ਸਾਲ ਲੱਗੇ। ਇਸ ਹਕਮਤ ਨੇ ਕਿਤਾਬ ਦੀ ਦੁਨੀਆ ਵਿੱਚ ਕ੍ਰਾਂਤੀ ਲੈ ਆਂਦੀ। ਆਖਰ ਸਭ ਨੂੰ ਮੰਨਣਾ ਪਿਆ ਕਿ ਹਾਰਵੇ ਦਾ ਕਥਨ ਬਿਲਕੁਲ ਠੀਕ ਹੈ। ਸਿਹਤਮੰਦ ਮਨੁੱਖ ਦੀਆਂ ਧਮਨੀਆਂ ਵਿੱਚੋਂ ਲਹੂ ਲੈ ਕੇ ਅੱਜ ਕੱਲ੍ਹ ਇੱਕ ਬਿਮਾਰ ਅਤੇ ਨਿਰਬਲ ਮਨੁੱਖ ਨੂੰ ਤਾਕਤ ਦੇਣ ਲਈ ਉਹਦੇ ਸਰੀਰ ਵਿੱਚ ਦਾਖਲ ਕਰ ਦਿੰਦੇ ਹਨ। ਇਹੋ ਜਿਹੇ ਜੰਤਰ ਵੀ ਨਿਕਲ ਰਹੇ ਹਨ ਜੋ ਦਿਲ ਦਾ ਆਪਰੇਸ਼ਨ ਕਰਨ ਵੇਲੇ ਲਹੂ ਨੂੰ ਧਮਨੀਆਂ ਵਿੱਚ ਧੱਕਦੇ ਰਹਿੰਦੇ ਹਨ। ਪਰ ਇਹ ਸਭ ਗੱਲਾਂ ਅਸੰਭਵ ਹੋਣੀਆਂ ਸਨ ਜੇ ਹਾਰਵੇ ਆਪਣੀ ਖੋਜ ਦੁਆਰਾ ਇਹ ਸਿੱਧ ਨਾ ਕਰ ਦਿੰਦਾ ਕਿ ਲਹੂ ਦਿਲ ਵਿੱਚੋਂ ਨਿਕਲ ਕੇ ਸਾਰੇ ਸਰੀਰ ਵਿੱਚ ਚੱਕਰ ਕੱਟਦਾ ਰਹਿੰਦਾ ਹੈ। ਆਈਜ਼ੈਕ ਨਿਊਟਨ 1642 ਵਿੱਚ ਕ੍ਰਿਸਮਸ ਵਾਲੇ ਦਿਨ ਇੰਗਲੈਂਡ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ। ਇਹਦਾ ਪਿਤਾ ਇਹਦੇ ਜਨਮ ਤੋਂ ਕੁਝ ਹੀ ਪਹਿਲਾਂ ਗੁਜ਼ਰ ਗਿਆ। ਨਿਊਟਨ ਜਨਮ ਸਮੇਂ ਇਤਨਾ ਕਮਜ਼ੋਰ ਸੀ ਕਿ ਇਹਦੇ ਜਿਉਣ ਦੀ ਕਿਸੇ ਨੂੰ ਆਸ ਨਹੀਂ ਸੀ, ਪਰ ਕੁਦਰਤ ਨੇ ਇਹਨੂੰ ਹੱਥ ਦੇ ਕੇ ਰੱਖਿਆ ਤੇ ਇਹਨੇ ਵਿਗਿਆਨ ਦੇ ਖੇਤਰ ਵਿੱਚ ਇੱਕ ਉੱਚਾ ਨਾਂ ਪ੍ਰਾਪਤ ਕੀਤਾ। ਜਦ ਇਹ 2 ਸਾਲਾਂ ਦਾ ਸੀ ਤਾਂ ਇਹਦੀ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਊਟਨ ਨੂੰ ਆਪਣੀ ਦਾਦੀ ਪਾਸ ਜਾ ਕੇ ਰਹਿਣਾ ਪਿਆ। ਬਚਪਨ ਤੋਂ ਹੀ ਇਹ ਵਿਗਿਆਨ ਵਿੱਚ ਦਿਲਚਸਪੀ ਰੱਖਦਾ ਸੀ। ਇਹਨੇ ਛੋਟੀ ਉਮਰ ਵਿੱਚ ਹੀ ਇੱਕ ਹਵਾ ਚੱਕੀ, ਇੱਕ ਪਾਣੀ ਦੀ ਘੜੀ ਤੇ ਇੱਕ ਧੁੱਪ ਦੀ ਘੜੀ ਦੀ ਕਾਢ ਕੱਢੀ। ਜਦ ਇਹ 14 ਸਾਲ ਦਾ ਸੀ ਇਹਦਾ ਮਤਰੇਆ ਪਿਤਾ ਗੁਜ਼ਰ ਗਿਆ ਤੇ ਜ਼ਿੰਮੇਦਾਰੀ ਦੇ ਕੰਮ ਵਿੱਚ ਹੱਥ ਵਟਾਉਣ ਲਈ ਇਹਦੀ ਮਾਤਾ ਨੇ ਇਹਨੂੰ ਆਪਣੇ ਪਾਸ ਸੱਦ ਲਿਆ। ਪਰ ਜ਼ਿੰਮੇਦਾਰੀ ਦੇ ਕੰਮ ਵਿੱਚ ਇਹਨੂੰ ਬਿਲਕੁਲ ਸ਼ੌਂਕ ਨਹੀਂ ਸੀ। ਇਹ ਵੇਖ ਕੇ ਇਹਦੇ ਮਾਤਾ ਨੇ ਇਹਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਭੇਜ ਦਿੱਤਾ। ਉੱਥੇ ਇਹਦੀ ਗਣਿਤ ਵਿਗਿਆਨ ਵਿੱਚ ਰੁਚੀ ਹੋ ਗਈ ਤੇ ਇਹਦੇ ਅਧਿਆਪਕਾਂ ਨੇ ਇਹਦੀ ਅਸਾਧਾਰਨ ਯੋਗਤਾ ਵੇਖ ਕੇ ਇਹਨੂੰ ਬੜੀ ਹੱਲਾਸ਼ੇਰੀ ਦਿੱਤੀ। ਇਹਨੇ 1665 ਵਿੱਚ BA ਪਾਸ ਕਰ ਲਈ, ਪਰ ਅਚਾਨਕ ਪਲੇਗ ਫੈਲਣ ਕਾਰਨ ਇਹਨੂੰ 1.5 ਸਾਲ ਲਈ ਫਿਰ ਆਪਣੀ ਮਾਤਾ ਪਾਸ ਜਾ ਕੇ ਰਹਿਣਾ ਪਿਆ। ਇਹ 1.5 ਸਾਲ ਇਹਨੇ ਵਿਗਿਆਨ ਦੀ ਖੋਜ ਵਿੱਚ ਲਾਏ। ਇਸ ਸਮੇਂ ਵਿੱਚ ਇਹਨੇ ਚੀਜ਼ਾਂ ਦੀ ਕੀਤੀ, ਇਹਨੇ ਰੋਸ਼ਨੀ ਦੇ ਬੜੇ ਤਜਰਬੇ ਕੀਤੇ। ਉਹਨੇ ਸਮਿਆਂ ਵਿੱਚ ਟੈਲੀਸਕੋਪ ਠੀਕ ਨਹੀਂ ਸਨ ਬਣੇ ਹੁੰਦੇ, ਉਹਨਾਂ ਵਿੱਚੋਂ ਦਿਸਣ ਵਾਲੀਆਂ ਚੀਜ਼ਾਂ ਦੇ ਗਿਰਦ ਰੰਗ ਦਾ ਇੱਕ ਹਾਸ਼ੀਆ ਜਿਹਾ ਬਣ ਜਾਂਦਾ ਸੀ ਜਿਸ ਨਾਲ ਉਹਨਾਂ ਦਾ ਆਕਾਰ ਧੁੰਦਲਾ ਦਿੱਤਾ ਸੀ। ਇਹਦਾ ਕਾਰਨ ਪਤਾ ਕਰ ਲਈ ਜਦ ਉਹਨੇ ਸ਼ੀਸ਼ੇ ਵਿੱਚ ਇੱਕ ਪ੍ਰਿਜ਼ਮ ਲਾ ਕੇ ਉਸ ਵਿੱਚ ਰੋਸ਼ਨੀ ਦੀ ਕਿਰਨ ਨੂੰ ਲੰਘਾਇਆ ਤਾਂ ਉਹ ਆਕਾਸ਼ੀ ਪੀਂਗ ਵਾਂਗ 7 ਰੰਗਾਂ ਵਿੱਚ ਵੰਡੀ ਗਈ। ਫਿਰ ਉਹਨੇ ਇਹਨਾਂ 7 ਰੰਗਾਂ ਨੂੰ ਵਾਰੀ-ਵਾਰੀ ਇੱਕ ਹੋਰ ਪ੍ਰਿਜ਼ਮ ਵਿੱਚੋਂ ਲੰਘਾਇਆ। ਇਹਨਾਂ ਰੰਗਾਂ ਵਿੱਚ ਕੋਈ ਤਬਦੀਲੀ ਨਾ ਆਈ, ਪਰ ਉਹ ਪ੍ਰਿਜ਼ਮ ਵਿੱਚੋਂ ਲੰਘਣ ਲੱਗਿਆਂ ਵੱਖ-ਵੱਖ ਮਾਤਰਾ ਵਿੱਚ ਥੱਲੇ ਵੱਲ ਮੁੜ ਗਏ।
ਇਸ ਤੋਂ ਉਹਨੇ ਸਿੱਧ ਕੀਤਾ ਕਿ ਰੋਸ਼ਨੀ 7 ਵੱਖ-ਵੱਖ ਰੰਗਾਂ ਦੇ ਮੇਲ ਨਾਲ ਬਣਦੀ ਹੈ। ਪ੍ਰਿਜ਼ਮ ਹਰ ਰੰਗ ਨੂੰ ਵੱਖ-ਵੱਖ ਕੋਣਾਂ ਤੇ ਮੋੜਦੀ ਹੈ, ਇਸ ਲਈ ਉਹ ਅਲੱਗ-ਅਲੱਗ ਹੋ ਜਾਂਦੇ ਹਨ। ਇਹਨੇ 1684 ਵਿੱਚ ਇੱਕ ਪੁਸਤਕ ਲਿਖੀ ਜਿਸ ਵਿੱਚ ਇਹਨੇ ਦੱਸਿਆ ਕਿ ਧਰਤੀ ਦੀਆਂ ਚੀਜ਼ਾਂ ਜਾਂ ਆਕਾਸ਼ੀ ਪਿੰਡ ਖਾਸ ਨਿਯਮਾਂ ਅਨੁਸਾਰ ਗਤੀ ਕਰਦੇ ਹਨ, ਜੋ ਇਹ ਹਨ। ਕੋਈ ਪਿੰਡ ਜੋ ਵਿਸ਼ਰਾਮ ਦੀ ਹਾਲਤ ਵਿੱਚ ਹੋਵੇ ਉਹ ਉਸੇ ਹਾਲਤ ਵਿੱਚ ਹੀ ਟਿਕਿਆ ਰਹਿੰਦਾ ਹੈ ਜਦ ਤੱਕ ਕੋਈ ਬਾਹਰਲੀ ਸ਼ਕਤੀ ਉਹਦੀ ਹਾਲਤ ਨੂੰ ਨਾ ਬਦਲੇ, ਤੇ ਕੋਈ ਪਿੰਡ ਜੋ ਗਤੀ ਦੀ ਅਵਸਥਾ ਵਿੱਚ ਹੈ ਉਹ ਸਦਾ ਗਤੀ ਕਰਦਾ ਰਹੇਗਾ ਜਦ ਤੱਕ ਸ਼ਕਤੀ ਉਹਨੂੰ ਨਾ ਰੋਕੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਆਪਣੀ ਥਾਂ ਤੋਂ ਹਿਲਾਉਣ ਲਈ, ਜਿਵੇਂ ਸੇਬ ਦੇ ਰੁੱਖ ਤੋਂ ਸੇਬ ਨੂੰ ਲੱਥ ਕੇ ਥੱਲੇ ਡਿੱਗਣ ਲਈ ਜਾਂ ਸਮੁੰਦਰ ਵਿੱਚ ਜਵਾਰ ਭਾਟੇ ਦੇ ਲਿਆਉਣ ਵਿੱਚ ਕੋਈ ਨਾ ਕੋਈ ਸ਼ਕਤੀ ਉਸ 'ਤੇ ਕੰਮ ਕਰਦੀ ਹੈ। ਕਿਸੇ ਪਿੰਡ 'ਤੇ ਕੰਮ ਕਰ ਰਹੀ ਸ਼ਕਤੀ ਉਹਦੀ ਗਤੀ ਦੇ ਵੇਗ ਵਿੱਚ ਆ ਰਹੇ ਪਰਿਵਰਤਨ ਤੋਂ ਮਿਣੀ ਜਾ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕ ਛੋਟੀ ਚੀਜ਼ ਤੇਜ਼ ਗਤੀ ਨਾਲ ਉਤਨੀ ਹੀ ਸ਼ਕਤੀ ਪੈਦਾ ਕਰ ਸਕਦੀ ਹੈ ਜਿਤਨੀ ਇੱਕ ਵੱਡੀ ਚੀਜ਼ ਥੋੜੀ ਗਤੀ ਨਾਲ। ਨੰਬਰ 3, ਕਰਮ ਤੋਂ ਪ੍ਰਤੀ ਕਰਮ ਪੈਦਾ ਹੁੰਦਾ ਹੈ ਤੇ ਕਰਮ ਤੋਂ ਪੈਦਾ ਹੋਇਆ ਪ੍ਰਤੀਕਰਮ ਬਰਾਬਰ ਪਰ ਉਲਟੀ ਦਿਸ਼ਾ ਵਿੱਚ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਜਿਤਨੀ ਜ਼ੋਰ ਨਾਲ ਇੱਕ ਗੇਂਦ ਕੰਧ ਵਿੱਚ ਮਾਰਿਆ ਜਾਏ ਤਾਂ ਉਹ ਉਤਨੇ ਹੀ ਜ਼ੋਰ ਨਾਲ ਉਲਟ ਦਿਸ਼ਾ ਵਿੱਚ ਵਾਪਸ ਆਏਗਾ। ਇਸ ਸਿਧਾਂਤ ਦੀ ਵਰਤੋਂ ਕਰਕੇ ਰਾਕਟ ਵਿੱਚ ਕੀਤੀ ਗਈ ਜਿਤਨੀ ਜ਼ੋਰ ਦੀਆਂ ਗੈਸਾਂ ਰਾਕਟ ਵਿੱਚੋਂ ਬਾਹਰ ਨਿਕਲਦੀਆਂ ਹਨ ਉਤਨੀ ਹੀ ਤੇਜ਼ੀ ਨਾਲ ਪਰ ਉਲਟ ਦਿਸ਼ਾ ਵਿੱਚ ਰਾਕਟ ਗਤੀ ਕਰਦਾ ਹੈ। ਇੱਕ ਹੋਰ ਵੱਡਾ ਸਿਧਾਂਤ ਜਿਹੜਾ ਨਿਊਟਨ ਨੇ ਲੱਭਿਆ ਉਹ ਇਹ ਹੈ ਕਿ ਹਰ ਚੀਜ਼ ਦੂਜੀ ਚੀਜ਼ ਨੂੰ ਆਪਣੀ ਵੱਲ ਖਿੱਚਦੀ ਹੈ। ਧਰਤੀ ਵੱਲ ਡਿੱਗ ਰਹੇ ਪੱਥਰ ਨੂੰ ਨਾ ਕੇਵਲ ਧਰਤੀ ਆਪਣੀ ਵੱਲ ਖਿੱਚ ਰਹੀ ਹੁੰਦੀ ਹੈ ਬਲਕਿ ਪੱਥਰ ਵੀ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ ਹੁੰਦਾ ਹੈ। ਇਹ ਸਿਧਾਂਤ ਹਰ ਇੱਕ ਆਕਾਸ਼ੀ ਪਿੰਡ 'ਤੇ ਵੀ ਲਾਗੂ ਹੁੰਦਾ ਹੈ। ਧਰਤੀ ਚੰਦਰਮਾ ਨੂੰ ਆਪਣੀ ਵੱਲ ਖਿੱਚਦੀ ਹੈ ਤੇ ਚੰਦਰਮਾ ਧਰਤੀ ਨੂੰ ਆਪਣੀ ਵੱਲ ਖਿੱਚਦਾ ਹੈ। ਇਹ ਗੱਲ ਸਮੁੰਦਰ ਵਿੱਚ ਆਏ ਜਵਾਰ ਭਾਟਿਆਂ ਤੋਂ ਸਪਸ਼ਟ ਹੁੰਦੀ ਹੈ। ਇਹ ਖਿੱਚਣ ਸ਼ਕਤੀ ਕਿਸੇ ਦੋਹਾਂ ਚੀਜ਼ਾਂ ਦੇ ਵਜੂਦ ਤੇ ਉਹਨਾਂ ਦੀ ਆਪਸੀ ਦੂਰੀ ਤੇ ਨਿਰਭਰ ਹੈ। ਨਿਊਟਨ ਨੇ ਸੂਰਜ ਅਤੇ ਧਰਤੀ ਦਾ ਭਾਰ ਵੀ ਹਿਸਾਬ ਦੁਆਰਾ ਕੱਢ ਕੇ ਦੱਸਿਆ। ਜਿਸ ਕਿਤਾਬ ਵਿੱਚ ਉਹਨੇ ਆਪਣੇ ਵਿਚਾਰ ਪ੍ਰਕਾਸ਼ਿਤ ਕੀਤੇ ਉਸ ਦਾ ਨਾਮ ਪ੍ਰਿੰਸੀਪੀਆ ਰੱਖਿਆ ਸੀ। ਇੰਗਲੈਂਡ ਦੀ ਸਰਕਾਰ ਨੇ ਇਹਦੀਆਂ ਵਿਗਿਆਨਕ ਸੇਵਾਵਾਂ ਨੂੰ ਮੁੱਖ ਰੱਖ ਕੇ ਇਹਨੂੰ ਟਕਸਾਲ ਦਾ ਪ੍ਰਬੰਧਕ ਬਣਾ ਦਿੱਤਾ ਤੇ ਸਰ ਦਾ ਖਿਤਾਬ ਦਿੱਤਾ। ਇਹ 83 ਸਾਲ ਦੀ ਉਮਰ ਵਿੱਚ ਗੁਜ਼ਰ ਗਿਆ ਤੇ ਇਹਨੂੰ ਵੈਸਟਮਿਨਿਸਟਰ ਦੇ ਗਿਰਜਾਘਰ ਵਿੱਚ ਬੜੇ ਸਨਮਾਨ ਨਾਲ ਦਬਾ ਦਿੱਤਾ ਗਿਆ। ਟ੍ਰੈਸਲੀ ਇੱਕ ਪ੍ਰਸਿੱਧ ਵਿਗਿਆਨਕ ਹੋਇਆ ਹੈ। ਇਹ ਇਟਲੀ ਵਿੱਚ ਫਿੰਜ਼ਾ ਦੇ ਅਸਥਾਨ ਦਾ ਰਹਿਣ ਵਾਲਾ ਸੀ। ਇਹ ਉੱਥੇ 1608 ਵਿੱਚ ਪੈਦਾ ਹੋਇਆ। ਇਹਨੇ ਫਿੰਜ਼ਾ ਦੇ ਜਸੂਟ ਕਲਾਸ ਵਿੱਚ ਪੜ੍ਹਾਈ ਕੀਤੀ। 16 ਸਾਲਾਂ ਦੀ ਉਮਰ ਵਿੱਚ ਇਹਦੇ ਚਾਚੇ ਨੇ, ਜੋ ਕਿ ਇੱਕ ਪਾਦਰੀ ਸੀ, ਇਹਨੂੰ ਰੋਮ ਵਿੱਚ ਵਿਗਿਆਨ ਦੀ ਪੜ੍ਹਾਈ ਲਈ ਭੇਜਿਆ। ਉੱਥੇ ਉਹ ਪ੍ਰਸਿੱਧ ਵਿਗਿਆਨਕ ਗੈਲੀਲੀਓ ਨੂੰ ਮਿਲਿਆ ਜੋ ਉਸ ਵਕਤ ਬੜਾ ਬਿਰਧ ਹੋ ਚੁੱਕਾ ਸੀ। ਟ੍ਰੈਸਲੀ ਨੇ ਗੈਲੀਲੀਓ ਨਾਲ ਮਿਲ ਕੇ ਕੰਮ ਕੀਤਾ ਪਰ ਇਸ ਮੁਲਾਕਾਤ ਦਾ 3 ਮਹੀਨੇ ਪਿੱਛੋਂ ਗੈਲੀਲੀਓ ਦੀ ਮੌਤ ਹੋ ਗਈ। ਉੱਥੋਂ ਦੇ ਹੁਕਮਰਾਨ ਨੇ ਆਪਣੇ ਇੰਜੀਨੀਅਰਾਂ ਨੂੰ ਆਪਣੇ ਮਹੱਲ ਵਿੱਚ 40 ਫੁੱਟ ਦੀ ਉਚਾਈ ਤੱਕ ਪਾਣੀ ਪਹੁੰਚਾਉਣ ਲਈ ਹੁਕਮ ਦਿੱਤਾ। ਉਹਨਾਂ ਨੇ ਪੂਰਾ ਟਿੱਲ ਲਾਇਆ ਪਰ ਪਾਣੀ 32 ਫੁੱਟ ਤੋਂ ਉੱਚਾ ਨਾ ਚੜ੍ਹ ਸਕਿਆ। ਇਸ ਦਾ ਕਾਰਨ ਲੱਭਣ ਲਈ ਗੈਲੀਲੀਓ ਨੇ ਟ੍ਰੈਸਲੀ ਨੂੰ ਕਿਹਾ। 2 ਸਾਲਾਂ ਦੀ ਖੋਜ ਪਿੱਛੋਂ ਟ੍ਰੈਸਲੀ ਨੇ ਕਈ ਤਜਰਬੇ ਕਰਕੇ ਇਸ ਗੱਲ ਦਾ ਕਾਰਨ ਲੱਭ ਲਿਆ। ਉਹਨਾਂ ਸਮਿਆਂ ਵਿੱਚ ਸ਼ੀਸ਼ੇ ਬਣਾਉਣ ਦੇ ਕੰਮ ਵਿੱਚ ਇਟਲੀ ਬੜੀ ਤਰੱਕੀ ਕਰ ਰਿਹਾ ਸੀ। ਇਸ ਲਈ ਟ੍ਰੈਸਲੀ ਨੇ ਸ਼ੀਸ਼ੇ ਦੀ ਇੱਕ 4 ਫੁੱਟ ਲੰਮੀ ਨਾਲੀ ਬਣਵਾਈ ਜਿਸ ਦਾ ਇੱਕ ਮੂੰਹ ਖੁੱਲ੍ਹਾ ਸੀ ਤੇ ਦੂਜਾ ਬੰਦ ਸੀ। ਟ੍ਰੈਸਲੀ ਨੇ ਉਸ ਨਾਲੀ ਨੂੰ ਪਾਰੇ ਨਾਲ ਨੱਕੋ ਨੱਕ ਭਰ ਲਿਆ ਤੇ ਖੁੱਲ੍ਹੇ ਮੂੰਹ ਤੇ ਉਂਗਲ ਰੱਖ ਕੇ ਉਸ ਨੂੰ ਪਾਰੇ ਨਾਲ ਭਰੇ ਹੋਏ ਇੱਕ ਪਿਆਲੇ ਵਿੱਚ ਖੜਿਆ ਕਰ ਦਿੱਤਾ। ਇਸ ਪਿੱਛੋਂ ਉਹਨੇ ਆਪਣੀ ਉਂਗਲ ਨਲੀ ਦੇ ਮੂੰਹ ਤੋਂ ਚੁੱਕ ਲਈ ਤੇ ਕੁਝ ਪਾਰਾ ਨਲੀ ਵਿੱਚੋਂ ਨਿਕਲ ਕੇ ਪਿਆਲੇ ਵਿੱਚ ਆ ਗਿਆ। ਬਾਕੀ ਦਾ ਪਾਰਾ ਨਲੀ ਵਿੱਚ 30 ਇੰਚ ਦੀ ਉਚਾਈ ਤੇ ਆ ਕੇ ਟਿਕ ਗਿਆ। ਨਲੀ ਵਿੱਚ ਉਹ ਥਾਂ ਜੋ ਪਾਰੇ ਦੇ ਉੱਪਰ ਸੀ ਇੱਕ ਮੁਕੰਮਲ ਖਲਾ ਸੀ। ਜਦ ਟ੍ਰੈਸਲੀ ਨੇ ਨਲੀ ਨੂੰ ਜ਼ਰਾ ਟੇਢਿਆ ਕੀਤਾ ਤਾਂ ਕੁਝ ਪਾਰਾ ਨਲੀ ਵਿੱਚ ਹੋਰ ਆ ਗਿਆ ਪਰ ਨਲੀ ਦੀ ਸਿੱਧੀ ਉਚਾਈ ਫਿਰ 30 ਇੰਚ ਹੀ ਰਹੀ। ਉਹਨੇ ਨਲੀ ਨੂੰ ਹੋਰ ਟੇਢਿਆ ਕੀਤਾ, ਇਸ ਨਾਲ ਪਾਰਾ ਨਲੀ ਵਿੱਚ ਪੂਰੀ ਤਰ੍ਹਾਂ ਭਰ ਗਿਆ। ਜਦ ਫਿਰ ਉਹਨੇ ਨਲੀ ਨੂੰ ਸਿੱਧਿਆਂ ਕੀਤਾ ਤਾਂ ਨਲੀ ਵਿੱਚ ਪਾਰੇ ਦੇ ਉੱਪਰ ਫਿਰ ਖੁਲਾਅ ਬਣ ਗਿਆ। ਹੁਣ ਸਵਾਲ ਇਹ ਸੀ ਕਿ ਪਾਰਾ ਨਲੀ ਵਿੱਚ 30 ਇੰਚ ਦੀ ਉਚਾਈ ਤੱਕ ਕਿਉਂ ਖੜਾ ਰਿਹਾ ਤੇ ਸਾਰੇ ਦਾ ਸਾਰਾ ਪਿਆਲੇ ਵਿੱਚ ਕਿਉਂ ਨਹੀਂ ਉਤਰ ਗਿਆ। ਟ੍ਰੈਸਲੀ ਨੇ ਇਹਦਾ ਕਾਰਨ ਦੱਸਿਆ। ਉਹ ਕਹਿਣ ਲੱਗਾ, ਸਾਡੀ ਪ੍ਰਿਥਵੀ ਦੇ ਉੱਪਰ 40-50 ਮੀਲ ਦੀ ਉਚਾਈ ਤੱਕ ਵਾਯੂ ਦਾ ਇੱਕ ਠਾਠਾ ਮਾਰਦਾ ਸਮੁੰਦਰ ਹੈ ਜਿਸ ਨੂੰ ਅਸੀਂ ਵਾਯੂਮੰਡਲ ਕਹਿੰਦੇ ਹਾਂ। ਪ੍ਰਿਥਵੀ ਦੀ ਹਰ ਚੀਜ਼ ਤੇ ਉਸ ਦਾ ਦਬਾਅ ਪੈਂਦਾ ਹੈ। ਉਹ ਦਬਾਅ ਪਿਆਲੇ ਵਿੱਚ ਪਏ ਪਾਰੇ ਦੀ ਸਤਹ ਤੇ ਵੀ ਪੈਂਦਾ ਹੈ। ਉਸ ਦਬਾਅ ਦੇ ਪੈਣ ਨਾਲ ਪਾਰਾ ਨਲੀ ਵਿੱਚ ਚੜ੍ਹ ਜਾਂਦਾ ਹੈ ਕਿਉਂਕਿ ਨਲੀ ਵਿੱਚ ਉਹਨੂੰ ਰੋਕਣ ਵਾਲੀ ਕੋਈ ਚੀਜ਼ ਨਹੀਂ ਹੁੰਦੀ। ਇਹ ਪਾਰਾ ਉਤਨੀ ਉਚਾਈ ਤੱਕ ਹੀ ਨਲੀ ਵਿੱਚ ਚੜ੍ਹੇਗਾ ਜਿਤਨਾ ਦਬਾਅ ਵਾਯੂਮੰਡਲ ਪਿਆਲੇ ਵਿਚਲੇ ਪਾਰੇ ਤੇ ਪਾਏਗਾ। ਇਸ ਤੋਂ ਸਿੱਧ ਹੋ ਗਿਆ ਕਿ ਹਵਾ ਦਾ ਦਬਾਅ ਹੀ ਹੈ ਜੋ ਪਾਰੇ ਨੂੰ ਨਾਲੀ ਵਿੱਚ ਉੱਪਰ ਚੁੱਕ ਰੱਖਦਾ ਹੈ। ਇਸ ਤੋਂ ਟ੍ਰੈਸਲੀ ਨੇ ਇਹ ਵੀ ਦੱਸ ਦਿੱਤਾ
ਕਿ ਪਾਣੀ ਇੱਕ ਨਲ ਵਿੱਚ 32 ਫੁੱਟ ਤੋਂ ਉੱਚਾ ਨਹੀਂ ਚੜ੍ਹ ਸਕਦਾ, ਕਿਉਂਕਿ ਵਾਯੂਮੰਡਲ ਦਾ ਦਬਾਅ ਪਾਣੀ ਦਾ ਇਤਨਾ ਭਾਰ ਹੀ ਚੁੱਕ ਸਕਦਾ ਹੈ। ਪਾਰੇ ਦੀ ਉਚਾਈ ਪਾਣੀ ਦੀ ਉਚਾਈ ਕੋਲੋਂ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਪਾਰਾ ਪਾਣੀ ਕੋਲੋਂ 13.6 ਗੁਣਾ ਭਾਰੀ ਹੁੰਦਾ ਹੈ। ਇਸ ਸ਼ੀਸ਼ੇ ਦੀ ਨਲੀ ਦਾ ਨਾਂ ਬੈਰੋਮੀਟਰ ਰੱਖਿਆ ਗਿਆ। ਇਸ ਤੋਂ ਕਿਸੇ ਥਾਂ ਦੀ ਸਮੁੰਦਰ ਤੋਂ ਉਚਾਈ ਦਾ ਅਨੁਮਾਨ ਵੀ ਲਾਇਆ ਜਾ ਸਕਦਾ ਹੈ। ਕੋਈ ਥਾਂ ਸਮੁੰਦਰ ਦੀ ਸਤ੍ਹਾ ਤੋਂ ਜਿੰਨੀ ਵੀ ਉਚਾਈ 'ਤੇ ਸਥਿਤ ਹੋਵੇਗੀ, ਉਤਨਾ ਹੀ ਵਾਯੂਮੰਡਲ ਦਾ ਦਬਾਅ ਉਸ 'ਤੇ ਘੱਟ ਹੋਏਗਾ ਅਤੇ ਪਾਰਾ ਨਲੀ ਵਿੱਚ ਘੱਟ ਚੜ੍ਹੇਗਾ। ਸਮੁੰਦਰ ਦੀ ਸਤ੍ਹਾ 'ਤੇ ਪਾਰਾ 30 ਇੰਚ ਤੱਕ ਚੜ੍ਹੇਗਾ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਕੇਵਲ 11 ਇੰਚ ਦੀ ਉਚਾਈ ਤੱਕ ਹੀ ਚੜ੍ਹੇਗਾ। ਬੈਰੋਮੀਟਰ ਦੇ ਆਉਣ ਵਾਲੇ 24 ਘੰਟਿਆਂ ਵਿੱਚ ਹੋਣ ਵਾਲੇ ਮੌਸਮ ਵਿੱਚ ਤਬਦੀਲੀ ਬਾਰੇ ਵੀ ਅਨੁਮਾਨ ਲਾਇਆ ਜਾਂਦਾ ਹੈ। ਸਿੱਲੀ ਹਵਾ ਦਾ ਭਾਰ ਉਤਨੀ ਹੀ ਮਾਤਰਾ ਦੀ ਖੁਸ਼ਕ ਹਵਾ ਦੇ ਭਾਰ ਨਾਲੋਂ ਘੱਟ ਹੁੰਦਾ ਹੈ। ਇਸ ਲਈ ਜਦ ਹਵਾ ਵਿੱਚ ਪਾਣੀ ਦੇ ਕਣ ਜ਼ਿਆਦਾ ਮਾਤਰਾ ਵਿੱਚ ਹੋਣ ਤਾਂ ਨਲੀ ਵਿੱਚ ਪਾਰਾ ਥੱਲੇ ਡਿੱਗ ਪੈਂਦਾ ਹੈ। ਪਾਰੇ ਦੇ ਡਿੱਗਣ ਦਾ ਭਾਵ ਹੁੰਦਾ ਹੈ ਕਿ ਮੀਂਹ ਪੈਣ ਦੀ ਆਸ ਹੈ। ਜੇ ਹੋਰ ਵੀ ਜ਼ਿਆਦਾ ਡਿੱਗ ਪਏ ਤਾਂ ਹਨੇਰੀ, ਤੂਫਾਨ ਆਦਿ ਦੇ ਆਉਣ ਦਾ ਖਤਰਾ ਹੁੰਦਾ ਹੈ। ਪਾਰੇ ਦੇ ਚੜ੍ਹ ਜਾਣ ਦਾ ਭਾਵ ਹੁੰਦਾ ਹੈ ਮੌਸਮ ਚੰਗਾ ਰਹੇਗਾ। ਟ੍ਰੌਸਲੀ 39 ਸਾਲ ਦੀ ਉਮਰ ਵਿੱਚ ਹੀ ਗੁਜ਼ਰ ਗਿਆ, ਪਰ ਇਤਨੀ ਛੋਟੀ ਉਮਰ ਵਿੱਚ ਹੀ ਉਹਨੇ ਵਿਗਿਆਨ ਦੀ ਕਾਫੀ ਸੇਵਾ ਕੀਤੀ। ਬੈਰੋਮੀਟਰ ਤੋਂ ਮੌਸਮ ਦਾ ਅਨੁਮਾਨ ਲੱਗ ਜਾਣ ਨਾਲ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਕਈ ਦੁਰਘਟਨਾਵਾਂ ਤੋਂ ਬਚ ਜਾਂਦੇ ਹਨ ਅਤੇ ਆਵਾਜਾਈ ਅਤੇ ਵਪਾਰ ਨੂੰ ਹਾਨੀ ਨਹੀਂ ਪਹੁੰਚਦੀ। ਜੇ ਬੈਰੋਮੀਟਰ ਤੂਫਾਨ ਦੇ ਆਉਣ ਦਾ ਖਤਰਾ ਪ੍ਰਗਟ ਕਰੇ ਤਾਂ ਮਾਛੀ ਲੋਕ ਆਪਣੀਆਂ ਬੇੜੀਆਂ ਸਮੁੰਦਰ ਵਿੱਚ ਨਹੀਂ ਠੇਲਦੇ। ਰਾਬਰਟ ਬਾਇਲ ਆਇਰਲੈਂਡ ਦਾ ਰਹਿਣ ਵਾਲਾ ਸੀ। ਇਹ 1627 ਵਿੱਚ ਮੁਨਿਸਟਰ ਦੇ ਅਸਥਾਨ 'ਤੇ ਪੈਦਾ ਹੋਇਆ। ਇਹਦਾ ਪਿਤਾ ਬੜਾ ਅਮੀਰ ਸੀ। ਇਹਨੇ ਬਾਇਲ ਦੀ ਸਿੱਖਿਆ ਵੱਲ ਬੜਾ ਧਿਆਨ ਦਿੱਤਾ। ਬਾਇਲ ਨੂੰ ਜਲਦੀ ਹੀ ਲਾਤੀਨੀ, ਫਰਾਂਸੀਸੀ, ਯੂਨਾਨੀ, ਯਹੂਦੀ ਤੇ ਅਰਬੀ ਬੋਲੀਆਂ ਵਿੱਚ ਮੁਹਾਰਤ ਹੋ ਗਈ। ਇਹਨੇ ਇੰਗਲੈਂਡ ਦੇ ਮਸ਼ਹੂਰ ਕਾਲਜ ਈਟਨ ਵਿੱਚ ਵਿੱਦਿਆ ਪ੍ਰਾਪਤ ਕੀਤੀ। 11 ਸਾਲ ਦੀ ਉਮਰ ਵਿੱਚ ਹੀ ਇਹਦਾ ਪਿਤਾ ਇਹਨੂੰ ਯੂਰਪ ਦੀ ਯਾਤਰਾ 'ਤੇ ਲੈ ਗਿਆ। ਇਟਲੀ ਵਿੱਚ ਇਸ 'ਤੇ ਗੈਲੀਲੀਓ ਦਾ ਬੜਾ ਪ੍ਰਭਾਵ ਪਿਆ। ਉਹਨੇ ਫੈਸਲਾ ਕਰ ਲਿਆ ਕਿ ਉਹ ਆਪਣਾ ਜੀਵਨ ਵਿਗਿਆਨ ਦੀ ਸੇਵਾ ਵਿੱਚ ਹੀ ਅਰਪਣ ਕਰੇਗਾ। ਇੰਗਲੈਂਡ ਵਾਪਸ ਜਾ ਕੇ ਇਹਨੇ ਆਕਸਫੋਰਡ ਦੇ ਇੱਕ ਹੋਰ ਵਿਗਿਆਨਕਾਂ ਨਾਲ ਮਿਲ ਕੇ ਇੱਕ ਸਭਾ ਬਣਾਈ, ਜਿਸ ਦਾ ਨਾਂ ਰਾਇਲ ਸੁਸਾਇਟੀ ਰੱਖਿਆ। ਇਸ ਸਭਾ ਦਾ ਉਦੇਸ਼ ਸੀ ਕਿ ਕੁਦਰਤੀ ਸਿਧਾਂਤ ਕੇਵਲ ਤਜਰਬਿਆਂ ਰਾਹੀਂ ਹੀ ਲੱਭੇ ਜਾ ਸਕਦੇ ਹਨ। ਬਾਇਲ ਨੇ ਇੱਕ ਸਿਧਾਂਤ ਕੱਢਿਆ ਜਿਹੜਾ ਦੱਸਦਾ ਹੈ ਕਿ ਦਬਾਅ ਥੱਲੇ ਗੈਸਾਂ 'ਤੇ ਕੀ ਅਸਰ ਹੁੰਦਾ ਹੈ। ਇਸ ਸਿਧਾਂਤ ਨੂੰ ਬਾਇਲਜ਼ ਲਾਅ ਕਹਿੰਦੇ ਹਨ। ਬਾਇਲ ਨੇ ਅੰਗਰੇਜ਼ੀ ਦੇ ਅੱਖਰ ਜੇ ਵਰਗੀ ਇੱਕ ਸ਼ੀਸ਼ੇ ਦੀ ਨਲੀ ਲਈ, ਜਿਸ ਦਾ ਛੋਟਾ ਸਿਰਾ ਉੱਪਰੋਂ ਬੰਦ ਸੀ ਅਤੇ ਲੰਮਾ ਪਾਸਾ 10 ਫੁੱਟ ਦੇ ਲਗਭਗ ਸੀ। ਇਸ ਨਲੀ ਵਿੱਚ ਉਹਨੇ ਇਤਨਾ ਕੁ ਪਾਰਾ ਪਾਇਆ ਜਿਸ ਨਾਲ ਨਲੀ ਦੇ ਦੋਹਾਂ ਪਾਸਿਆਂ ਵਿੱਚ ਉਹਦੀ ਉਚਾਈ ਇੱਕੋ ਜਿਹੀ ਹੋ ਜਾਵੇ। ਹੁਣ ਵਾਯੂਮੰਡਲ ਦਾ ਦਬਾਅ ਨਲੀ ਦੇ ਬੰਦ ਸਿਰੇ ਅੰਦਰ ਉਤਨਾ ਹੀ ਸੀ ਜਿਸ ਨਾਲ ਉਹਦੇ ਖੁੱਲ੍ਹੇ ਸਿਰੇ ਦੇ ਅੰਦਰ, ਕਿਉਂਕਿ ਜੇ ਇੱਕ ਪਾਸੇ ਦਬਾਅ ਦੂਜੇ ਪਾਸੇ ਨਾਲੋਂ ਵੱਧ ਹੋਵੇ ਤਾਂ ਦੋਹਾਂ ਪਾਸਿਆਂ ਦਾ ਤਲ ਇੱਕ ਬਰਾਬਰ ਨਾ ਹੋਵੇ। ਹੁਣ ਬਾਇਲ ਨੇ ਖੁੱਲ੍ਹੇ ਸਿਰੇ ਰਾਹੀਂ ਨਲੀ ਵਿੱਚ ਹੋਰ ਪਾਰਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਨਲੀ ਦੇ ਦੋਵੇਂ ਪਾਸੇ ਪਾਰਾ ਉੱਚਾ ਚੜ੍ਹ ਗਿਆ। ਪਰ ਇਹ ਉਚਾਈ ਦੋਵੇਂ ਪਾਸੇ ਇੱਕੋ ਜਿਹੀ ਨਹੀਂ ਸੀ। ਬੰਦ ਸਿਰੇ ਵਿਚਲੀ ਹਵਾ ਦੇ ਪਾਰੇ ਤੇ ਉਸ ਵਿੱਚ ਉੱਚਾ ਚੜ੍ਹਨ ਦਾ ਦਬਾਅ ਪੈ ਰਿਹਾ ਸੀ। ਇਸ ਲਈ ਖੁੱਲ੍ਹੇ ਪਾਸੇ ਵਿੱਚ ਬੰਦ ਪਾਸੇ ਨਾਲੋਂ ਪਾਰੇ ਦੀ ਉਚਾਈ ਜ਼ਿਆਦਾ ਹੋ ਗਈ। ਬਾਇਲ ਨੇ ਇਹ ਗੱਲ ਖਾਸ ਤੌਰ 'ਤੇ ਵੇਖੀ ਕਿ ਜਦ ਲੰਮੇ ਸਮੇਂ ਪਾਰਿਆਂ ਦਾ ਤਲ ਛੋਟੇ ਪਾਸੇ ਵਾਲੇ ਪਾਰੇ ਦੇ ਤਲ ਤੋਂ 29 ਇੰਚ ਜ਼ਿਆਦਾ ਉੱਚਾ ਹੋ ਗਿਆ ਤਾਂ ਗੈਸ ਦੀ ਸਮਾਈ ਉਸ ਦੀ ਸਮਾਈ ਕੋਲੋਂ ਅੱਧੀ ਰਹਿ ਗਈ, ਜਦਕਿ ਦੋਹਾਂ ਪਾਸਿਆਂ ਤਾਂ ਗੈਸ ਵਿੱਚ ਪਾਰੇ ਦੀ ਉਚਾਈ ਬਰਾਬਰ ਸੀ। ਬਾਇਲ ਨੂੰ ਪਤਾ ਸੀ ਕਿ ਵਾਯੂਮੰਡਲ ਦਾ ਆਪਣਾ ਦਬਾਅ 29 ਇੰਚ ਦੀ ਲੰਬਾਈ ਰੁੱਖ ਖੜੇ ਪਾਰੇ ਬਰਾਬਰ ਹੁੰਦਾ ਹੈ। ਨਲੀ ਵਿੱਚ 29 ਇੰਚ ਤੋਂ ਹੋਰ ਪਾਰਾ ਪਾਉਣ ਨਾਲ 2 ਵਾਯੂਮੰਡਲਾਂ ਜਿੰਨਾ ਦਬਾਅ ਪੈ ਗਿਆ। ਇਸ ਨਾਲ ਬੰਦ ਹਵਾ ਦੀ ਸਮਾਈ ਅੱਧੀ ਹੋ ਗਈ। ਇਸ ਤਰ੍ਹਾਂ 3 ਵਾਯੂਮੰਡਲ ਜਿੰਨਾ ਦਬਾਅ ਪਾਉਣ ਨਾਲ ਬੰਦ ਹਵਾ ਦੀ ਸਮਾਈ ਪਹਿਲਾਂ ਨਾਲੋਂ ਤੀਜਾ ਹਿੱਸਾ ਰਹਿ ਗਈ ਅਤੇ 4 ਗੁਣਾ ਕਰਨ ਨਾਲ ਚੌਥਾ ਹਿੱਸਾ ਰਹਿ ਗਈ। ਇਹਨਾਂ ਤਜਰਬਿਆਂ ਤੋਂ ਉਹਨੇ ਸਿਧਾਂਤ ਲੱਭਿਆ ਗੈਸਾਂ ਦੀ ਸਮਾਈ ਉਹਨਾਂ 'ਤੇ ਪਏ ਦਬਾਅ ਦੇ ਪੁੱਠੇ ਅਨੁਪਾਤ ਨਾਲ ਬਦਲਦੀ ਹੈ। ਇਸ ਦਾ ਭਾਵ ਇਹ ਹੈ ਕਿ ਜੇ ਦਬਾਅ ਦੁੱਗਣਾ ਹੋ ਜਾਏ ਤਾਂ ਸਮਾਈ ਅੱਧੀ ਹੋ ਜਾਂਦੀ ਹੈ, ਜੇ ਦਬਾਅ 3 ਗੁਣਾ ਹੋ ਜਾਏ ਤਾਂ ਸਮਾਈ 3 ਗੁਣਾ ਹੋ ਜਾਂਦੀ ਹੈ। ਰਾਬਰਟ ਬਾਇਲ ਵਿਗਿਆਨਕਾਂ ਵਾਂਗ ਵਿਗਿਆਨ ਦੇ ਕਈ ਖੇਤਰਾਂ ਵਿੱਚ ਦਿਲਚਸਪੀ ਰੱਖਦਾ ਸੀ। ਇਹਨੇ ਆਵਾਜ਼ ਦੀ ਰਫ਼ਤਾਰ, ਰੋਗਾਂ ਦੇ ਕਾਰਨ, ਬਿਜਲੀ ਆਦਿ ਬਾਰੇ ਵੀ ਕਾਫੀ ਖੋਜ ਕੀਤੀ। ਇਹ ਬੜੇ ਖੁੱਲ੍ਹੇ ਦਿਲ ਵਾਲਾ ਬੰਦਾ ਸੀ। ਜੋ ਇਹਨੇ ਬਾਇਲਜ਼ ਲਾਅ ਨਾਮ ਹੀ ਲੱਭਿਆ ਹੁੰਦਾ, ਫਿਰ ਵੀ ਇਸ ਦਾ ਨਾਂ ਅਮਰ ਹੋਣਾ ਸੀ, ਕਿਉਂਕਿ ਇਹਨੇ ਨਿਊਟਨ ਦੀ ਪੁਸਤਕ ਪ੍ਰਿੰਸਿਪੀਆ ਦੇ ਛਪਣ ਲਈ ਨਿਊਟਨ ਨੂੰ ਮਾਇਕ ਸਹਾਇਤਾ ਦਿੱਤੀ ਸੀ। ਇਹ 64 ਸਾਲ ਦੀ ਉਮਰ ਵਿੱਚ ਗੁਜ਼ਰ ਗਿਆ। ਅੰਤ ਵਿੱਚ ਮੈਂ ਕਹਾਂਗੀ ਕਿ ਵਿਗਿਆਨਕਾਂ ਦੁਆਰਾ ਕੀਤੀਆਂ ਗਈਆਂ ਖੋਜਾਂ ਸੱਚੇ ਤੇ ਅਟਲ ਨਿਯਮਾਂ 'ਤੇ ਆਧਾਰਿਤ ਹਨ। ਇਹਨਾਂ ਦਾ ਲਾਹਾ ਲੈ ਕੇ ਸਾਰਾ ਸੰਸਾਰ ਆਨੰਦਮਈ ਜ਼ਿੰਦਗੀ ਬਸਰ ਕਰ ਰਿਹਾ ਹੈ, ਪਰ ਦੂਸਰੇ ਪਾਸੇ ਪੁਜਾਰੀ ਵਰਗ ਦੀਆਂ ਮਨੌਤਾਂ ਦਾ ਕੋਈ ਆਧਾਰ ਨਹੀਂ ਹੈ। ਇਸੇ ਕਰਕੇ ਦੋਹਾਂ ਵਰਗਾਂ ਵਿੱਚ ਸ਼ੁਰੂ ਤੋਂ ਹੀ ਮਤਭੇਦ ਰਿਹਾ ਹੈ। ਸ਼ੁਭ ਇਛਾਵਾਂ ਸਹਿਤ ਧੰਨਵਾਦ।
ਹਰਜੀਤ ਬਮਰਾ।